ਲਓ ਜੀ, ਦੋਵੇਂ ਭਰਾ ਅਸੀਂ ਇਸ ਵਕਤ ਇੱਕੋ ਹੀ ਫਰੇਮ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹਾਂ, ਕਾਲੀਆਂ ਕੁੜਤੀਆਂ ਪਾ ਕੇ। WhatsApp ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸੁਣਾਓ ਕਿੱਦਾਂ? ਬਹੁਤ ਵਧੀਆ ਜੀ। ਮੈਂ ਤਾਂ ਇਹ ਹਿਸਾਬ ਕਿਤਾਬ ਜਿਹਾ ਲਾਉਂਦਾ ਸੀ ਵੀ ਅੱਜ ਅਸਲੀ ਪਤਾ ਲੱਗ ਜਾਣਾ ਹੀ ਕਾਹਦਾ ਕਿ ਕਾਲਾ ਕੋਟ ਕਿਹਨੇ ਕਿੱਦਾਂ ਕਿਉਂ ਕਿੱਦਣ ਪਾਇਆ ਸੀ। ਨਹੀਂ, ਉਹ ਤਾਂ ਚਲੋ ਹੈ ਹੀ ਆ ਵੀ ਅੱਜ ਥੋੜਾ ਜਿਹਾ ਫਰਕ ਪੈ ਗਿਆ, ਪਰ ਰੰਗ ਅਸੀਂ ਕਾਲਾ ਹੀ ਰੱਖਿਆ। ਰੰਗ ਕਾਲਾ ਹੀ ਰੱਖਿਆ। ਅੱਛਾ, ਗੱਲ ਇਹ ਆ ਕਿ ਤੁਸੀਂ ਸੋਚਦੇ ਹੋਣੇ ਆ ਵੀ ਅੱਜ ਇਹ ਬੰਦੇ ਬੈਠੇ ਕਿੱਥੇ ਆ। ਦੇਖੋ, ਕਾਰਨ ਇਹ ਆ ਵੀ ਇੱਦਾਂ ਪੰਜਾਬ ਦੀ ਰਾਜਧਾਨੀ ਹੋ ਗਈ ਚੰਡੀਗੜ੍ਹ, ਉੱਦਾਂ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੋ ਗਈ ਵਿਕਟੋਰੀਆ, ਅਤੇ ਇੱਥੇ ਉਹ ਕਹਿੰਦੇ ਵੀ ਪੈਸਿਆਂ ਦਾ ਹਿਸਾਬ ਕਿਤਾਬ ਜਾਰੀ ਕਰਨਾ ਸੀ। ਉਹ ਪੈਸਿਆਂ ਦਾ ਹਿਸਾਬ ਕਿਤਾਬ ਜਾਰੀ ਕਰਨ ਦੇ ਚੱਕਰ ਦੇ ਵਿੱਚ ਅਸੀਂ ਇੱਥੇ ਆਏ ਹਾਂ, ਅਤੇ ਬਹੁਤਾ ਹਿਸਾਬ ਕਿਤਾਬ ਦੇ ਕਿਉਂਕਿ WhatsApp ਰੱਖਦੇ ਕਰਕੇ ਇਹ ਦੱਸਣਗੇ, ਕਿਉਂਕਿ ਆਪਾਂ ਕਦੀ ਹਿਸਾਬ ਕਿਤਾਬ ਕੀਤਾ ਨਹੀਂ WhatsApp ਕਿਹੜੇ ਕੰਮ 'ਚ। ਨਹੀਂ ਸੰਧਾਲੀਆ ਸਾਹਿਬ, ਮੈਂ ਨਾ ਇੱਥੇ ਸੋਚਦਾ ਸੀ ਕਿ ਤੁਹਾਨੂੰ ਕਦੇ ਇੱਥੋਂ ਦੀ ਨਾ ਵਿਧਾਨ ਸਭਾ ਦੇ ਅੰਦਰ ਨਹੀਂ ਲੈ ਕੇ ਜਾਣਾ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਸੂਬਾ ਅਤੇ ਉਹਦੀ ਵਿਧਾਨ ਸਭਾ ਦੇ ਆਪਾਂ ਨੇੜੇ ਬੈਠੇ ਹਾਂ। ਇਸ ਕਰਕੇ ਨਹੀਂ ਲੈ ਕੇ ਜਾਣਾ ਕਿਉਂਕਿ ਤੁਹਾਨੂੰ ਨਾ ਬੜਾ ਅਜੀਬ ਲੱਗਣਾ ਕਿ ਕੀ ਮਾਹੌਲ ਹੈ, ਕਿਉਂਕਿ ਇੱਥੇ ਰੇਤੇ ਦਾ ਰੌਲਾ ਪੈਂਦਾ ਹੀ ਨਹੀਂ, ਇੱਥੇ ਕੋਈ ਬਾਈਕਾਟ ਕਰਕੇ ਬਾਹਰ ਜਾਂਦਾ ਹੀ ਨਹੀਂ, ਇੱਥੇ ਇੱਕ ਦੂਸਰੇ ਦੇ ਉੱਤੇ ਕਾਗਜ਼ ਮਾਰਨ ਦੀ ਪ੍ਰਥਾ ਹੈ ਹੀ ਨਹੀਂ। ਤੁਸੀਂ ਇਹ ਦੇਖੋ ਕਿ ਕਿਆ ਬਾਤਾਂ ਨੇ ਕਿ ਜਿਹੜਾ ਦੁਨੀਆ ਭਰ ਦੇ ਵਿੱਚ ਮੌਸਮ ਤਬਦੀਲ ਹੋ ਰਿਹਾ, ਕਿਤੇ ਗਰਮੀ ਵੱਧ ਹੋ ਗਈ, ਕਿਤੇ ਠੰਡ ਹੀ ਬਹੁਤ ਜ਼ਿਆਦਾ ਹੋ ਗਈ, ਉਹਦੇ ਤੇ ਬੜੇ ਪੈਸੇ ਰੱਖਦੇ ਆ ਕਿ ਭਾਈ ਮੌਸਮ ਤਬਦੀਲ ਹੋ ਰਿਹਾ, ਲੋਕ ਤੰਗ ਹੋ ਰਹੇ ਨੇ, ਆਪਾਂ ਇਹਦੇ ਲਈ ਪੈਸੇ ਰੱਖਣੇ ਆ। ਪਿਛਲੇ ਦਿਨਾਂ 'ਚ ਹੜ੍ਹ ਆਏ ਸੀ, ਜੰਗਲੀ ਅੱਗਾਂ ਲੱਗੀਆਂ ਸੀ, ਉਹਨਾਂ ਸਾਰੇ ਕੰਮਾਂ ਦੇ ਕਰਕੇ ਉਹ ਕਹਿੰਦੇ ਜੀ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਸ ਕਿੱਦਾਂ ਕਰਨਾ, ਉਹਦੇ ਤੇ ਹਿਸਾਬ ਕਿਤਾਬ ਰੱਖਣਾ। ਤੇ ਸਭ ਤੋਂ ਵੱਡੀ ਗੱਲ ਪਤਾ ਕੀ ਕਹਿੰਦੇ ਜੀ, ਆਪਾਂ ਬਜਟ ਬੈਲੈਂਸ ਕਿੱਦਾਂ ਕਰਨਾ। ਆਪਣੇ ਉੱਥੇ ਹੁੰਦਾ ਕਿ ਭਾਈ ਘਾਟਾ ਕਿੱਦਾਂ ਵਧਾਉਣਾ ਹੀ। ਨਹੀਂ, ਵੱਡੀ ਗੱਲ ਇਹ ਵੀ ਨੋਟ ਕਰਨ ਵਾਲੀ ਆ ਵੀ ਕਿਉਂਕਿ ਜਿੰਨਾ ਕੁ ਗੇੜਾ ਹੁਣ ਸਵੇਰੇ ਸਵੇਰ ਵੱਜਾ, ਉਸ ਚੱਕਰ 'ਚ ਕੋਈ ਟਰੈਕਟਰ ਨਜ਼ਰ ਨਹੀਂ ਆਇਆ ਆਪਾਂ ਨੂੰ ਉੱਥੇ, ਕੋਈ ਬੰਦੇ ਵੱਖਰੀਆਂ ਗੱਡੀਆਂ ਵਾਲੇ ਨਜ਼ਰ ਨਹੀਂ ਆਏ ਜਿਹਨਾਂ ਨਾਲ ਖਾਉਂਦਾ। ਇੱਥੇ ਵੀ ਲਾ ਲਓ, ਫਿਰ ਇੱਥੋਂ ਨਾ ਕਾਲੇ ਚੋਗੇ ਟਾਈਮ ਨਾਲ ਕੱਢ ਲਾਂਗੇ, ਅਤੇ ਉਦੋਂ ਬਾਅਦ ਫਿਰ ਉਹ ਤਖਤੀਆਂ ਜਿਹੀਆਂ ਛਪਾ ਕੇ ਲੈ ਆਓ, ਫਲਾਨੀ ਗੱਲ ਮੁਰਦਾਬਾਦ। ਨਾ ਕੋਈ ਉਹੋ ਜਿਹੇ ਬੰਦੇ ਲੱਗੇ, ਨਾ ਆਪਣੇ ਭਾਈਚਾਰੇ ਵਾਲਿਆਂ ਦੀਆਂ ਬਹੁਤੀਆਂ ਗੱਡੀਆਂ ਨਜ਼ਰ ਆਈਆਂ ਵੀ ਬਸ ਤੂੰ ਵਾਈਟ ਲੈ ਲਈ ਫਟਾਫਟ, ਅਤੇ ਉਸੇ ਵੇਲੇ ਭੇਜਦੀਆਂ ਆਪਾਂ ਪਲੇ ਕਰ ਦੇਣੀ ਹੈ। ਬੜੀ ਅਜੀਬ ਗੱਲ ਸੀ ਸਵੇਰੇ, ਜਦੋਂ ਅੱਜ ਸਵੇਰੇ ਜਾਣੀ ਕਿ ਭਾਰਤ ਦੇ ਸਮੇਂ ਮੁਤਾਬਕ ਸ਼ਾਮ ਨੂੰ ਜਦੋਂ ਅਜੇ ਬਜਟ ਉੱਥੇ ਪੇਸ਼ ਹੋਣਾ ਸੀ, ਕਿ ਵੀ ਸਵੇਰੇ ਉੱਠ ਕੇ 7 ਵਜੇ ਜਾ ਕੇ ਦੇਖਦੇ ਹਾਂ ਕਿ ਕਹਾਣੀ ਕੀ ਹੈ। ਕੋਈ ਪੁਲਿਸ ਵਾਲਾ ਨਹੀਂ ਉੱਥੇ। MLA ਸਾਹਿਬ ਜਦੋਂ ਆਉਣੇ ਸ਼ੁਰੂ ਹੋਏ ਆ, ਕੋਈ ਲਾਲ ਬੱਤੀ ਨਹੀਂ, ਕੋਈ ਸਰਕਾਰੀ ਗੱਡੀ ਨਹੀਂ, ਕੋਈ ਕੁਛ ਨਹੀਂ। ਜਾਣੀ ਜਿੱਦਾਂ ਦਾ ਇੱਕ ਸਧਾਰਨ ਬੰਦਾ ਉੱਥੋਂ ਦੀ ਤੁਰਿਆ ਜਾਂਦਾ ਹੈ, ਉੱਦਾਂ ਦਾ ਹੀ ਉੱਥੋਂ ਇੱਕ MLA ਇੱਕ ਮੰਤਰੀ ਤੁਰਿਆ ਜਾਂਦਾ। ਜਾਣੀ ਕਿਸੇ ਦੇ ਨਾਲ ਵੀ ਕੋਈ ਸਿਕਿਉਰਿਟੀ ਵਾਲਾ ਬੰਦਾ ਸੀਗਾ ਹੀ ਨਹੀਂ। ਤੇ ਆਪਣੇ ਵਾਲੇ ਪਾਸੇ ਉੱਥੇ MLA ਸਾਹਿਬ ਨੇ ਆਉਣਾ ਹੋਵੇ ਤਾਂ ਘੁੱਗੂ ਪਹਿਲਾਂ ਹੀ ਕਰਾ ਦਿੰਦੇ ਲੋਕਾਂ ਦੇ। ਇੱਧਰ ਦੀ MLA ਸਾਹਿਬ ਆਉਣ ਵਾਲੇ ਰਾਤ ਨੂੰ ਗਰਦ ਲੱਗ ਜਾਂਦੀ ਹੈ। ਆਹਦੀ ਇਹ ਫਰਕ ਹੈਗਾ। ਦੂਜੀ ਗੱਲ ਇਹ ਵੀ ਜੇ ਤੁਸੀਂ ਉਹਨਾਂ ਬੰਦਿਆਂ ਨੂੰ ਦੇਖੋ ਤੇ ਹੋ ਸਕਦਾ ਇੱਦਾਂ ਲੱਗਦਾ ਹੋਵੇ ਵੀ ਜਿੱਦਾਂ ਕਿਸੇ ਕਾਰਪੋਰੇਟ ਬਿਲਡਿੰਗ ਦੇ ਵਿੱਚ ਅਫਸਰ ਨਹੀਂ ਜਾਂਦੇ ਕੋਟ ਪੈਂਟਾਂ ਵਾਲੇ ਜੀ, ਵੀ ਹੋ ਸਕਦਾ ਵੀ ਇਹਦੇ 'ਚ ਹੋ ਸਕਦਾ ਵੀ ਕੋਈ ਨਾ ਕੋਈ ਇੱਕ ਅੱਧਾ ਬੰਦੇ, ਫਿਰ ਮੈਂ ਪੰਜਾਬ ਦੇ ਹਿਸਾਬ ਨਾਲ ਉਦਾਹਰਨ ਦਿਆਂ, ਵੀ ਹੋ ਸਕਦਾ ਕੋਈ LIC ਮਹਿਕਮੇ ਦਾ ਅਫਸਰ ਜਾਂਦਾ ਹੋਵੇ, ਆਦੀ ਫਲਾਨੀ ਬੈਂਕ ਦਾ ਮੈਨੇਜਰ ਜਾਂਦਾ, ਪਰ ਬਾਅਦ 'ਚ ਕਹਿੰਦਾ ਨਹੀਂ ਇਹ ਫਲਾਨਾ MLA ਯਾਰ। ਅੱਛਾ, ਇਹ MLA ਹੈ ਨਾ। ਉਹ ਮਤਲਬ ਪੁੱਛਣ ਦੇ ਬਾਅਦ ਪਤਾ ਲੱਗਦਾ ਵੀ ਇਹ ਭਾਈ ਸਾਹਿਬ ਵੀ MLA ਨਹੀਂ, ਤੇ ਆਪਣੇ ਵਾਲੇ ਦੇ ਦੂਰੋਂ ਪਤਾ ਲੱਗ ਜਾਂਦਾ ਵੀ ਉਹ ਜਿਹੜਾ ਵਿਚਾਲੇ ਆਉਂਦਾ ਨਹੀਂ, ਇਹ ਫਲਾਨਾ ਹੀ। ਸੰਧਾਲੀਆ ਸਾਹਿਬ, ਮੈਂ ਨਾ ਸਾਰੇ ਮਸਲੇ ਦੇ ਵਿੱਚੋਂ, ਕਿਉਂਕਿ ਅੱਜ ਆਪਾਂ ਜੇ ਵਿਕਟੋਰੀਆ 'ਚ ਬੈਠੇ ਹਾਂ, ਤਾਂ ਇੱਕ ਗੱਲ ਜਿਹੜੀ ਮੇਰੇ ਮਨ ਨੂੰ ਲੱਗੀ, ਉਹ ਗੱਲ ਇਹ ਲੱਗੀ ਕਿ ਇੱਥੇ ਮੁਫਤ ਦੇਣ ਦੀ ਗੱਲ ਨਹੀਂ ਕੀਤੀ ਜਾਂਦੀ। ਲੋਕ ਹੁਣ ਪੰਜਾਬ ਦੇ ਵੀ ਸਿਆਣੇ ਹੋ ਗਏ, ਇੱਥੇ ਵਾਲੇ ਤਾਂ ਸਿਆਣੇ ਸੀਗੇ ਹੀ, ਜਾਣੀ ਕਿ ਸਾਰਾ ਅਰਥਚਾਰਾ ਕਿੱਦਾਂ ਠੀਕ ਹੋਵੇ। ਹੁਣ ਪੰਜਾਬ ਦੇ ਲੀਡਰ, ਇਹਨਾਂ ਲੀਡਰਾਂ ਜਿੰਨੇ ਸਿਆਣੇ ਹੁਣ ਗੱਲ ਤਾਂ ਬਣਦੀ ਆ। ਮੈਂ ਇੱਕ ਉਦਾਹਰਨ ਦਿੰਦਾ, ਲੋਕ ਕਿੱਦਾਂ ਸਿਆਣੇ ਹੋ ਗਏ। ਐਤਕੀ ਪੰਜਾਬ ਦੀ ਹਰ ਇੱਕ ਸਿਆਸੀ ਪਾਰਟੀ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਠੋਕ ਕੇ ਬੀਬੀਆਂ ਲਈ ਵਾਅਦੇ ਕੀਤੇ। ਤੁਹਾਨੂੰ ਜੀ ਸਕੂਟੀ, ਤੁਹਾਨੂੰ ਜੀ ਲੈਪਟਾਪ, ਤੁਹਾਨੂੰ ਜੀ 1000 ਰੁਪਈਆ, 1100 2100 ਰੁਪਈਆ, ਤੁਹਾਨੂੰ ਜੀ 8 ਗੈਸ ਦੇ ਸਿਲੰਡਰ, ਤੁਹਾਨੂੰ 12 ਗੈਸ ਦੇ ਸਿਲੰਡਰ, ਤੁਹਾਨੂੰ ਜੀ 75,000 ਸ਼ਗਨ ਸਕੀਮ, 51,000 ਸ਼ਗਨ ਸਕੀਮ। ਜਾਣੀ ਕਿ ਬੀਬੀਆਂ ਨੂੰ ਪੈਰਾਂ ਸਿਰ ਕਿੱਦਾਂ ਖੜੇ ਕਰਨਾ, ਕੋਈ ਗੱਲ ਨਹੀਂ। ਉਹਨਾਂ ਨੂੰ ਰੁਜ਼ਗਾਰ ਕਿੱਥੋਂ ਦੇਣਾ, ਕੋਈ ਗੱਲ ਨਹੀਂ। ਉਹਨਾਂ ਦੇ ਉੱਤੇ ਜੇ ਕਿਤੇ ਸ਼ੋਸ਼ਣ ਵਰਗੀ ਗੱਲ ਹੁੰਦੀ ਆ ਤੇ ਉਹਨਾਂ ਨੂੰ ਵੇਲੇ ਸਿਰ ਇਨਸਾਫ ਕਿੱਦਾਂ ਦੇਣਾ, ਕੋਈ ਗੱਲ ਨਹੀਂ। ਹਾਂ, ਬੀਬੀਆਂ ਨੂੰ ਘਰੇ ਬੈਠੀਆਂ ਨੂੰ ਜਾਣੀ ਚੀਜ਼ ਮੁਫਤ ਕਿੱਦਾਂ ਦੇਣੀ ਆ, ਠੋਕ ਵਜਾ ਕੇ ਆਪਾਂ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਉਹਨੂੰ ਲਾਲਚ ਕਹਾਂਗੇ। ਇਹਦੇ ਬਾਵਜੂਦ ਵੀ ਮੈਨੂੰ ਲੱਗਦਾ ਕਿ ਪੰਜਾਬ ਦੇ ਸਿਆਸੀ ਲੀਡਰਾਂ ਦੇ ਮੂੰਹ ਦੇ ਉੱਤੇ ਇੱਕ ਤਰ੍ਹਾਂ ਦੀ ਕਰਾਰੀ ਚਪੇੜ ਆ। ਪਿਛਲੀ ਵਾਰ ਦੇ ਮੁਕਾਬਲੇ 6% ਦੀ ਵੋਟਾਂ ਬੀਬੀਆਂ ਨੇ ਘੱਟ ਪਾਈਆਂ। ਜਾਣੀ ਜੇ ਸਾਡੇ ਲੀਡਰਾਂ ਨੂੰ ਅੱਜ ਵੀ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਠੂਠਾ ਫੜ ਕੇ ਉਹਨਾਂ ਦੇ ਠੂਠੇ 'ਚ ਤੁਸੀਂ ਕੁਛ ਵੀ ਪਾ ਦਿਓ, ਉਹਨਾਂ ਨੂੰ ਮੁਫਤ ਦਾ ਲਾਰਾ ਲਾ ਦਿਓ ਤੇ ਉਹਨਾਂ ਨੇ ਠੋਕ ਕੇ ਵੋਟਾਂ ਪਾ ਦੇਣੀਆਂ, ਨਤੀਜਾ ਪਤਾ ਨਹੀਂ ਕੀ ਆਉਣਾ। ਪਰ ਬੀਬੀਆਂ ਦਾ 6% ਦੀ ਪਿਛਲੀ ਵਾਰ ਦੇ ਮੁਕਾਬਲੇ ਵੋਟ ਘੱਟ ਪਾਉਣਾ, ਇਹ ਦੱਸਦਾ ਕਿ ਉਹਨਾਂ ਨੇ ਪੰਜਾਬ ਦੇ ਸਿਆਸਤਦਾਨ ਨੂੰ ਦੱਸਦਾ ਕਿ ਨਹੀਂ, ਸਾਨੂੰ ਤੁਸੀਂ ਚੰਗੀ ਸਿੱਖਿਆ ਦਿਓ, ਸਾਨੂੰ ਤੁਸੀਂ ਸਾਡੀ ਐਜੂਕੇਸ਼ਨ ਦੇ ਮੁਤਾਬਕ ਰੁਜ਼ਗਾਰ ਦਿਓ, ਸਾਨੂੰ ਉਹ ਚਾਹੀਦਾ।
ਠੂਠੇ ਦੇ ਵਿੱਚ ਦੂਰੋਂ ਜਿਹੜੀਆਂ ਖਰਾਤਾਂ ਮਾਰਦੀਆਂ ਸਾਨੂੰ ਉਹ ਨਹੀਂ ਚਾਹੀਦੀਆਂ। ਨਹੀਂ, ਇਹ ਦੇਖੋ ਅੰਦਾਜ਼ਾ ਹੀ ਆ, ਕਿਉਂਕਿ ਜਿੱਦਣ ਸਰਕਾਰ ਬਣੀ ਉਦੋਂ ਕੀ ਪਤਾ ਕਿਹੜੀ ਗੱਲ ਬਣ ਜਾਣੀ ਹੈ। ਤੇ ਉਦੋਂ ਸਭ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦੇ ਵਿੱਚ ਅਗਲੇ ਬੰਦੇ ਨੇ ਸਪੀਚ ਦੇਣੀ, ਉਹਨਾਂ ਨੇ ਆਣ ਕੇ ਕਹਿਣਾ, ਦੇਖੋ ਜੀ ਸਭ ਤੋਂ ਵੱਡੀ ਗੱਲ ਜਿਹੜੀ ਰਹੀ ਉਹ ਇਹ ਰਹੀ ਕਿ ਵੀ ਅਸੀਂ ਭੈਣਾਂ ਦੇ ਲਈ ਇਹ ਜਿਹੜੀ ਸਕੀਮ ਲਿਆਂਦੀ ਏ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਛੇਤੀ ਹੋ ਸਕੇ ਇਹਨੂੰ ਅਸੀਂ ਸ਼ੁਰੂ ਕਰ ਦਈਏ। ਇਹ ਵਰਡ ਜ਼ਰੂਰ ਕਹਿਣਾ ਪੈਣਾ, ਨਹੀਂ ਤਾਂ ਇਮੀਡੀਏਟਲੀ ਮਤਲਬ ਉਹ ਸੋਚਣਾ ਨਾ ਵੀ ਯਾਰ ਅੱਛਾ ਹੁਣ ਵੀ ਇਸ ਮਹੀਨੇ ਤੋਂ ਮਿਲਿਆ ਕਰਨਾ 1100 ਜਾਂ 2000, ਉਹਨੇ ਕਹਿਣਾ ਜਿੰਨੀ ਛੇਤੀ ਆਪਾਂ ਹੋ ਸਕੇ ਸ਼ੁਰੂ ਕਰਾਂਗੇ। ਫਿਰ ਉਸ ਤੋਂ ਬਾਅਦ ਕਿਉਂਕਿ ਹੋਣਾ ਤੇ ਉਦੋਂ ਹੀ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਣਾ, ਤੇ ਵਿਧਾਨ ਸਭਾ ਦਾ ਸੈਸ਼ਨ ਇੱਕ ਤਾਂ ਹੋ ਗਿਆ ਸ਼ੁਰੂ ਜਦੋਂ ਕਹਿੰਦੇ ਸਰਕਾਰ ਬਣਨੀ ਹੈ, ਫਿਰ ਜਿਉਂ ਉਹਨਾਂ ਨੇ ਉੱਠਣਾ ਫਿਰ ਉਹਨਾਂ ਨੇ ਉਹ ਚੜ੍ਹਦੇ ਸਿਆਲ ਤੱਕ ਨਹੀਂ ਲੱਭਣਾ। ਫਿਰ ਚੜ੍ਹਦੇ ਸਿਆਲ ਤੋਂ ਬਾਅਦ ਆਖਣਾ ਵੀ ਉਹ ਕੁਛ ਕਰ ਲਓ ਜੀ, ਕਰਦੇ ਆ ਜੀ, ਇਹ ਜੀ ਉਹ ਜੀ। ਉਹਨੇ ਜਿਹਨੂੰ ਇੱਕ ਅੱਧੀ ਟੀਮ ਉਹੀ ਜਿੱਦਾਂ ਆਉਂਦੀ ਹੁੰਦੀ ਬਾਹਰ, ਉਹ ਕਹਿੰਦੇ ਜੀ ਮੁਰਦਾਬਾਦ ਫਲਾਨੀ ਗੱਲ ਤੇ, ਮੁਰਦਾਬਾਦ ਫਲਾਨੀ ਗੱਲ ਤੇ, 3-4 ਲੀਡਰ ਇੱਦਾਂ ਉਹ ਜਿਹੜੇ ਮਾਰਸ਼ਲ ਆਪਣੇ ਵੀਰ ਉਹਨਾਂ ਨੇ ਚੁੱਕ ਕੇ ਬਾਹਰ ਕੱਢ ਦੇਣੇ ਆ। ਉਦੋਂ ਬਾਅਦ ਉਹਨਾਂ ਬਾਹਰ ਜਾ ਕੇ ਧਰਨਾ ਲਾ ਲੈਣਾ, ਆਪਣੇ ਵਾਲੇ ਭਾਈਚਾਰੇ ਨੂੰ ਫੇਕ ਖਬਰਾਂ ਲੱਭ ਜਾਣੀਆਂ ਵੀ ਚੰਗਾ ਕੋਈ ਗੱਲ ਨਹੀਂ, ਅੰਦਰ ਜੋ ਹੁੰਦਾ ਹੋਈ ਜਾਣਦੇ, ਆਹ ਬਾਹਰ ਵਾਲੇ ਦੀ ਸੁਣ ਲਈਏ। ਉਦੋਂ ਬਾਅਦ 3-4 ਦਿਨ ਰੌਲਾ ਰੱਪਾ ਪੈਣਾ, ਬੀਬੀਆਂ ਸੋਚਣਾ ਵੀ ਬੈਠੇ ਤੇ ਸੀਗੇ ਚੰਡੀਗੜ੍ਹ, ਕੁਛ ਦੱਸਿਆ ਉਹਨਾਂ ਨੇ ਪੈਸਿਆਂ ਪੂਸਿਆਂ ਦਾ, ਬਸ ਇੱਦਾਂ ਹੀ ਲੰਘ ਜਾਣ। ਕਿਉਂਕਿ ਦੇਖੋ ਬਹੁਤਾ ਚੱਕਰ ਨਹੀਂ ਹੈਗਾ, ਇਹ ਹੋ ਸਕਦਾ ਲੋਕਾਂ ਨੂੰ ਲੱਗਦਾ ਹੋਵੇ ਵੀ ਯਾਰ 5 ਸਾਲ ਨੇ ਕੁਛ ਕਰਨਗੇ, ਪਰ ਕੁਛ ਵੀ ਨਹੀਂ ਹੁੰਦਾ। ਵੱਧ ਤੋਂ ਵੱਧ 10 ਵਾਰ ਬਹਿਣਾ, ਤੇ 10 ਵਾਰੀਆਂ ਦੀ ਕਿੱਡੀ ਕੁ ਗੱਲਾਂ 'ਚੋਂ ਗੱਲ ਆ ਵੀ ਮੁਰਦਾਬਾਦ ਕਰਕੇ ਕੱਢੀ ਨਹੀਂ ਜਾ ਸਕਦੀ। ਦੇਖੋ ਸੰਧਾਲੀਆ ਸਾਹਿਬ, ਤੁਸੀਂ ਜਿੱਦਾਂ ਮਰਜ਼ੀ ਕਹੋ, ਮੈਨੂੰ ਪੰਜਾਬ ਦੇ ਲੀਡਰਾਂ ਦੇ ਉੱਤੇ ਕੋਈ ਸ਼ੱਕ ਨਹੀਂ। ਜਿੱਦਾਂ ਪਿਛਲੀ ਸਰਕਾਰ ਨੇ ਪੈਂਦੇ ਸਾਰੀ ਆਉਂਦੇ ਹੀ ਸਾਰੇ ਕਿਸਾਨਾਂ ਦਾ ਕਰਜ਼ ਮਾਫ ਕੀਤਾ, ਸਾਰਾ ਹੀ ਹੋ ਗਿਆ। ਜਾਣੀ ਕੋਈ ਪੰਜਾਬ ਦਾ ਕਿਸਾਨ ਇਸ ਵੇਲੇ ਕਰਜ਼ਾਈ ਨਹੀਂ। ਉਹ ਤਾਂ ਸਗੋਂ ਸਵੇਰੇ ਉੱਠ ਕੇ ਕਹਿੰਦੇ ਆ ਕਿ ਜੇ ਅੱਗੇ ਚਿੱਠੀ ਆਉਂਦੀ ਹੁੰਦੀ, ਪੋਸਟ ਕਾਰਡ ਆਉਂਦਾ ਹੁੰਦਾ ਸੀ ਅੱਗੇ ਕਿ ਤੁਹਾਡੀ ਕਿਸ਼ਤ 16,394 ਰੁਪਈਏ ਇਸ ਮਿਤੀ ਤੱਕ ਇਸ ਸੁਸਾਇਟੀ ਜਾਂ ਇਸ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇ। ਜੇ ਤੁਸੀਂ ਜਮ੍ਹਾਂ ਕਰਵਾ ਚੁੱਕੇ ਹੋ ਤਾਂ ਇਹਨੂੰ ਇਗਨੋਰ ਕੀਤਾ ਜਾਵੇ। ਜੇ ਤੁਸੀਂ ਜਮ੍ਹਾਂ ਨਹੀਂ ਕਰਵਾਈ ਵੇਲੇ ਸਿਰ ਤਾਂ ਤੁਹਾਨੂੰ ਜੁਰਮਾਨਾ ਲੱਗ ਸਕਦਾ ਜਾਂ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਥੱਲੇ ਲਿਖਿਆ ਹੁੰਦਾ 77 ਜਾਂ ਕੈਸ਼ੀਅਰ। ਹੁਣ ਜੇ ਕੋਈ ਚਿੱਠੀ ਆਉਂਦੀ ਵੀ ਹੈ, ਕਿਉਂਕਿ ਕਰਜ਼ਾ ਤਾਂ ਸਾਰੇ ਮਾਫ ਹੋ ਗਿਆ, ਆਮਦਨ ਕਿਸਾਨ ਦੀ ਦੁੱਗਣੀ ਹੋ ਗਈ। ਹੁਣ ਉੱਥੇ ਮੰਨ ਲਓ ਕਿ ਪਾਪਾ ਜੀ ਰਜਾਈ 'ਚ ਬੈਠੇ ਆ, ਮਾਰੋ ਇੱਕ ਟਨ ਡਾਕੀਆ ਸਾਹਿਬ ਨੇ ਘੰਟੀ ਮਾਰੀ ਤਾਂ ਐ ਚੱਕ ਕੇ ਚਿੱਠੀ ਮਾਰੀ। ਉਹ ਕਹਿੰਦੇ ਦੇਖੋ ਯਾਰ ਕਿਸੇ ਬੈਂਕ ਦੇ ਵਿੱਚ ਪੈਸੇ ਵੱਧ ਗਏ ਹੋਣੇ, ਤੇ ਉਹ ਕਹਿੰਦੇ ਉਹਨੇ ਕਦੇ ਕਢੂ ਵੀ ਲਿਆ ਕਰੋ, ਬੱਚਤ ਖਾਤਾ ਹੀ ਓਵਰਫਲੋ ਹੋਇਆ ਫਿਰਦਾ। ਆਹ ਹੋ ਵੀ ਸਕਦਾ, ਮਤਲਬ ਇਹ ਚਿੱਠੀਆਂ ਆਪਾਂ ਉਡੀਕਦੇ ਹਾਂ, ਪਰ ਇਹੋ ਜਿਹੀ ਗੱਲ ਹੈ ਕੋਈ ਨਹੀਂ। ਇਹ ਇੱਕ ਚੀਜ਼ ਆਪਾਂ ਹੋਰ ਜ਼ਿਕਰ ਕਰੀਏ ਇੱਥੇ, ਉਹ ਇਹ ਆ ਕਿ ਵੀ ਕੱਲ੍ਹ ਜਦੋਂ ਆਪਾਂ ਆਉਂਦੇ ਸੀ ਜੀ, ਉਦੋਂ ਆਪਾਂ ਉਹ ਛੋਟੀਆਂ ਖੇਤੀਆਂ ਵੀ ਵੇਖੀਆਂ। ਹਾਲਾਂਕਿ ਉਹ ਉੱਚੀ ਨੀਵੀਂ ਜ਼ਮੀਨ ਹੈ, ਪਰ ਉਹਦੇ ਬਾਵਜੂਦ ਵੀ ਉਸੇ ਤਰ੍ਹਾਂ ਵਗਦੀ ਹੈ, ਉਸੇ ਤਰ੍ਹਾਂ ਟਰੈਕਟਰ ਚੱਲਦੇ ਆਪਾਂ ਦੇਖੇ। ਹੁਣ ਉਹ ਜਿਹੜੇ ਕਿਸਾਨ ਸੀ, ਮੈਂ ਸੋਚਦਾ ਸੀ ਵੀ ਕਾਸ਼ ਇਹਨਾਂ ਨੂੰ ਆਪਾਂ ਪੰਜਾਬੀ 'ਚ ਸਮਝਾ ਸਕਦੇ ਜੀ ਵੀ ਭੋਲਿਓ ਕਿੱਥੇ ਤੁਰੇ ਫਿਰਦੇ ਯਾਰ, ਤੁਸੀਂ ਵਾਹੀਆਂ ਕਰਦੇ, ਕਿਤੇ ਪੰਜਾਬ 'ਚ ਹੁੰਦੇ ਤੁਹਾਡਾ ਕਰਜ਼ ਹੀ ਮਾਫ ਕਰਾ ਦਿੰਦੇ ਯਾਰ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮੈਨੂੰ ਨਾ ਚੇਤੇ ਆ ਗਈ, ਇੱਥੇ MLA ਸਾਹਿਬ ਨੇ ਜਗਰੂਪ ਬਰਾੜ ਹੋਰੀ, ਉਹਨਾਂ ਦੇ ਨਾਲ ਪਿਛਲੇ ਦਿਨ ਗੱਲ ਕੀਤੀ। ਉਹ ਕਹਿੰਦੇ ਜੀ $300 ਸਾਲ ਦੀ ਇੰਸ਼ੋਰੈਂਸ, $300 ਇੱਥੇ ਦਾ 300 ਰੁਪਈਆ। ਜੇ 60 ਏਕੜ ਤੱਕ ਵੀ ਤੁਹਾਡੀ ਜ਼ਮੀਨ ਹੈ ਤੇ ਉਹ $300 ਤੁਸੀਂ ਸਾਲ ਦਾ ਦੇਣਾ ਹੈ, ਤੇ ਤੁਸੀਂ ਕਈ ਲੱਖ ਡਾਲਰ ਦੀ ਤੁਹਾਡੀ ਇੰਸ਼ੋਰੈਂਸ ਹੋ ਜਾਂਦੀ ਹੈ। ਮੈਂ ਇਹ ਸੋਚ ਰਿਹਾ ਸੀ ਕਿ ਇੰਨੀ ਕੁ ਗੱਲ ਦਾ ਹੀ ਨੁਕਤਾ ਫੜ ਲਈਏ ਕਿ ਪੰਜਾਬ ਦੇ ਵਿੱਚ ਠੀਕ ਹੈ, ਖੇਤੀ ਕੁਦਰਤ ਦੇ ਉੱਤੇ ਨਿਰਭਰ ਕਰਦੀ ਹੈ। ਤੁਸੀਂ ਭਲਿਓ ਲੋਕੋ ਆ ਸਿਲੰਡਰ ਜੂ ਦੇਣ ਡਏ ਆ 1000 ਰੁਪਈਆ 1500 ਰੁਪਈਆ, ਕਿਉਂਕਿ ਜਿਹੜੀਆਂ ਬੀਬੀਆਂ ਨੂੰ ਪੈਸੇ ਦੇਣੇ ਆ ਉਹ ਵੀ ਉਹਨਾਂ ਪਰਿਵਾਰਾਂ ਦੇ ਵਿੱਚੋਂ ਹੀ ਆ। ਤੁਸੀਂ ਖੇਤੀਬਾੜੀ ਦੀ ਇੰਸ਼ੋਰੈਂਸ ਦਾ ਪ੍ਰਬੰਧ ਕਰੋ ਠੋਕ ਕੇ, ਇਸ ਢੰਗ ਦੇ ਨਾਲ ਪ੍ਰਬੰਧ ਕਰੋ ਕਿ ਉਹ ਪੈਸੇ ਕੰਪਨੀਆਂ ਦੇ ਕੋਲ ਨਾ ਜਾਣ। ਇੰਨਾ ਕੁ ਉਹਦਾ ਮੁੱਢਲੀ ਰਾਸ਼ੀ ਰੱਖੋ ਕਿ ਕਿਸਾਨ ਤੇ ਮਜ਼ਦੂਰ ਉਹ ਪੈਸੇ ਦੇ ਸਕਣ, ਤੇ ਇੰਸ਼ੋਰੈਂਸ ਦਾ ਦਾਇਰਾ ਵੀ ਇਦਾਂ ਦਾ ਹੋਵੇ ਕਿ ਜੇ ਕਿਸਾਨ ਦੀ ਫਸਲ ਮਰਦੀ ਹੈ ਪੈਸੇ ਉਹਨੂੰ ਵੀ ਮਿਲਣ, ਉਸ ਕਿਸਾਨ ਦੇ ਨਾਲ ਜਿਹੜਾ ਕੰਬਾਈਨ ਵਾਲਾ ਪੈਸੇ ਉਹਨੂੰ ਵੀ ਮਿਲਣ, ਜਿਹੜਾ ਥ੍ਰੈਸ਼ਰ ਵਾਲਾ ਪੈਸੇ ਉਹਨੂੰ ਵੀ ਮਿਲਣ। ਇਹਦੇ ਤੋਂ ਇਲਾਵਾ ਜਿਹੜਾ ਖੇਤ ਦੇ ਵਿੱਚ ਮਜ਼ਦੂਰ ਕੰਮ ਕਰਦਾ ਪੈਸੇ ਉਹਨੂੰ ਵੀ ਮਿਲਣ। ਜੇ ਫਸਲ ਘੱਟ ਹੁੰਦੀ ਹੈ ਤਾਂ ਮੰਡੀ ਜਿਹੜਾ ਪੱਲੇਦਾਰ ਰੱਖਿਆ ਪੈਸੇ ਉਹਨੂੰ ਵੀ ਮਿਲਣ। ਕਿੱਡੀ ਕੁ ਵੱਡੀ ਗੱਲ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਲਾ ਕੇ ਦੇਖਣਾ। ਪਰ ਲੀਡਰ ਨੇ ਭਾਈ ਰੇਤ ਦੀਆਂ ਖੱਡਾਂ ਦਾ ਹਿਸਾਬ ਲਾਉਣ ਕਿ ਬਾਕੀ ਕਿਸੇ ਚੀਜ਼ ਦਾ ਹਿਸਾਬ ਲਾਉਣ, ਉਹ ਤਾਂ ਲੀਡਰਾਂ ਨੂੰ ਪਤਾ। ਆਹ ਬੜੀ ਵਧੀਆ ਗੱਲ ਮੇਰੇ ਦਿਮਾਗ 'ਚ ਆਈ, ਇੱਕ ਉਹਦੀ ਹੈਲਥ ਇੰਸ਼ੋਰੈਂਸ ਜੀ। ਇੱਧਰ ਆਪਾਂ ਦੇਖਦੇ ਹਾਂ ਹੁਣ ਉਹੀ ਹੈਲਥ ਇੰਸ਼ੋਰੈਂਸ ਜਿਹੜੀ ਹੈ ਜੇ ਉੱਧਰ ਮੰਨ ਲਓ ਕਰਵਾਤੀ ਜਾਵੇ ਵੀ 1000 ਰੁਪਈਆ ਤੁਸੀਂ ਕਹਿੰਦੇ ਵੀ ਅਸੀਂ ਬੀਬੀਆਂ ਨੂੰ ਦੇਣਾ, ਮੈਂ ਨਾ ਵੀ ਉਹ 1000 ਰੁਪਈਏ ਤੁਸੀਂ ਪਰਿਵਾਰ ਨੂੰ ਦੇ ਦਿਓ। ਜਿਵੇਂ ਗਲਤ ਨਾ ਹੋਵਾਂ ਤੇ ਸ਼ਾਇਦ ਮੋਟਾ ਜਾਂ 1000 ਨਹੀਂ ਤੇ 1500 ਰੁਪਈਆ ਦੇ ਕੇ ਉਹ ਪਰਿਵਾਰ ਦੀ ਹੈਲਥ ਇੰਸ਼ੋਰੈਂਸ ਹੋ ਜਾਣੀ ਵੀ ਆਹ ਲਓ ਜੀ ਆਹ ਤੁਹਾਡੀ ਇੰਸ਼ੋਰੈਂਸ ਹੈ, ਕਿਸ਼ਤ ਅਸੀਂ ਦੇਈ ਜਾਣੀ ਹੈ। ਜਿੱਦਾਂ ਤੁਹਾਨੂੰ ਕਿਤੇ ਕੋਈ ਲੋੜ ਪਈ ਤੇ ਤੁਸੀਂ ਭਾਵੇਂ ਜਿਹੜੇ ਮਰਜ਼ੀ ਹਸਪਤਾਲ 'ਚ ਜਾ ਕੇ ਇਲਾਜ ਕਰਾ ਲਿਓ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਮੈਨੂੰ ਇੱਕ ਲੀਡਰ ਦੀ ਗੱਲ ਚੇਤੇ ਆ ਗਈ, ਯਾਨੀ ਸਾਡੇ ਲੀਡਰਾਂ ਦੀ ਸੋਚ ਦਾ ਦਾਇਰਾ ਕਿੰਨਾ ਵਿਸ਼ਾਲ ਆ। ਉਹ ਲੀਡਰ ਸਾਹਿਬ ਕਹਿਣ ਪੈਸੇ ਦੇਣੇ ਆ, ਬੀਬੀਆਂ ਦੇ ਖਾਤੇ 'ਚ ਪੈਸੇ ਆਉਣਗੇ,
ਬੀਬੀਆਂ ਨੇ ਸੂਟ ਸਵਾਉਣਾ, ਘਰ ਵਾਲੇ ਪੈਸੇ ਨਹੀਂ ਦਿੰਦੇ ਹੁੰਦੇ ਕਈ ਵਾਰੀ, ਉਹ ਸੂਟ ਲੈ ਸਕਣਗੀਆਂ। ਉਹ ਆਏ ਦੋਤੇ ਦੋਤੀ ਦੇ ਹੱਥ ਦੇ ਉੱਤੇ ਪੈਸੇ ਰੱਖ ਸਕਣਗੀਆਂ। ਮੈਂ ਕਿਹਾ ਠੀਕ ਆ ਬਈ, ਸੂਟ ਸਵਾ ਕੇ ਜਾਣਾ ਕਿੱਥੇ ਆ? ਹੈਲਥ ਸਿਸਟਮ ਤੁਹਾਡਾ ਠੀਕ ਨਹੀਂ, ਖਾਣ ਪੀਣ ਦੀਆਂ ਵਸਤਾਂ ਤੁਹਾਡੀਆਂ ਜ਼ਹਿਰੀਲੀਆਂ, ਸੂਟ ਪਾ ਕੇ ਖਬਰ ਲੈਣਾ ਹਸਪਤਾਲ ਜਾਣਾ, ਸੂਟ ਪਾ ਕੇ ਕਿਸੇ ਦੇ ਅਫਸੋਸ ਤੇ ਜਾਣਾ, ਸੂਟ ਪਾ ਕੇ ਤੁਸੀਂ ਕਿਸੇ ਦੇ ਘਰੇ ਜਾਣਾ ਕਿ ਬੀਬੀ ਹੁਣ ਠੀਕ ਆ, 3 ਮਹੀਨੇ ਹਸਪਤਾਲ ਲਾ ਕੇ ਆਈ ਆ। ਰੌਲਾ ਇਸ ਗੱਲ ਦਾ ਕਿ ਠੀਕ ਹੈ ਤੁਸੀਂ ਉਹ 1000 1100 2100 ਰੁਪਈਆ ਦੇ ਕੇ ਸੂਟ ਤਾਂ ਲੈ ਦਿਓਗੇ, ਪਰ ਉਹਨੂੰ ਜਾਣ ਜੋਗੇ ਵੀ ਕਰ ਲਓ, ਪੰਜਾਬ ਨੂੰ ਨਰੋਆ ਕਰਨਾ ਉਧਰਲੇ ਪਾਸੇ ਵੀ ਧਿਆਨ ਰੱਖ ਲਓ। ਪਰ ਕੋਈ ਗੱਲ ਨਹੀਂ, ਜਿੱਦਾਂ ਕਿ ਲੋਕਾਂ ਨੇ ਵੱਟ ਕੱਢਿਆ, ਬਿਨਾਂ ਪ੍ਰੈਸ ਤੋਂ ਕੱਪੜੇ ਸਿੱਧੇ ਕੀਤੇ ਆ ਸਿਆਸੀ ਲੀਡਰਾਂ ਦੇ, 2027 ਤੱਕ ਜਾਂਦਿਆਂ ਸੰਧਾਲੀਆ ਸਾਹਿਬ ਦੇਖਿਓ ਸਹੀ, ਤੁਸੀਂ ਰੇਤ ਦੀ ਖੱਡ ਵਾਲੇ ਮੂੰਹ ਨਹੀਂ ਕਰਿਆ ਕਰਨਾ। ਤੇ ਹੋਰ ਰਹਿਣੀ ਨਹੀਂ ਰੇਤ ਹੁੰਦਾ, ਫਿਰ ਕੱਲ ਹੀ ਮੂੰਹ ਕਰਨਾ, ਬਸ ਫਿਰ ਥੋੜਾ ਜਿਹਾ ਚੇਂਜ ਕਰਨਾ ਪੈਣਾ। ਹੁਣ 1100 ਦਿੱਤਾ, ਫਿਰ ਅਸੀਂ 2100 ਕਰ ਦੇਣਾ, ਸਕੂਟੀ ਦੀ ਜਗ੍ਹਾ ਤੇ ਬਹੁਤੀ ਗੱਲ ਤੇ ਕਾਰ ਕਹਿ ਦਾਂਗੇ ਨਿੱਕੀ ਮੋਟੀ, ਹੈ ਨਾ, ਤੇ ਬਹੁਤੀ ਕੋਈ ਐਡਾ ਕੋਈ ਟੈਨਸ਼ਨ ਵਾਲੀ ਗੱਲ ਹੈ ਨਹੀਂ, ਥੋੜ੍ਹੇ ਵਧਾਉਣਾ ਪੈਣਾ ਲਾਰਾ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ, ਮੈਂ ਸੋਚ ਰਿਹਾ ਤੁਸੀਂ ਇਹ ਦੇਖੋ ਨਾ, ਅਸੀਂ ਕਿਹਾ ਸੀ ਨਾ ਸਮੁੱਚੇ ਪੰਜਾਬ ਦਾ ਕਰਜ਼ਾ ਮਾਫ ਨਹੀਂ ਕੀਤਾ, ਕਿਸੇ ਕਿਹੜਾ ਲੱਤ ਤੋੜ ਲਈ? ਨਹੀਂ ਲੱਤ ਬਿਲਕੁਲ ਨਹੀਂ ਤੋੜੀ, ਮਗਰ ਉਦਾਂ ਹੀ ਜਿੰਦਾਬਾਦ ਹੁੰਦੇ ਸੀ, ਐਨ ਉਦਾਂ ਹੀ ਜਿੰਦਾਬਾਦ ਹੋਈ ਜਾਂਦੀ ਹੈ। ਪਰ ਇੰਨੀ ਗੱਲ ਜ਼ਰੂਰ ਹੈ ਕਿ ਉਹ ਪਿੰਡ, ਜਿਨ੍ਹਾਂ ਪਿੰਡਾਂ ਦੇ ਵਿੱਚ ਵੋਟਾਂ ਨੇੜੇ ਸਵਾਲ ਪੁੱਛੇ ਆ, ਹੁਣ ਤੁਸੀਂ ਚਾਹੇ ਭੋਗ ਤੇ ਜਾਇਓ, ਚਾਹੇ ਵਿਆਹ ਤੇ ਜਾਇਓ, ਰਾਤ ਰੂਤ ਨੂੰ ਜਾਓਗੇ 2-3 ਦਿਨ, ਮਾਈਏ ਤੇ ਜਾਏ ਉਦੋਂ ਲੋਕ ਘੱਟ ਹੁੰਦੇ ਆ ਵੀ ਠੀਕ ਰਹੋਗੇ। ਪਰ ਜੇ ਤੁਸੀਂ ਕਹੋ ਕਿ ਬਰਾਤ ਤੇ ਜਾਣਾ, ਹੁਣ ਐ ਪਿੱਛੇ ਖੜ ਕੇ ਆਲੇ ਦੁਆਲੇ 5 ਬੰਦੇ ਇੱਧਰ ਤੇ 5 ਬੰਦੇ ਇੱਧਰ ਖੜੇ ਕਰਕੇ ਯਾਦਗਾਰੀ ਫੋਟੋ ਨਹੀਂ ਮੁੰਡੇ ਕੁੜੀ ਦੇ ਪਿੱਛੇ ਖੜ ਕੇ ਖਿਚਾ ਹੋਣੀ, ਕਿਉਂਕਿ ਤੁਸੀਂ ਫੋਟੋ ਖਿਚਾਉਣੀ ਹੈ, ਸਟੇਜ ਤੋਂ ਥੱਲੇ ਜਾਂਦੇ ਲੋਕਾਂ ਨੇ ਸਵਾਲਾਂ ਦੇ ਰੂਪ 'ਚ ਖਿੱਚ ਲੈਣੇ। ਦੇਖੋ WhatsApp ਉਹ ਗੱਲਾਂ ਸਾਰੀਆਂ ਤੁਹਾਡੀਆਂ ਸਹੀ ਆ, ਪਰ ਇਹ ਸਾਰਾ ਕੁਝ ਤੇ ਹੋਊਗਾ ਤਾਂ ਨਾ ਪਹਿਲਾਂ ਸਰਕਾਰ ਦਾ ਪਤਾ ਲੱਗੇ ਵੀ ਕਿਹਦੀ ਬਣ ਗਈ, ਵੀ 10 ਤਰੀਕ ਸ਼ਾਮ ਨੂੰ ਕਿੱਥੇ ਭੰਗੜੇ ਪੈਂਦੇ ਆ, ਕਿੱਥੇ ਥੋੜਾ ਜਿਹਾ ਅਫਸੋਸ ਜਿਹਾ ਹੁੰਦਾ, ਤੇ ਕਿੱਥੇ ਵੀ ਅਗਲਾ ਕਹਿੰਦਾ ਵੀ ਹੁਣ ਕੁੰਡਾ ਲਾ ਦੇ, ਕੁੰਡਾ ਘੂਰ ਨਾ ਆਵੇ, ਕਹਿੰਦੇ ਕਿ ਕੁਛ ਨਹੀਂ ਸਲਾਹ ਕਰਨੀ ਹੈ ਹੁਣ ਕਰਨਾ ਕੀ ਆ, ਆਪਾਂ ਉਹਦਾ ਕਰ ਲਈਏ। ਤੇ ਹੋ ਸਕਦਾ ਵੀ 10 ਦੀ ਰਾਤ ਨੂੰ ਲੋਕ ਸੌਣ ਪਈਏ, ਯਾਰ ਇਹ ਅੱਛਾ ਪਤਾ ਹੈ ਹੁਣ ਕੀ ਬਣਨਾ ਹੈ, ਤੇ ਸਵੇਰੇ ਜਦੋਂ ਅਜੇ ਦਿਨ ਚੜ੍ਹੇ ਹੋਵੇ ਨਾਲ ਹੀ ਰੌਲਾ ਰੱਪਾ ਪੈ ਜੇ ਵੀ ਉਹ ਤੇ ਸਾਰੇ ਇਕੱਠੇ ਹੋ ਗਿਆ। ਦੇਖੋ ਸੰਧਾਲੀਆ ਸਾਹਿਬ, ਟਿੱਪਣੀਆਂ ਵੀ ਸਾਰੀਆਂ ਇੱਦਾਂ ਹੀ ਆਈ ਜਾਂਦੀਆਂ ਕਿ ਭਾਈ ਸਰਕਾਰ ਦੱਸੋ ਕਿਹਦੀ ਬਣਨੀ ਆ, ਰੇਤਾ ਰੂਤਾ ਛੱਡੋ, ਬਾਕੀ ਸਾਰੀਆਂ ਗੱਲਾਂ ਬਾਅਦ 'ਚ ਅਸੀਂ ਦੇਖ ਲਾਂਗੇ। ਹੁਣ ਤੁਹਾਡੀ ਗੱਲ ਠੀਕ ਹੈ। ਦੇਖੋ ਆਪਾਂ ਇੱਕ ਤਾਂ ਇਹ ਮੰਨ ਕੇ ਚੱਲਦੇ ਹਾਂ ਕਿ ਜੇ 10 ਮਾਰਚ ਨੂੰ ਦੁਪਹਿਰ ਤੱਕ ਕਿਸੇ ਧਿਰ ਨੂੰ ਪੂਰਨ ਬਹੁਮਤ ਮਿਲ ਗਿਆ, ਫਿਰ ਤਾਂ ਕੰਮ ਹੀ ਖਤਮ ਹੈ। ਫਿਰ ਤਾਂ ਇਹੀ ਗੱਲ ਹੈ ਨਾ ਕਿ ਮੰਤਰੀ ਕਿਹਨੂੰ ਬਣਾਉਣਾ, ਕਿਹੜਾ ਗੁੱਸੇ ਹੋ ਗਿਆ, ਮਹਿਕਮਾ ਕਿਹਦਾ ਕਿਹਨੂੰ ਮਿਲਣਾ, ਮੁੱਖ ਮੰਤਰੀ ਦਾ ਪਤਾ ਹੀ ਹੈ, ਕਿਸੇ ਵੀ ਧਿਰ ਦਾ ਬੰਦਾ ਬਣ ਜਾਏ। ਰੌਲਾ ਇਹ ਹੈ ਕਿ ਜੇ ਪੂਰਨ ਬਹੁਮਤ ਨਾ ਮਿਲਿਆ, ਜੇ ਅੱਧ ਵਿਚਾਲੇ ਗੱਲ ਫਸ ਗਈ, ਜੇ 3-4 ਪਾਰਟੀਆਂ ਬਰਾਬਰ ਐ ਭੱਜਦੀਆਂ, ਫਿਰ ਹੋਏਗਾ ਕੀ? ਹਾਂ, ਸਿਆਸੀ ਲੀਡਰਾਂ ਨੇ 20 ਫਰਵਰੀ ਸ਼ਾਮ ਤੋਂ ਹੀ ਆਪਣੀ ਤੋਰ ਬਦਲਣੀ ਸ਼ੁਰੂ ਕਰਤੀ ਹੈ। ਉਹ ਲੀਡਰ ਜਿਹੜੇ ਪਹਿਲਾਂ ਕਹਿੰਦੇ ਸੀ ਬਾਕੀ ਸਾਰੀਆਂ ਪਾਰਟੀਆਂ ਮਾੜੀਆਂ, ਇਹਨਾਂ ਨੇ ਪੰਜਾਬ ਤਬਾਹ ਕਰ ਦੇਣਾ, ਇਹਨਾਂ ਨੇ ਪੰਜਾਬ ਦੇ ਪੱਲੇ ਛੱਡਣਾ ਫੱਕਾ ਨਹੀਂ, ਤੁਸੀਂ ਪੂਰਨ ਬਹੁਮਤ ਦੀ ਸਰਕਾਰ ਬਣਾਓ, ਸਾਡੀ ਹੀ ਪਾਰਟੀ ਚੰਗੀ ਹੈ। ਉਹ ਕਹਿਣ ਲੱਗ ਪਏ ਹੌਲੀ ਦਿਨੀ, ਸਿੱਧਾ ਨਹੀਂ ਕਹਿੰਦੇ, ਦੇਖੋ ਜੀ ਜੋ ਕਰਾਂਗੇ ਪੰਜਾਬ ਦੇ ਭਲੇ ਲਈ ਕਰਾਂਗੇ, ਦੇਖੋ ਜੀ ਜੋ ਕੁਝ ਕਰਨਾ ਹੈ ਲੋਕਾਂ ਦੇ ਹਿਸਾਬ ਨਾਲ ਕਰਨਾ ਹੈ, ਇਹ ਲੋਕਤੰਤਰ ਹੈ, ਇਹਦੇ ਵਿੱਚ ਕਈ ਵਾਰੀ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਪੈਂਦੀਆਂ। ਜੇ ਕਿਸੇ ਦੇ ਨਾਲ ਜੁੜਨਾ ਵੀ ਪਿਆ ਤੇ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਣਾਵਾਂਗੇ, ਜੇ ਗੱਠਜੋੜ ਕਰਨਾ ਵੀ ਪਿਆ ਉਸ ਪ੍ਰੋਗਰਾਮ ਦੇ ਮੁਤਾਬਕ ਕਰਾਂਗੇ, ਜੇ ਉਸ ਪ੍ਰੋਗਰਾਮ ਤੋਂ ਦੂਸਰੀ ਪਾਰਟੀ ਬਾਹਰ ਜਾਊਗੀ, ਸਾਨੂੰ ਸਰਕਾਰ ਬਣਾਉਣ ਦਾ ਲਾਲਚ ਨਹੀਂ। ਮੈਨੂੰ ਲੱਗਦਾ ਸੰਧਾਲੀਆ ਸਾਹਿਬ ਕਿ 2 ਬੰਦਿਆਂ ਦੀ ਵੁਕਤ ਸਭ ਤੋਂ ਵੱਧ ਹੋਏਗੀ ਜੇ ਆਹੀ ਕੁਛ ਰਹਿੰਦਾ। ਕਿਹੜੇ? ਇੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਸਿਰਸਾ ਸਾਹਿਬ ਤਾਂ ਚੋਣ ਵੀ ਨਹੀਂ ਲੜ ਰਹੇ। ਹੁਣ ਤੁਸੀਂ ਦੇਖੋ ਕਿ ਜੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ, ਉਹਦੇ ਵਿੱਚ 2-3 ਹਾਲਾਤ ਹੋ ਸਕਦੇ ਆ। ਕਿਸੇ ਲੀਡਰ ਨੇ ਸਾਫ਼ ਨਹੀਂ ਕਿਹਾ, ਪਰ ਅਤੀਤ ਦੱਸਦਾ ਹੈ। ਇੱਕ ਤਾਂ ਇਹ ਹੋ ਸਕਦਾ ਹੈ ਕਿ ਅਕਾਲੀ ਦਲ ਬਸਪਾ ਦਾ ਗੱਠਜੋੜ ਹੈ, ਦੂਸਰੇ ਪਾਸੇ ਭਾਜਪਾ ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ, ਸੀਟਾਂ ਕਿੰਨੀਆਂ ਮਿਲਦੀਆਂ ਪਤਾ ਨਹੀਂ, ਪਰ ਜੇ ਕਿਸੇ ਵੀ ਧਿਰ ਨੂੰ ਬਹੁਮਤ ਨਹੀਂ ਮਿਲਦਾ ਤਾਂ ਅਕਾਲੀ ਦਲ ਤੇ ਬਸਪਾ ਵਾਲੇ ਗੱਠਜੋੜ ਦੇ ਵਿੱਚ ਹੈ। ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰਦਾ ਰਿਹਾ, ਢੀਂਡਸਾ ਸਾਹਿਬ ਅਕਾਲੀ ਦਲ ਦੇ ਵਿੱਚੋਂ ਹੀ ਗਏ ਆ। ਹੋ ਸਕਦਾ ਕਿ ਉਹਨਾਂ ਸਥਿਤੀਆਂ ਦੇ ਵਿੱਚ ਫਿਰ ਇੱਕੋ ਹੀ ਬਿਆਨ ਆਉਣਾ, ਆਮ ਆਦਮੀ ਪਾਰਟੀ ਇਹ ਤਾਂ ਦੇਸ਼ ਵਿਰੋਧੀ ਹੈ ਜੀ। ਉਹਨਾਂ ਨੇ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਨੂੰ ਬਚਾਉਣ ਦੇ ਲਈ ਆਹ 5-7 ਮਦਾਂ ਨੇ, ਇਹਨਾਂ ਮਦਾਂ ਦੇ ਅਧੀਨ ਅਸੀਂ ਮਜਬੂਰੀ ਦੇ ਵਿੱਚ ਭਾਵੇਂ ਇਕੱਠੇ ਹੋ ਕੇ ਚੱਲੀਏ, ਪਰ ਅਸੀਂ ਆਮ ਆਦਮੀ ਪਾਰਟੀ ਦੇ ਹੱਥ ਸੂਬਾ ਨਹੀਂ ਆਉਣ ਦੇਣਾ, ਕਿਉਂਕਿ ਸਰਹੱਦੀ ਸੂਬਾ ਆ ਨਾ, ਕਿਉਂਕਿ ਡਰੋਨ ਚੱਲਦੇ ਆ ਨਾ,
ਕਿਉਂਕਿ ਹਥਿਆਰ ਆਉਂਦੇ ਆ ਨਾ, ਕਿਉਂਕਿ ਨਸ਼ਾ ਆਉਂਦਾ ਹੈ। ਇਸ ਕਰਕੇ ਪੰਜਾਬ ਦੀ ਬਿਹਤਰੀ ਦੇ ਲਈ ਅਸੀਂ ਥੋੜੇ ਜਿਹੇ ਅਸੂਲ ਸੱਜੇ ਖੱਬੇ ਕਰਕੇ ਇਦਾਂ ਕਰਦੇ ਆ, ਫਿਰ ਹੋ ਸਕਦਾ ਹੈ ਕੈਪਟਨ ਸਾਹਿਬ, ਢੀਂਡਸਾ ਸਾਹਿਬ, ਭਾਜਪਾ, ਅਕਾਲੀ ਦਲ ਤੇ ਬਸਪਾ ਇੱਕ ਸਥਿਤੀ ਦੇ ਵਿੱਚ ਆ ਜਾਣ। ਇਹ ਇੱਕ ਹਾਲਾਤ ਹੋ ਸਕਦੇ ਆ ਜੇ ਪੰਜਾਬ ਦੇ ਵਿੱਚ ਕਿਸੇ ਵੀ ਧਿਰ ਨੂੰ ਪੂਰਨ ਬਹੁਮਤ ਨਹੀਂ ਮਿਲਦਾ ਤਾਂ। ਇਹਦੇ 'ਚ ਇੱਕ ਚੀਜ਼ ਆਪਾਂ ਐਡ ਕਰੀਏ, ਇਹ ਤਾਂ ਤੁਸੀਂ ਦੱਸਿਆ ਵੀ ਸਰਹੱਦੀ ਸੂਬਾ ਜੀ, ਇੱਕ ਮੇਰੇ ਖਿਆਲ ਨਾਲ ਜਿਹੜਾ ਡਾਇਲੌਗ ਬਹੁਤ ਪਹਿਲਾਂ ਤੋਂ ਹੋ ਸਕਦਾ ਵੀ ਕਈ ਨਿਆਣੇ ਵਿਚਾਰੇ ਜੰਮ ਕੇ ਜਵਾਨ ਹੋ ਗਏ ਉਦੋਂ ਦਾ ਸੁਣਦੇ ਆਉਂਦੇ ਆ, ਉਹ ਅਜੇ ਵੀ ਭਾਈਚਾਰਕ ਸਾਂਝ ਬੜੀ ਜ਼ਰੂਰੀ ਹੈ। 9 ਮਾਸ ਦਾ ਰਿਸ਼ਤਾ। ਹੁਣ ਮੈਨੂੰ ਇਹ ਸਮਝ ਨਹੀਂ ਆਇਆ ਵੀ ਹੈ ਤਾਂ ਸਾਰੇ ਦੇਸ਼ ਦੇ ਵਿੱਚ ਹੀ ਸਾਰੇ ਧਰਮਾਂ ਦੇ ਜਾਤਾਂ ਦੇ ਲੋਕ ਰਹਿੰਦੇ ਆ, ਪਰ ਪਤਾ ਨਹੀਂ ਅਚਾਨਕ ਕਿਉਂ ਪੰਜਾਬ ਦੇ ਵਿੱਚ ਉਹਨਾਂ ਨੂੰ ਨਾ ਜੋੜ ਕੇ ਧੱਕੇ ਨਾਲ ਉਹ ਕਹਿੰਦੇ ਵੀ ਨਾ ਤੁਸੀਂ ਥੋੜਾ ਜੁੜੇ ਆ, ਅਸੀਂ ਜੋੜਿਆ ਤੁਹਾਨੂੰ। ਹਾਂ, ਗਵਾਂਢੀ ਭਾਵੇਂ ਰੋਜ਼ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਰਹਿੰਦੇ ਹੋਣ ਨਾ, ਉਹ ਕਹਿੰਦੇ ਵੀਰ ਮੇਰੇ ਤੁਸੀਂ ਗੱਲਾਂ ਹੀ ਤਾਂ ਕਰਦੇ ਵੀ ਅਸੀਂ ਤੁਹਾਨੂੰ ਕਰ ਦਿੰਦੇ, ਹੋਰ ਨਹੀਂ ਗੱਲ ਕੋਈ ਹੈਗੀ। ਹੁਣ ਜਿੱਦਾਂ ਤੁਸੀਂ ਸਿਰਸਾ ਸਾਹਿਬ ਦੀ ਗੱਲ ਕੀਤੀ, ਉਹ ਤਾਂ ਜਿੱਦਾਂ ਗੱਲ ਕਰਦੇ ਵੀ ਹਾਂਜੀ ਸਿੱਖਾਂ ਦੇ ਮਸਲੇ ਜੀ, ਹੁਣ ਕਾਰਨ ਇਹ ਵੀ ਉਹ ਕਹਿੰਦੇ ਵੀ ਸਿੱਖਾਂ ਦੇ ਮਸਲੇ ਹੱਲ ਕਰਾਏ ਤਾਂ ਮੋਦੀ ਸਾਹਿਬ ਨੇ। ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਨੁਮਾਇੰਦਾ ਜਮਾਤ ਹੀ ਅਸੀਂ, ਹੋਰ ਕੋਈ ਹੈ ਹੀ ਨਹੀਂ। ਜੇ ਢੀਂਡਸਾ ਸਾਹਿਬ ਨੂੰ ਪੁੱਛ ਲਈ ਤਾਂ ਉਹ ਕਹਿੰਦੇ ਇਹਨਾਂ ਕਿਤੇ ਰਜਿਸਟਰੀ ਥੋੜਾ ਕਰਾਈ, ਅਸੀਂ ਅਕਾਲੀ ਦਲ ਘੱਟ ਹੈਗੇ। ਤੇ ਜੇ ਕੈਪਟਨ ਸਾਹਿਬ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਤੁਸੀਂ ਆਪ ਜਾਣਦੇ ਹੋ ਸਾਡੇ ਪਰਿਵਾਰ ਦਾ ਪਿਛੋਕੜ ਕਿਵੇਂ ਚੱਲਦਾ ਆ ਰਿਹਾ ਜੀ, ਤੇ ਜੇ ਤੁਸੀਂ ਧਾਰਮਿਕਤਾ ਦੀ ਗੱਲ ਕਰੋ ਤਾਂ ਮੈਨੂੰ ਮੂੰਹ ਕਹਿਣ ਦੀ ਲੋੜ ਨਹੀਂ ਹੈਗੀ। ਹੁਣ ਹਰੇਕ ਨੇ ਕਹਿਣਾ ਵੀ ਜੇ ਲੰਬੜਦਾਰੀ ਵਾਲੀ ਗੱਲਬਾਤ ਹੈ ਤੇ ਪੱਗ ਮੇਰੀ ਸਿਰ ਵਾਹੀ ਹੈ। ਹੁਣ ਲੰਬੜਦਾਰੀ ਵਾਲੀ ਪੱਗ ਦੇ ਹਿਸਾਬ ਨਾਲ ਹਰੇਕ ਨੇ ਆਪੋ ਆਪਣੀ ਨੁਮਾਇੰਦਗੀ ਕੱਢ ਲੈਣੀ, ਤੇ ਇਹ ਸਾਰੇ ਕੁਝ ਹੋ ਸਕਦਾ ਹੈ ਕਿ ਜੇ ਚੰਨੀ ਸਾਹਿਬ ਦਾ ਜਾਂ ਕਾਂਗਰਸ ਪਾਰਟੀ ਦਾ ਜਿਹੜਾ ਇੱਕ ਦੂਸਰਾ ਪੈਂਤਰਾ ਸੀ, ਜਿਹੜਾ ਕਿ ਜਿਹਦੀ ਕਿ ਸ਼ੁਰੂਆਤ ਪਹਿਲਾਂ ਬੀਜੇਪੀ ਨੇ ਕੀਤੀ ਸੀ ਕਿ ਹਾਂਜੀ ਇਹਨਾਂ ਵਰਗਾਂ ਨੂੰ ਅਸੀਂ ਅੱਗੇ ਲੈ ਕੇ ਆਉਣਾ, ਉਹਦੀ ਇਹਨਾਂ ਨੇ ਆਖਣਾ ਵੀ ਜਸਵੀਰ ਸਿੰਘ ਗੜੀ ਸਾਹਿਬ ਨੇ ਵੀ ਮਹਾਰਾਜ ਉਹ ਤਾਂ ਸਾਰੇ ਰਜਿਸਟਰੀ ਮੈਂ ਕਰਾਈ ਬੈਠਾ, ਕਮਾਲ ਕਰਦੇ ਤੁਸੀਂ ਵੀ ਤੁਸੀਂ ਹਿੰਦੂ ਸਿੱਖ ਏਕਤਾ ਕਰਦੇ ਹੋ, ਵਿੱਚ ਜਾਤੀ ਭਾਈਚਾਰਕ ਜਿਹੜੀ ਹੈਗੀ ਆ ਸਾਂਝ ਉਹ ਅਸੀਂ ਪੈਦਾ ਕਰ ਦਿੰਦੇ ਹਾਂ। ਤੇ ਇਹਦੇ ਨਾਲ ਦਾ ਗੁਲਦਸਤਾ ਨਹੀਂ ਜੇ ਬਣਨਾ। ਕਾਂਗਰਸ ਫਿਰਕੂ ਪਾਰਟੀ ਹੈ ਤੇ ਮੇਰੇ ਖਿਆਲ ਆਮ ਆਦਮੀ ਪਾਰਟੀ ਵਾਲੇ ਤੇ ਉਹ ਕੁਝ ਹੋਰ ਹੀ ਬਣਾ ਦਿੱਤਾ ਉਹਨਾਂ ਨੂੰ ਬੰਦਿਆਂ ਨੂੰ, ਤੇ ਉਹ ਕਹਿੰਦਾ ਵੀ ਇਹ ਦੋਵੇਂ ਪਾਰਟੀਆਂ ਸਾਈਡ ਤੇ ਕਰ ਦਿਓ ਤੇ ਜੋ ਅਸੀਂ ਪੇਸ਼ ਕਰ ਦੇਣਾ ਪੰਜਾਬ ਵਿੱਚ ਇਹਦੇ ਨਾਲ ਦੀ ਭਾਈਚਾਰਕ ਏਕਤਾ ਕਿਤੇ ਨਹੀਂ ਬਣਨੀ। ਬਹੁਤ ਸਾਰੀਆਂ ਟਿੱਪਣੀਆਂ ਆਉਣੀਆਂ, ਕਹਿਣੀਆਂ ਹੋ ਹੀ ਨਹੀਂ ਸਕਦਾ, ਇਹ ਗੱਠਜੋੜ ਕਿੱਦਾਂ ਹੋ ਜੂ, ਸਾਨੂੰ ਵੀ ਪਤਾ ਨਹੀਂ ਹੋਣਾ। ਪਹਿਲੀ ਗੱਲ ਹੈ ਕਿ ਇੱਕ ਧਿਰ ਦੀ ਸਰਕਾਰ ਬਣ ਜਾਏਗਾ, ਆਹ ਰੌਲਾ ਹੀ ਨਾ ਪਵੇ, ਪਰ ਇਹ ਕਿਵੇਂ ਹੋ ਸਕਦਾ ਉਹ ਹੁਣ ਆਪਾਂ ਦੱਸਣ ਲੱਗੇ ਹਾਂ। ਦੇਖੋ, ਪਹਿਲੀ ਗੱਲ ਇਹ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਗੱਠਜੋੜ ਕਿਵੇਂ ਹੋ ਸਕਦਾ ਹੈ, ਕਿਉਂਕਿ ਕਾਨੂੰਨਾਂ ਦੇ ਕਰਕੇ ਤੋੜਿਆ ਸੀ ਕੰਮ, ਤੇ ਹੁਣ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਆ ਜੀ ਦੇਖੋ ਕਾਨੂੰਨ ਉਹਨਾਂ ਨੇ ਵਾਪਸ ਲੈ ਲਏ ਆ, ਪ੍ਰਧਾਨ ਮੰਤਰੀ ਸਾਹਿਬ ਨੇ ਮਾਫੀ ਮੰਗ ਲਈ ਹੈ, ਖੇਤੀਬਾੜੀ ਮੰਤਰੀ ਸਾਹਿਬ ਨੇ ਕਹਿਤਾ ਕਿ ਨੇੜ ਭਵਿੱਖ ਦੇ ਵਿੱਚ ਸਾਡੀ ਕੋਈ ਯੋਜਨਾ ਨਹੀਂ, ਅਸੀਂ ਸਿਰਫ ਇਸੇ ਕਰਕੇ ਵੱਖ ਹੋਏ ਸੀ ਕਿਉਂਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਸੀ। ਜਦ ਹੁਣ ਮੁੱਦਾ ਖਤਮ ਹੋ ਚੁੱਕਿਆ ਤਾਂ ਫਿਰ ਆਪਾਂ ਪੰਜਾਬ ਦੇ ਹਿੱਤਾਂ ਦੇ ਲਈ ਇੱਕ ਪੈਕੇਜ ਦੇ ਦੇਣ, ਹੋ ਸਕਦਾ 2-3 ਸਿੱਖਾਂ ਦੇ ਮਸਲਿਆਂ ਦੇ ਉੱਤੇ ਚਰਚਾ ਹੋ ਜਾਵੇ, ਸੁਖਾਲਾ ਹੋ ਜੂ। ਦੂਸਰੀ ਗੱਲ, ਭਾਰਤੀ ਜਨਤਾ ਪਾਰਟੀ ਨੂੰ ਪੁੱਛ ਲਓ, ਉਹ ਵੀ ਕਹਿਣਗੇ ਦੇਖੋ ਥੋੜੀਆਂ ਗਲਤਫਹਿਮੀਆਂ ਪੈਦਾ ਹੋ ਗਈਆਂ ਸੀ, ਉਦੋਂ ਸਥਿਤੀਆਂ ਹੀ ਇਦਾਂ ਦੀਆਂ ਸੀ, ਕੋਵਿਡ ਚੱਲਦਾ ਸੀ, ਅੰਦੋਲਨ ਸ਼ੁਰੂ ਹੋ ਗਿਆ ਸੀ, ਕਈ ਵਾਰੀ ਹੋ ਜਾਂਦਾ ਹੈ, ਉਹ ਸਾਰੀਆਂ ਗਲਤਫਹਿਮੀਆਂ ਅਸੀਂ ਸੁਲਝਾ ਲਈਆਂ। ਮੈਂ ਤਾਂ ਉਦੋਂ ਵੀ ਜਦੋਂ ਸਿਹਤਯਾਬੀ ਦਾ ਟੈਲੀਫੋਨ ਪ੍ਰਧਾਨ ਮੰਤਰੀ ਸਾਹਿਬ ਕੈਸਾ ਦੇ ਪੁੱਛਿਆ ਸੀਗਾ, ਉਹਨਾਂ ਨੇ ਵੀ ਕਿਹਾ ਸੀ ਹਾਲ ਚਾਲ ਠੀਕ ਹੈ, ਕਈ ਚਰਚਾਵਾਂ ਸ਼ੁਰੂ ਹੋ ਜਾਂਦੀਆਂ। ਇਸੇ ਤਰੀਕੇ ਬਹੁਜਨ ਸਮਾਜ ਪਾਰਟੀ ਵਾਲੇ ਵੀ ਉਦੋਂ ਕਹਿ ਸਕਦੇ ਆ ਕਿ ਦੇਖੋ ਜੀ ਅਸੀਂ ਤਾਂ ਨੁਮਾਇੰਦਗੀ ਲੈਣੀ ਹੈ, ਅਸੀਂ ਸਰਕਾਰ 'ਚ ਸੱਤਾ ਛੋਵਾਂਗੇ ਤੇ ਅਸੀਂ ਆਪਣੇ ਭਾਈਚਾਰੇ ਦੇ ਲਈ ਕੁਝ ਕਰ ਸਕਦੇ ਹਾਂ, ਇਸ ਕਰਕੇ ਅਸੀਂ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਤਹਿਤ ਆਉਣ ਲਈ ਰਾਜ਼ੀ ਹਾਂ। ਢੀਂਡਸਾ ਸਾਹਿਬ ਨੇ ਕਹਿਣਾ ਪੁੱਛਦੇ ਹੋ ਕਿ ਦੱਸਦੇ ਹੋ, ਜੇ ਦੱਸਦੇ ਹੋ ਤਾਂ ਫਿਰ ਕਰ ਲਓ, ਕੋਈ ਗੱਲ ਨਹੀਂ ਨਾਲ ਹੀ ਆ। ਤੇ ਕੈਪਟਨ ਸਾਹਿਬ ਦਾ ਤਾਂ ਇੱਕੋ ਇੱਕ ਟੀਚਾ ਕਾਂਗਰਸ ਪਾਰਟੀ ਨੂੰ ਸੱਤਾ ਦੇ ਵਿੱਚੋਂ ਬਾਹਰ ਰੱਖਣ ਦਾ, ਇਸ ਕਰਕੇ ਜੇ ਕਿਸੇ ਵੀ ਧਿਰ ਨੂੰ ਪੂਰਨ ਬਹੁਮਤ ਨਾ ਮਿਲਿਆ, ਇੱਕ ਸਥਿਤੀ ਇਹ ਹੋ ਸਕਦੀ ਹੈ ਕਿ ਅਕਾਲੀ ਦਲ, ਬਸਪਾ, ਭਾਜਪਾ, ਕੈਪਟਨ ਸਾਹਿਬ, ਢੀਂਡਸਾ ਸਾਹਿਬ ਇਹ ਧਿਰਾਂ ਇਕਮੁੱਠ ਹੋ ਕੇ ਪੰਜਾਬ ਦੇ ਵਿੱਚ ਅਗਲੀ ਗੱਠਜੋੜ ਦੀ ਸਰਕਾਰ ਬਣਾ ਲੈਣ। ਮੈਂ ਇਹ ਵੀ ਗੱਲ ਕਲੀਅਰ ਕਰਦਾ, ਭਾਰਤੀ ਜਨਤਾ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੁੰਦਾ। ਉਹ ਜੰਮੂ ਕਸ਼ਮੀਰ ਦੇ ਵਿੱਚ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਆ, ਮਹਿਬੂਬਾ ਮੁਫਤੀ ਦੀ, ਉਹਨਾਂ ਦੇ ਨਾਲ ਵੀ ਗੱਠਜੋੜ ਕਰ ਲੈਂਦੇ ਆ। ਉਹ ਸ਼ਿਵ ਸੈਨਾ ਦੇ ਨਾਲ ਮਹਾਰਾਸ਼ਟਰ 'ਚ ਵੀ ਗੱਠਜੋੜ ਕਰ ਲੈਂਦੇ ਆ। ਉਹ ਦੁਸ਼ਯੰਤ ਚੌਟਾਲੇ ਦੇ ਨਾਲ ਹਰਿਆਣੇ 'ਚ ਵੀ ਗੱਠਜੋੜ ਕਰ ਲੈਂਦੇ ਆ। ਯੂਪੀ ਦੇ ਵਿੱਚ ਉਹ ਬਸਪਾ ਦੇ ਨਾਲ ਸਾਂਝੀ ਸਰਕਾਰ ਚਲਾ ਚੁੱਕੇ 6-6 ਮਹੀਨੇ ਵਾਲੀ ਵੀ। ਮਣੀਪੁਰ ਦੇ ਵਿੱਚ ਆਪਾਂ ਦੇਖਿਆ ਕਿ ਹਾਲਾਤ ਕਿੱਧਰ ਨੂੰ ਗਏ ਆ। ਉਹ ਬਿਹਾਰ ਦੇ ਵਿੱਚ ਉਸ ਨਿਤਿਸ਼ ਕੁਮਾਰ ਦੇ ਨਾਲ ਵੀ ਜੱਫੀ ਪਾ ਲੈਂਦੇ ਆ, ਜਿਹੜੇ ਨਿਤਿਸ਼ ਕੁਮਾਰ ਨੇ ਇੱਕੋ ਇੱਕ ਬੰਦੇ ਨੇ ਸਭ ਤੋਂ ਪਹਿਲਾਂ ਦੇਸ਼ 'ਚ ਕਿਹਾ ਸੀ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਹੀਂ ਬਣਨੇ ਚਾਹੀਦੇ। ਇਸ ਕਰਕੇ ਕਿਸੇ ਵੀ ਗੱਲ ਤੋਂ ਕਿਸੇ ਨੂੰ ਇਤਰਾਜ਼ ਹੁੰਦਾ ਨਹੀਂ, ਤੇ ਜੇ ਬਾਕੀ ਤੇ ਨਾ ਕਹਿਣ ਨਹੀਂ ਜੀ ਏਦਾਂ ਕਿਦਾਂ, ਇਹਨਾਂ 'ਚੋਂ ਕੋਈ ਵੀ ਬੰਦਾ ਏਦਾਂ ਨਹੀਂ। ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ, ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਕਿੰਨੇ ਵੱਡੇ ਵੱਡੇ ਦੋਸ਼ ਲਾ ਕੇ ਸੰਧਾਲੀਆ ਸਾਹਿਬ ਅਕਾਲੀ ਦਲ ਤੋਂ ਵੱਖ ਹੋਏ ਸੀ, ਤੇ ਮੁੜ ਕੇ ਉਹਨਾਂ ਨੇ ਇਹ ਕਿਹਾ ਸੀ ਮੈਨੂੰ ਅਫਸੋਸ ਬੜਾ ਹੈ ਜਿੰਨੀ ਕੁ ਦੇਰ ਮੈਂ ਅਕਾਲੀ ਦਲ ਤੋਂ ਬਾਹਰ ਰਿਹਾ, ਬਹੁਤ ਅਫਸੋਸ ਹੈ
ਬਾਕੀ ਭਰਾਵਾਂ ਤੌਰ ਤੇ ਮਿਲੇ ਆ, ਬਾਦਲ ਸਾਹਿਬ ਨੇ ਗੱਲਾਂ ਕੀਤੀਆਂ, ਗਲਤਫਹਿਮੀਆਂ ਦੂਰ ਹੋ ਗਈਆਂ ਤੇ ਉਸੇ ਵੇਲੇ ਉੱਠ ਕੇ ਕੁਰਸੀ ਤੇ ਖੜੇ ਹੋ ਗਏ, ਉਹ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਉਹ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਟਿਕਟ ਆਰਾਮ ਨਾਲ ਲੈ ਲਈ ਸੀ। ਇਸ ਕਰਕੇ ਕੋਈ ਗੱਲ ਨਹੀਂ, ਇਹ ਗੱਲ ਤੇ ਇੰਨੀ ਕੀ ਹੋਣੀ ਆ। ਇੱਕ ਸਵਾਲ ਹੋ ਸਕਦਾ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮਨਾਂ 'ਚ ਆਵੇ, ਉਹ ਇਹ ਆਉਣਾ ਵੀ ਯਾਰ ਜਦੋਂ ਇਹ ਸਾਰੀਆਂ ਪਾਰਟੀਆਂ ਰਲਦੀਆਂ ਜੀ, ਕੈਪਟਨ ਸਾਹਿਬ ਜਿਹੜੇ ਨੇ ਉਹ NDA ਗੱਠਜੋੜ ਜਿਹੜਾ ਕਿ ਉਹਨਾਂ ਦਾ ਆਪਣਾ ਜਿਹਦੇ ਵਿੱਚ BJP ਹੈ, ਢੀਂਡਸਾ ਸਾਹਿਬ ਨੇ, ਉਹ ਕਹਿੰਦੇ ਵੀ ਮੁੱਖ ਮੰਤਰੀ ਤੇ ਯਾਰ ਹੁਣ ਇਹ ਮਤਲਬ ਹੁਣ ਕੈਪਟਨ ਸਾਹਿਬ ਨੂੰ ਮੰਤਰੀ ਥੋੜ੍ਹਾ ਬਣਾ ਦੇਣਗੇ, ਉਹ ਤੇ ਮੁੱਖ ਮੰਤਰੀ ਹੀ ਬਣਨਗੇ ਜੀ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਹਿਣਾ ਵੀ ਤੁਸੀਂ ਕਮਾਲ ਕਰਦੇ ਹੋ, ਸਭ ਤੋਂ ਪਹਿਲਾਂ ਗੱਡੀ 'ਚ ਬਿਸਤਰਾ ਕਿਹਨੇ ਰੱਖਿਆ, ਮੈਂ, ਡੁੱਬੀ ਪਾਰਟੀ ਕਿਹਨੇ ਖੜੀ ਕੀਤੀ, ਮੈਂ, ਅੱਜ ਜੇ ਤੁਹਾਡੀ ਸਰਕਾਰ ਬਣਦੀ ਹੈ ਬੰਦੇ ਚਾਹੀਦੇ ਤੇ ਕਿਹਦਾ ਕਰਨ ਕੇ ਬਣਦੇ ਆ, ਮੇਰਾ ਕਰਕੇ। ਤੇ ਹੁਣ ਤਾਂ ਬਾਦਲ ਸਾਹਿਬ ਨੇ ਵੀ ਕਹਿਤਾ ਵੀ ਨਹੀਂ, ਸੁਖਬੀਰ ਨੇ ਜੋ ਕੀਤਾ ਨਾ ਉਹ ਨਹੀਂ ਕਿਹਾ, ਪਾਰਟੀ ਪ੍ਰਧਾਨ ਦੀ ਗੱਲ ਮੰਨੀ ਜਾਂਦੀ ਹੈ, ਉਹਦੇ ਕਹਿਣ ਤੇ ਮੈਂ ਇਲੈਕਸ਼ਨ ਲੜੀ। ਹੁਣ ਗੱਲ ਇਹ ਆ ਵੀ ਉਹ ਬੰਦੇ ਹੋਣਾ ਵੀ ਹੋ ਸਕਦਾ ਮੁੱਖ ਮੰਤਰੀ ਕਿਹੜਾ ਬਣੇ। ਉਹਦੇ 'ਚ ਮੇਰੇ ਦਿਮਾਗ 'ਚ ਇੱਕ ਕੈਲਕੂਲੇਸ਼ਨ ਜੀ ਆਉਂਦੀ ਸੀ ਵੀ ਦੇਖੋ ਕੈਪਟਨ ਸਾਹਿਬ ਨੇ ਤਾਂ ਮੁੱਖ ਮੰਤਰੀ ਤੋਂ ਥੱਲੇ ਮੰਨਣਾ ਨਹੀਂ, ਉਹਨਾਂ ਨੂੰ ਬਣਾ ਲੈਣਗੇ ਮੁੱਖ ਮੰਤਰੀ, ਨਾਲੇ ਉਹਨਾਂ ਦੇ ਆਪਣੇ ਗੱਠਜੋੜ ਦੇ ਬੰਦੇ, ਫਿਰ ਬਸਪਾ ਨੂੰ ਜੋੜਨਾ ਤੇ ਫਿਰ ਇੱਕ ਅੱਧਾ ਮੰਤਰੀ ਦਾ ਉਹਦਾ। ਇੱਕ ਜੇ ਪਰਮਿੰਦਰ ਸਿੰਘ ਢੀਂਡ ਸਾਹਿਬ ਨੇ ਜਿੱਤ ਗਏ ਤੇ ਫਿਰ ਖਜ਼ਾਨੇ ਵਾਲੀ ਚਾਬੀ ਤੇ ਦੇਣੀ ਪੈਣੀ ਨਾ ਉਹਨਾਂ ਨੂੰ, ਕਿਉਂਕਿ ਵੀ ਉਹ ਚਾਬੀ ਦਾ ਕੋਈ ਗੱਲ ਨਹੀਂ, ਖਾਲੀ ਹੁੰਦਾ ਹੀ। ਆਹ ਦੋ ਹੀ ਬੰਦੇ ਨੇ ਵੀ ਜਾਂ ਮਨਪ੍ਰੀਤ ਬਾਲ ਸਾਹਿਬ ਤੇ ਜਾਂ ਢੀਂਡਸਾ ਸਾਹਿਬ। ਹੁਣ ਰਹਿ ਗਈ ਗੱਲ ਅਕਾਲੀ ਦਲ ਦੀ। ਹੋ ਸਕਦਾ ਬੰਦਾ ਸੋਚੇ ਵੀ ਯਾਰ ਇੱਦਾਂ ਗੱਲ, ਦੇਖੋ ਕਾਰਨ ਹੈ ਵੀ ਜੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਾਹਿਬ ਪਹਿਲਾਂ ਬਣੇ ਤਾਂ ਉਹਨਾਂ ਕਹਿਣਾ ਵੀ ਐਤਕੀ ਵੀ ਬਣ ਜਾਣੇ, ਕੀ ਫਰਕ ਪੈਂਦਾ। ਹਾਂ, ਦੂਜੀ ਗੱਲ ਇਹ ਹੋ ਸਕਦੀ ਹੈ ਵੀ ਹਰਸਿਮਰਤ ਬਾਦਲ ਹੋਰਾਂ ਦੀ ਕੁਰਸੀ ਇੱਕ ਪਈ ਹੈ ਕੇਂਦਰ 'ਚ, ਉਹ ਜੇ ਮੈਂ ਗਲਤ ਨਹੀਂ ਤੇ ਅਜੇ ਉਹ ਜਿਹੜਾ ਮੰਤਰਾਲਾ ਉਹ ਖੁੱਲ੍ਹ ਕੇ ਕਿਸੇ ਮੰਤਰੀ ਨੂੰ ਦਿੱਤਾ, ਉਹ ਸ਼ਾਇਦ ਖੇਤੀ ਮੰਤਰੀ ਸਾਹਿਬ ਦੇ ਨਾਲ ਹੀ ਲਾਇਆ ਹੋਇਆ। ਅਗਲੇ ਕਹਿਣਗੇ ਵੀ ਇੱਥੋਂ ਉਪ ਮੁੱਖ ਮੰਤਰੀ ਦੀ ਕੁਰਸੀ ਲੈ ਲਓ, ਕੇਂਦਰ ਵਾਲੀ ਜਿਹੜੀਆਂ ਉਹ ਚਾਬੀਆਂ ਅਸੀਂ ਤੁਹਾਨੂੰ ਦੇ ਦੇਣੇ ਉੱਧਰੋਂ, ਤੇ ਸਾਰਾ ਕੁਝ ਸੈੱਟ ਹੀ ਹੈ। ਮੈਨੂੰ ਹੋਰ ਤਰੀਕੇ ਨਾਲ ਲੱਗਦਾ ਹੈ। ਨਹੀਂ, ਬਾਕੀ ਵਜੇ ਮੰਤਰੀ ਹੁੰਦਾ ਹੋ ਸਕਦਾ ਭਾਜਪਾ ਵਾਲੇ ਨਹੀਂ, ਮੈਂ ਇੱਥੇ ਕੀ ਆਉਣਾ, ਇਤਰਾਜ਼ ਨਹੀਂ ਕਰਨ ਦੇਣਾ, ਆਪਾਂ ਕਿਸ ਨੂੰ ਨਹੀਂ ਇਤਰਾਜ਼ ਕਰਨ ਦੇਣਾ। ਭਾਰਤੀ ਜਨਤਾ ਪਾਰਟੀ ਦੇ ਕੋਲ ਇੱਕ ਮਾਡਲ ਹੈ, ਉਹ ਮਾਡਲ ਹੈ ਗੋਆ ਵਾਲਾ, ਕਿ ਕੁਛ ਨਹੀਂ ਕਰਨਾ, 15 ਮੰਤਰੀ 16 ਬਣਨੇ ਆ, ਸਾਰੇ ਤੁਹਾਡੇ ਬਣਾ ਦੇਣੇ ਆ, ਮੁੱਖ ਮੰਤਰੀ ਸਾਡਾ ਬਣਾ ਦਿਓ, ਬੰਦੇ ਭਾਵੇਂ ਸਾਡੇ 2 ਨੇ ਭਾਵੇਂ 3 ਨੇ, ਇੱਕ ਉਹਨਾਂ ਦੇ ਕੋਲੇ ਮਾਡਲ। ਹੋ ਸਕਦਾ ਇਹ ਵੀ ਕਹਿਣ ਕੋਈ ਬੰਦਾ ਕਿ ਨਹੀਂ ਜੀ ਮੁੱਖ ਮੰਤਰੀ ਇਹੀ ਬਣਾਓਗੇ, ਕੋਈ ਗੱਲ ਨਹੀਂ, ਅਸੀਂ ਜੀ ਤੁਹਾਡੀ ਪਾਰਟੀ ਦੇ 5 ਬੰਦੇ ਮੰਤਰੀ ਬਣਾਵਾਂਗੇ। ਹੁਣ ਪਾਰਟੀ ਦੇ MLA ਸੋਚਣਗੇ ਕਿ ਜਾਂ ਤਾਂ ਸਾਡੇ 'ਚੋਂ ਇੱਕ ਮੁੱਖ ਮੰਤਰੀ ਬਣਦਾ ਹੈ, ਜਾਂ ਸਾਨੂੰ 5 ਨੂੰ ਮੰਤਰੀਆਂ ਦੀਆਂ ਕੁਰਸੀਆਂ ਮਿਲਦਾ। ਕਈ ਵਾਰੀ ਮੁੱਖ ਮੰਤਰੀ ਬਣਨ ਵਾਲਾ ਬੰਦਾ ਇਕੱਲਾ ਹੀ ਰਹਿ ਜਾਂਦਾ ਹੁੰਦਾ, ਮੁੜ ਕੇ ਬਾਕੀ ਸਾਰੇ ਮੰਤਰੀ ਬਣਨ ਨੂੰ ਚਲੇ ਜਾਂਦੇ ਹੁੰਦੇ ਆ। ਦੂਸਰੀ ਗੱਲ ਬੜਾ ਸੁਖਾਲਾ ਹੈ, ਢੀਂਡਸਾ ਸਾਹਿਬ ਹੋਰਾਂ ਨੂੰ ਕਹਿ ਦੇਣ ਕਿ ਉੱਪਰਲੇ ਪਾਸੇ ਤੁਹਾਨੂੰ ਵੀ ਇੱਕ ਕੁਰਸੀ ਦਿੰਨੇ ਆ, ਇਧਰਲੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕੋਈ ਨਹੀਂ, ਕਿਉਂਕਿ 6 ਮਹੀਨੇ ਦੇ ਲਈ ਕੋਈ ਵੀ ਬੰਦਾ, ਮੰਨ ਲਓ ਰਣਿੰਦਰ ਸਿੰਘ ਹੋਰਾਂ ਨੂੰ ਮੰਤਰੀ ਬਣਾ ਦਿੰਦੇ ਆ, ਤੇ ਜੇ ਕੈਪਟਨ ਸਾਹਿਬ ਪਟਿਆਲੇ ਸ਼ਹਿਰੀ ਤੋਂ ਜਿੱਤ ਜਾਂਦੇ ਆ, ਉਹ ਖਾਲੀ ਕਰ ਦੇਣਗੇ ਸੀਟ ਤੇ 6 ਮਹੀਨਿਆਂ ਦੇ ਅੰਦਰ ਰਣਿੰਦਰ ਸਿੰਘ ਹੋਰਾਂ ਨੂੰ ਚੋਣ ਲੜਾ ਦੇਣਗੇ। ਜਾਣੀ ਇੱਕ ਐਡਜਸਟਮੈਂਟ ਉਹਨਾਂ ਦੀ ਕਰਤੀ, ਢੀਂਡਸਾ ਸਾਹਿਬ ਦੀ ਆਪਾਂ ਉੱਪਰ ਕਰਤੀ। ਇੱਕ ਐਡਜਸਟਮੈਂਟ ਹੋਰ ਕਰ ਲਈ ਬਾਅਦ ਆ ਜਾਓ, ਕੈਪਟਨ ਸਾਹਿਬ ਦੇ ਘਰੋਂ ਮਹਾਰਾਣੀ ਪ੍ਰਨੀਤ ਕੌਰ ਜੀ ਪਹਿਲਾਂ ਤਾਂ ਚਲੋ ਜੱਗੋ ਤੱਕ ਐ ਸੀ, ਅਖੀਰਲੇ ਜਿਹੇ ਦਿਨਾਂ 'ਚੋਂ ਖੁੱਲ੍ਹ ਕੇ ਤੁਰੇ ਨੇ ਨਾਲ। ਹੋ ਸਕਦਾ ਜਦੋਂ ਰਾਜਨਾਥ ਸਿੰਘ ਹੋਰੀ ਆਏ ਸੀ ਤੇ ਆਪਾਂ ਉਦੋਂ ਪਹਿਲੀ ਵਾਰ ਵੇਖਿਆ ਵੀ ਗੱਡੀ ਇੱਕ ਜੀ, ਲੀਡਰ ਵੀ ਲਗਭਗ ਇੱਕੋ ਜਿਹੇ ਪਰ ਹੈਗੇ ਤਿੰਨੋਂ ਵੱਖੋ ਵੱਖ ਪਾਰਟੀਆਂ ਦੇ ਸੀ। ਉਹ ਕਹਿੰਦੇ ਨੇ ਵੀ ਤੁਸੀਂ ਭੈਣ ਜੀ ਐਵੇਂ ਪਾਸੇ ਜੇ ਬੈਠੇ ਠੀਕ ਨਹੀਂ ਲੱਗਦੇ, ਕੋਈ ਗੱਲ ਨਹੀਂ 24 'ਚ ਫਿਰ ਪਟਿਆਲਿਓਂ ਆਪੇ ਕੋਈ ਗੱਲ ਨਹੀਂ, ਕਮਲ ਦਾ ਫੁੱਲ ਖਿੜੇਗਾ ਤੇ ਖੜਾ ਦੇਾਂਗੇ। ਆਹੋ, ਤੁਸੀਂ ਟੈਨਸ਼ਨ ਨਹੀਂ ਲੈਣੀ। ਹੋ ਸਕਦਾ ਅਗਲੇ ਕਰ ਵੀ ਇਦਾਂ ਕਿੱਦਾਂ ਹੋ ਜਾਊ, ਹੰਸਰਾਜ ਹੰਸੂਰਾਂ ਨੂੰ ਫੋਨ ਕਰ ਲਿਓ, ਸਾਨੂੰ ਸਭ ਆਉਂਦਾ ਹੀ ਤਰੀਕਾ ਹੈਗਾ ਆਪਣੇ ਕੋਲ। ਹੋ ਸਕਦਾ ਕੈਪਟਨ ਸਾਹਿਬ ਨੂੰ ਰਾਜ ਸਭਾ 'ਚ ਲੈ ਜਾਣ, ਯਾਨੀ ਕੁਝ ਵੀ ਹੋ ਸਕਦਾ। ਬਾਕੀ ਆਉਣੇ ਅਕਾਲੀ ਦਲ ਤੇ ਦੇਖੋ ਕੋਈ ਵੱਡੀ ਗੱਲ ਨਹੀਂ ਹੁੰਦੀ, 6-6 ਮਹੀਨੇ ਦੇ ਲਈ ਵੀ ਮੁੱਖ ਮੰਤਰੀ ਬਣ ਜਾਂਦੇ ਆ। ਇਹ ਵੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵਾਰੀ ਸੱਤਾ ਦੇ ਵਿੱਚ ਆਉਣ ਦੇ ਲਈ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਵੀ ਬਣਾ ਦੇਣਗੇ, ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਪਤਾ ਹੈ। ਇੱਕ ਵਾਰੀ ਉਹਨਾਂ ਨੇ ਹਰਿਆਣੇ ਦੇ ਵਿੱਚ ਇੰਡੀਅਨ ਜਿਹੜਾ ਹੈ ਬੰਦਾ ਸੀ ਚੌਧਰੀ ਭਜਨ ਲਾਲ ਹੋਰਾਂ ਦਾ ਬੇਟਾ, ਉਹਨੇ ਆਪਣੀ ਹਰਿਆਣਾ ਜਨਹਿਤ ਕਾਂਗਰਸ ਬਣਾ ਲਈ। 90 ਸੀਟਾਂ ਸੀ, 45 ਸੀਟਾਂ ਤੇ ਚੋਣ ਲੜਨ ਲੱਗ ਪਏ ਤੇ 10 ਸਾਲ ਇਕੱਠੇ ਰਹੇ। ਉਹਦੇ ਤੋਂ ਬਾਅਦ ਫਿਰ ਜਦੋਂ ਵੱਖਰੇ ਵੱਖਰੇ ਚੋਣ ਲੜੀ, ਉਹਦੀ ਪਾਰਟੀ ਖਤਮ ਹੋ ਗਈ, ਆਪੇ ਸੱਤਾ 'ਚ ਆ ਗਿਆ ਸੀ। ਜਾਣੀ ਅਸੀਂ ਨਹੀਂ ਕਹਿੰਦੇ ਪੰਜਾਬ 'ਚ ਹੋਣਾ, ਜਾਣੀ ਹਰ ਇੱਕ ਕੈਪਟਨ ਸਾਹਿਬ ਦਾ ਮਕਸਦ ਕਾਂਗਰਸ ਸੱਤਾ 'ਚ ਨਾ ਆਵੇ, ਢੀਂਡਸਾ ਸਾਹਿਬ ਦਾ ਮਕਸਦ ਹੈ ਸਿਆਸੀ ਹੋਂਦ ਕਾਇਮ ਰਹੇ। ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਮਕਸਦ ਹੈ ਕਿ ਇੱਕ ਵਾਰੀ ਆਪਾਂ ਆਪਣੇ ਪੱਧਰ ਤੇ ਪੰਜਾਬ ਦੇ ਵਿੱਚ ਸੱਤਾ 'ਚ ਹਿੱਸੇਦਾਰੀ ਲੈ ਆਈਏ। ਤੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ 5 ਸਾਲ ਹੋ ਗਏ ਸੱਤਾ ਤੋਂ ਬਾਹਰ ਹੈ ਤੇ ਉਹਨਾਂ ਦੇ ਅੰਦਰ ਵੀ ਕਈ ਕੁਝ ਚੱਲ ਰਿਹਾ ਹੈ ਤੇ ਬੰਦੇ ਕਿੰਨੇ ਕੁ ਜਿੱਤਦੇ ਆ ਉਹਦੇ ਆਧਾਰ ਦੇ ਉੱਤੇ ਜਮਾ ਘਟਾਓ ਹੋਣੇ ਆ। ਇਹ ਇੱਕ ਸਿਨੈਰੀਓ ਹੈ ਜਿਹਦੇ ਆਧਾਰ ਦੇ ਉੱਤੇ ਜੇ ਕਿਤੇ ਤਿਲਕਵੀਂ ਵਿਧਾਨ ਸਭਾ ਹੋਣ ਦੇ ਵਿੱਚ ਆ ਗਈ ਤਾਂ ਇਹ ਹਾਲਾਤ ਰਹਿਣਗੇ। ਅਗਲੀ ਸਥਿਤੀ ਕੀ ਬਣਦੀ ਹੈ ਹੁਣ ਆਪਾਂ ਚਰਚਾ ਕਰਦੇ ਹਾਂ।
ਅੱਛਾ, ਸਿਨੈਰੀਓ ਦੂਸਰੇ ਤੇ ਜਾਣ ਤੋਂ ਪਹਿਲਾਂ ਪਹਿਲੇ ਸਿਨੈਰੀਓ ਦੀ ਮਾੜੀ ਜੀ ਗੱਲ ਇਹ ਕਰ ਲਈਏ। ਠੀਕ ਹੈ। ਉਹ ਮਾੜੀ ਜੀ ਗੱਲ ਇਹ ਹੈ ਕਿ ਵੀ ਹੋ ਸਕਦਾ ਕਿਸੇ ਬੰਦੇ ਦੇ ਦਿਮਾਗ 'ਚ ਆਵੇ ਵੀ ਯਾਰ ਇੱਦਾਂ ਥੋੜ੍ਹਾ ਹੁੰਦਾ, ਅਗਲੇ ਅਲੱਗ ਹੋ ਗਿਆ, ਤੁਸੀਂ ਐਵੇਂ ਆਪਣੇ ਹਿਸਾਬ ਨਾਲ ਜੋੜ ਤੋੜ ਕਰੀ ਜਾਣਾ। ਦੇਖੋ, ਆਪਾਂ ਇਹ ਕਹਿਣ ਡਏ ਵੀ ਆਪਾਂ ਕੋਈ ਜੋੜ ਤੋੜ ਨਹੀਂ ਕਰ ਰਹੇ, ਪਰ ਇਹ ਗੱਲ ਜ਼ਰੂਰ ਆਪਾਂ ਧਿਆਨ 'ਚ ਰੱਖੀਏ ਵੀ ਜਦੋਂ ਸਿਆਸਤ ਦੀ ਗੱਲ ਆਪਾਂ ਕਰਦੇ ਹਾਂ, ਸਿਆਸਤ ਦੇ ਵਿੱਚ ਸਾਰਾ ਕੁਝ ਹੀ ਪੋਸੀਬਲ ਹੈ ਜੀ। ਕਿਉਂਕਿ ਕਦੀ ਕਿਸੇ ਨੇ ਸੋਚਿਆ ਥੋੜ੍ਹਾ ਸੀ ਵੀ ਭਾਈ ਸਾਹਿਬ ਇੰਨਾ ਪੁਰਾਣਾ ਜਿਹੜਾ ਗੱਠਜੋੜ ਆ ਉਹ ਅਕਾਲੀ ਬੀਜੇਪੀ ਦਾ ਟੁੱਟ ਜਾਊਗਾ। ਨਾ ਕਦੀ ਕਿਸੇ ਨੇ ਇਹੋ ਸੋਚਿਆ ਸੀ ਵੀ ਜੇ ਅਕਾਲੀ ਬਸਪਾ ਗੱਠਜੋੜ ਕਦੀ ਹੁੰਦਾ ਸੀ ਤੇ ਉਹ ਦੁਬਾਰਾ ਹੋ ਜਾਊਗਾ। ਤੇ ਨਾ ਕਦੀ ਕਿਸੇ ਨੇ ਇਹ ਸੋਚਿਆ ਸੀ ਵੀ ਕੈਪਟਨ ਸਾਹਿਬ ਵਰਗਾ ਬੰਦਾ ਖੁਦ 4.5 ਸਾਲ ਮੁੱਖ ਮੰਤਰੀ ਰਹਿਣ ਤੋਂ ਬਾਅਦ ਅਖੀਰਲੇ ਟਾਈਮ ਤੇ ਇਹੋ ਆਖੇ ਵੀ ਇਹ ਕਾਂਗਰਸ ਨਹੀਂ ਮੈਂ ਜਿੱਤਣ ਦੇਣੀ। ਇਹ ਸਾਰਾ ਕੁਝ ਹੋਇਆ, ਆਪਾਂ ਦੇਖਿਆ ਹੀ। ਇਸ ਕਰਕੇ ਪੋਸੀਬਿਲਿਟੀ ਤੇ ਆ ਬਣ ਗਈ। ਦੇਖੋ ਸੰਧਾਲੀਆ ਸਾਹਿਬ, ਗੱਲ ਪੋਸੀਬਿਲਿਟੀ ਦੀ ਹੈ ਹੀ ਨਹੀਂ। ਪਿਛਲੇ 15-16 ਸਾਲ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਵਾਲੇ ਪਾਣੀ ਪੀ ਪੀ ਕੇ ਕੋਸਦੇ ਰਹੇ ਇਕੱਠੇ ਨੇ, ਤੇ 1 ਸਕਿੰਟ ਨਹੀਂ ਲੱਗਾ। ਜੇ ਬ੍ਰਹਮਪੁਰਾ ਸਾਹਿਬ ਦੁਬਾਰਾ ਅਕਾਲੀ ਦਲ 'ਚ ਜਾ ਸਕਦੇ ਆ, ਜੇ ਢੀਂਡਸਾ ਸਾਹਿਬ ਦਾ ਭਾਜਪਾ ਦੇ ਨਾਲ ਗੱਠਜੋੜ ਹੋ ਸਕਦਾ, ਜੇ ਖਹਿਰਾ ਸਾਹਿਬ ਦੀ ਕਾਂਗਰਸ ਪਾਰਟੀ 'ਚ ਵਾਪਸੀ ਹੋ ਸਕਦੀ ਹੈ, ਜੇ ਆਸ਼ੂ ਬੰਗੜ ਹੋਰੀ ਆਮ ਆਦਮੀ ਪਾਰਟੀ ਦੀ ਟਿਕਟ ਛੱਡ ਕੇ ਕਾਂਗਰਸ ਦੀ ਟਿਕਟ ਲੈ ਸਕਦੇ ਆ, ਜੇ ਕੈਪਟਨ ਹਰਮਿੰਦਰ ਸਿੰਘ ਹੋਰੀ ਰਾਤੋਂ ਰਾਤ ਅਕਾਲੀ ਦਲ ਦੇ ਵਿੱਚ ਆ ਕੇ ਕਾਂਗਰਸ 'ਚੋਂ ਤਾਂ ਟਿਕਟ ਲੈ ਸਕਦੇ ਆ, ਜੇ ਗੇੜਾ ਬਲਵਿੰਦਰ ਸਿੰਘ ਲਾਡੀ ਹੋਰੀ 3 ਧਿਰਾਂ ਦਾ ਐ ਮਾਰ ਸਕਦੇ ਆ, ਜੇ ਫਤਿਹ ਬਾਜਵਾ ਸਾਹਿਬ ਬਟਾਲਿਓਂ ਕਾਂਗਰਸ ਛੱਡ ਕੇ ਭਾਜਪਾ ਦੇ ਉਮੀਦਵਾਰ ਬਣ ਸਕਦੇ ਆ, ਜੇ ਛੋਟੇਪੁਰ ਸਾਹਿਬ ਨੂੰ ਅਕਾਲੀ ਦਲ ਦੀ ਟਿਕਟ ਲੈਣ 'ਚ ਇਤਰਾਜ਼ ਕੋਈ ਨਹੀਂ, ਜੇ ਜਗਮੀਤ ਸਿੰਘ ਬਰਾੜ ਹੋਰੀ 2022 'ਚ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਆ, ਜੇ ਸਤਵੀਰ ਸਿੰਘ ਪਿੱਲੀ ਜੀ ਕੀ ਹੋਰੀ ਉਹ ਕੈਪਟਨ ਸਾਹਿਬ ਦੀ ਟਿਕਟ ਛੱਡ ਕੇ ਰਾਤੋਂ ਰਾਤ ਕਾਂਗਰਸ ਦੇ ਉਮੀਦਵਾਰ ਬਣ ਸਕਦੇ ਆ, ਜੇ ਸਿਰਸਾ ਸਾਹਿਬ ਉਧਰਲੇ ਪਾਸੇ ਪ੍ਰਧਾਨਗੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਆ, ਜੇ ਪੰਥਕ ਧਿਰਾਂ ਦੇ ਕਹਿੰਦੇ ਕਹਾਉਂਦੇ ਲੀਡਰ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਸਕਦੇ ਆ, ਜੇ ਟੌੜਾ ਸਾਹਿਬ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਇੱਕ ਬੰਦਾ ਅਮਲੋਹ ਤੋਂ ਭਾਜਪਾ ਦਾ ਕੈਂਡੀਡੇਟ ਬਣ ਸਕਦਾ ਹੈ, ਜੇ ਰਾਣਾ ਸੋਢੀ ਸਾਹਿਬ ਕੈਪਟਨ ਸਾਹਿਬ ਵੱਲ ਦੀ ਜਾਣ ਦੀ ਜਗ੍ਹਾ ਦੇ ਉੱਤੇ ਬਾਈਪਾਸ ਲੈ ਕੇ ਭਾਜਪਾ 'ਚ ਸ਼ਾਮਲ ਹੋ ਸਕਦੇ ਆ। ਜੇ ਫਿਰ ਵੀ ਕਿਸੇ ਨੂੰ ਐਂ ਲੱਗਦਾ ਕਿ ਭਾਈ ਆ ਨਹੀਂ ਹੋ ਸਕਦਾ, ਫਿਰ ਸਾਡੇ ਵੱਸੋਂ ਦਾ ਬਾਹਰ ਹੀ ਹੈਗਾ। ਨਹੀਂ, ਮੈਂ ਤਦੇ ਆਪਾਂ ਨੂੰ ਆਇਆ ਸੀ ਵੀ ਚਲੋ ਇਹ ਉਦਾਹਰਨ ਆਪਾਂ ਦੱਸੀਏ ਤੁਹਾਨੂੰ, ਵੀ ਇਹ ਨਾ ਲੱਗੇ ਤੁਹਾਨੂੰ ਵੀ ਅਟੇ ਸਾਡੇ ਗੱਲਾਂ ਕਰੀ ਜਾਂਦੇ ਆ। ਅਜੇ ਤਾਂ ਜੋਸ਼ੀ ਸਾਹਿਬ ਤੁਸੀਂ ਭੁੱਲ ਗਏ, ਸਭ ਤੋਂ ਪਹਿਲਾਂ ਗਏ ਸੀ। ਕਿੰਨੇ ਹੀ ਭੁੱਲ ਗਏ, ਮੱਕੜ ਸਾਹਿਬ ਦਾ ਕਿਹੜਾ ਚੇਤਾ ਰੱਖਿਆ। ਬਹੁਤ ਬੰਦੇ ਨੇ ਇਹ ਜੇ ਲਿਸਟ ਇਸ ਪਾਸੇ ਤੁਰ ਪਈ ਤੇ ਫਿਰ ਹੋ ਸਕਦਾ ਪ੍ਰੋਗਰਾਮ ਇਸੇ ਲੇਖੇ ਲੱਗ ਜੇ। ਸੋ ਇਸ ਕਰਕੇ ਪੋਸੀਬਿਲਿਟੀ ਬਣਦੀ ਹੈ ਵੀ ਅਗਲਿਆਂ ਨੂੰ ਸਿਰਫ ਤੇ ਸਿਰਫ ਕੁਰਸੀ ਚਾਹੀਦੀ। ਅਗਲਾ ਕਹਿੰਦੇ ਵੀ ਯਾਰ ਕਿਉਂਕਿ ਇਹਦੇ 'ਚ ਹੋਰ ਕਿਸੇ ਧਿਰ ਦੀ ਕੋਈ ਸੇ ਨਹੀਂ ਹੈਗੀ, ਸੇ ਸਿਰਫ ਤੇ ਸਿਰਫ ਬੀਜੇਪੀ ਦੀ ਹੈ। ਕਿਉਂਕਿ ਪਹਿਲਾਂ ਬੀਜੇਪੀ ਨੇ ਮਨ ਬਣਾਇਆ ਸੀ ਵੀ ਭਾਈ ਸਾਹਿਬ ਹੁਣ ਆਪਾਂ ਵੱਡੇ ਭਰਾ ਦੇ ਤੌਰ ਤੇ ਲੜਨਾ, ਅਗਲੇ ਹੁਣ ਆਪਣਾ ਪਾਣੀ ਚੈੱਕ ਕਰ ਲੈਣਗੇ ਵੀ ਇੰਨਾ ਕੁ ਚੜ ਗਿਆ। ਉਹ ਤੋਂ ਬਾਅਦ ਅਗਲੀ ਪਲੈਨਿੰਗ 24 ਦੇ ਹਿਸਾਬ ਨਾਲ ਉਹਨਾਂ ਨੇ ਕਰਨੀ, ਉਹ ਵੀ ਆਪਣੇ ਹਿਸਾਬ ਨਾਲ, ਤੇ ਉਸੇ ਤੋਂ ਬਾਅਦ ਫਿਰ 27 ਦਾ ਟੀਚਾ ਰੱਖਣਾ ਵੀ ਉਦੋਂ ਤੱਕ ਆਪਾਂ ਕੀ ਕਰਨਾ। ਹੋ ਸਕਦਾ ਕਿਸੇ ਵੇਲੇ ਹੁੰਦਾ ਨਾ ਵੀ ਯਾਰ ਛਾਲ ਮਾਰ ਕੇ ਸਿੱਧਾ ਚੁਬਾਰੇ ਤੇ, ਕਹਿੰਦਾ ਨਹੀਂ ਸਿੱਧਾ ਚੁਬਾਰੇ ਤੇ ਨਹੀਂ, ਪਹਿਲਾਂ ਕੰਧ ਤੇ ਹੋਈ, ਕੰਧ ਤੋਂ ਫਿਰ ਤੇਰਾ ਹੱਥ ਪੈ ਜਾਣਾ ਤੇ ਫਿਰ ਤੂੰ ਕੋਠੇ ਤੇ ਉਦੋਂ ਸਿੱਧਾ ਚੁਬਾਰੇ ਤੇ। ਹੋ ਸਕਦਾ ਏਦਾਂ ਕਰ ਲੈਣਾ। ਕਿਸੇ ਮੱਝ ਦਾ ਜਾਂ ਇਦਾਂ ਦਾ ਕੋਈ ਸੌਦਾ ਕਰਨ ਜਾਈਏ ਨਾ, ਉਹ ਕਹਿੰਦੇ ਹੁਣ 500 ਦਾ ਮਾਣ ਨਾ ਛਡਾਉਣਾ, ਮੈਂ 2 ਮਿੰਟ ਭਰਾ ਤੋਂ ਮਾਣ ਨਾ ਲੈਣੇ ਆ। ਨਹੀਂ ਤੁਸੀਂ 4 ਲਓ। ਅੱਛਾ, ਉਹਦਾ ਕਾਰਨ ਕੀ ਹੈ? 2 ਚੀਜ਼ਾਂ ਆਪਾਂ ਸ਼ੁਰੂ ਕੀਤੀਆਂ ਸੀ, ਮੁਕਾਈਆਂ ਨਹੀਂ, ਕੈਪਟਨ ਸਾਹਿਬ ਤੇ ਸਿਰਸਾ ਸਾਹਿਬ ਦੀ ਗੱਲ, ਕਿ ਉਹਨਾਂ ਦੀ ਮੁੱਕਤ ਕਿੱਦਾਂ ਪੈ ਸਕਦੀ ਹੈ। ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਲੋਕ ਕਾਂਗਰਸ ਦੇ ਕਰਤਾ ਧਰਤਾ ਨੇ ਤੇ ਭਾਜਪਾ ਦੇ ਨਾਲ ਨੇ, ਪਰ ਬੜੇ ਉਹਨਾਂ ਦੇ ਪੁਰਾਣੇ ਮਿੱਤਰ ਕਾਂਗਰਸ 'ਚ ਨੇ। 12-13 ਬੰਦੇ ਇਦਾਂ ਦੇ ਕਾਂਗਰਸ ਪਾਰਟੀ 'ਚ ਨੇ ਜਿਹੜੇ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਆ, ਪਰ ਕੈਪਟਨ ਸਾਹਿਬ ਦੇ ਕਹਿਣੇ ਤੋਂ ਬਾਹਰ ਨਹੀਂ ਹੈਗੇ। ਯਾਨੀ ਜੇ ਕਿਤੇ ਇਦਾਂ ਦੀ ਲੋੜ ਪੈਂਦੀ ਹੈ, ਜੇ ਕਿਤੇ ਇਦਾਂ ਦਾ ਮੌਕਾ ਆਉਂਦਾ ਹੈ ਕਿਤੇ ਗੈਰ ਹਾਜ਼ਰ ਰਹਿਣ ਦਾ, ਕਿਤੇ ਕਾਂਗਰਸ ਦੇ ਵਿੱਚੋਂ ਅੱਡ ਹੋ ਕੇ ਇੱਕ ਧੜਾ ਜਿਹਾ ਬਣਾਉਣ ਦਾ, ਜਿਹਨੂੰ ਸੰਵਿਧਾਨਕ ਤੌਰ ਤੇ ਵੱਖਰੀ ਮਾਨਤਾ ਵੀ ਮਿਲ ਜਾਏ, ਉਦੋਂ ਭਾਜਪਾ ਦੇ ਕੈਪਟਨ ਸਾਹਿਬ ਬਹੁਤ ਕੰਮ ਆਉਣੇ ਆ। ਕਿਉਂਕਿ ਹੋਰ ਕਿਸੇ ਦਾ ਸਿੱਧਾ ਸੰਪਰਕ ਹੋਵੇ ਨਾ ਹੋਵੇ, ਕੈਪਟਨ ਸਾਹਿਬ ਦੇ ਸੰਬੰਧ ਵੀ ਹੋਣੇ ਆ ਤੇ ਕੈਪਟਨ ਸਾਹਿਬ ਕੋਲ ਫੈਲਾਂ ਵੀ ਹੋਣੀਆਂ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਛੋਟੀ ਹੈ, ਵੱਡੀ ਹੈ, ਜੇ ਕਿਤੇ ਲਟਕਵੀਂ ਵਿਧਾਨ ਸਭਾ ਹੋਣ ਦੇ ਵਿੱਚ ਆਉਂਦੀ ਹੈ ਤੇ ਕੈਪਟਨ ਸਾਹਿਬ ਇੱਕ ਰੋਲ ਪਲੇ ਕਰ ਸਕਦੇ ਆ, ਚੰਗਾ ਹੋਵੇ ਜਾਂ ਮਾੜਾ। ਫਿਰ ਮਨਜਿੰਦਰ ਸਿੰਘ ਸਿਰਸਾ ਸਾਹਿਬ, ਕੈਪਟਨ ਸਾਹਿਬ ਤੇ ਉਦਾਂ ਦੇ ਆ ਨਾ, ਪਰਿਵਾਰ 'ਚ ਜਿਹੜੀ ਬਜ਼ੁਰਗ ਮਾਤਾ ਹੁੰਦੀ, ਇਹਦੇ ਕੋਲੇ ਸੰਦੂਖ ਦੀ ਚਾਬੀ ਹੁੰਦੀ, ਉਹਦੇ ਬਾਕੀ ਸਾਰਾ ਕੁਝ ਠੀਕ ਹੈ, ਚਾਬੀ ਮਾਤਾ ਕੋਲ ਹੈ, ਉਹਨੂੰ ਪੁੱਛ ਕੇ ਖੋਲਣਾ ਪੈਣਾ। ਆ ਵੀ ਮਾਤਾ ਫਿਰ ਪਹਿਲਾਂ ਮਾਤਾ ਨੂੰ ਚਾਹ ਕਰਕੇ ਪਿਲਾਓ, ਫਿਰ ਮਾਤਾ ਨੂੰ ਪੁੱਛੋ ਮਾਤਾ ਰੋਟੀ ਬਣਾ ਦੀ, ਪੋਲੀ ਜੀ ਪੁੱਤ ਨਾਲ ਦਾਲ ਹੋਵੇ, ਪਤਲੀ ਜੀ ਦਾਲ ਹੋਵੇ, ਨਾਲ ਲੱਸੀ ਹੋਵੇ, ਤਾਂ ਕਿਆ ਬਾਤ ਆ। ਗਰਮੀ ਆ ਤੇ ਚੱਲ ਪੱਖੀ ਝੱਲ ਦੇਣੀ, ਨਹੀਂ ਤੇ ਮਾਂ ਹੀਟਰ ਲਾ ਦਿਓ, ਠੰਡ ਵਾਵਾ। ਉਹ ਮਾਤਾ ਫਿਰ ਖਾ ਲਾ ਰੋਟੀ ਤੇ ਫਿਰ ਦੱਸੀ ਜਦੋਂ ਵੇਲੀ ਕੀ ਪਤਾ ਨਹੀਂ ਰਜਾਈ ਸੀ ਕੋਈ ਉਹਦੇ 'ਚ ਵੇਖਣ ਵਾਲੀ ਸੰਦੂਕ 'ਚ, ਨਾ ਰਜਾਈ ਦਾ ਲਈ ਜਾਣਾ, ਖੇਸ ਥੱਲੇ ਆ ਉਹਦੇ ਆਇਆ, ਰਜਾਈ ਤਾਂ ਨਹੀਂ ਚਾਹੀਦੀ, ਜੇ ਕੋਈ ਰਜਾਈ ਤਾਂ ਪੁੱਤ ਮੈਂ ਨਹੀਂ ਦੇਣੀ, ਉਹ ਖੇਸ ਲੈਣਾ, ਰਜਾਈ ਦੇ ਥੱਲੇ ਹੋਣੀ। ਮਨਜਿੰਦਰ ਸਿੰਘ ਸਿਰਸਾ ਸਾਹਿਬ ਬੜੇ ਪੁਰਾਣੇ ਬੰਦੇ ਆ, ਪੰਜਾਬ ਦੇ ਵਿੱਚ ਬੜਾ ਵੱਡਾ ਅਹੁਦਾ ਸੀ ਜਦੋਂ ਅਕਾਲੀ ਦਲ ਸੀ। ਅਕਾਲੀ ਦਲ ਦੇ ਵੀ ਬੜੇ ਲੀਡਰ ਨੇ ਜਿਹੜੇ ਉਹਨਾਂ ਦੇ ਨਾਲ
ਜਾਣੀ ਸੰਪਰਕ ਰੱਖਦੇ ਆ, ਪਰਿਵਾਰਕ ਸਮਾਗਮ ਹੋਣ ਉਹਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਆ। ਜੇ ਕਿਤੇ, ਮੈਂ ਨਹੀਂ ਕਹਿੰਦਾ ਲੋੜ ਪੈਣੀ ਆ, ਜੇ ਕਿਤੇ ਲੋੜ ਪੈਂਦੀ ਆ ਤੇ ਜਿੱਦਾਂ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਅੰਦਰ ਸੰਪਰਕ ਕਰ ਸਕਦੇ ਆ, ਤੇ ਫਿਰ ਸਿਰਸਾ ਸਾਹਿਬ ਨੂੰ ਕਿਹੜਾ ਟਿਕਟ ਲੈਣੀ ਪੈਣੀ ਆ। ਇਸ ਕਰਕੇ ਕਿਸੇ ਵੀ ਕੁਛ ਵੀ ਕਿਵੇਂ ਵੀ ਹੋ ਸਕਦਾ, ਤੇ ਜੋ ਹੋ ਸਕਦਾ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਤੁਸੀਂ ਇੱਕ ਦਿਨ ਪਹਿਲਾਂ 9 ਮਾਰਚ ਨੂੰ ਲੱਸੀ ਨਹੀਂ ਪੀਣੀ, ਉਹਨੂੰ ਫਰਿੱਜ 'ਚ ਰੱਖਣਾ ਹੀ, ਤੇ ਉਦੋਂ ਨੂੰ ਫਿਰ ਪਾਣੀ ਪਾ ਕੇ ਪੀਣੀ ਆ, ਦਿਲ ਥੋੜਾ ਜਿਹਾ ਖੜਾ ਰਹਿੰਦਾ ਹੁੰਦਾ। ਕਾਲੀ ਮਿਰਚ ਧੂੜਲਾ ਕਰਨੇ ਉੱਤੇ ਗਲਾਸ ਦੇ, ਅੱਖਾਂ ਜਾਂ ਮੀਟ ਕੇ ਝੀਕ ਲਾ ਕੇ ਸਿੱਧੀ। ਇਹ ਸਿਰਸਾ ਸਾਹਿਬ ਦੀ ਗੱਲ ਤਾਂ ਹੋ ਸਕਦਾ ਬੰਦਾ ਸੋਚੇ ਨਹੀਂ ਉਹਨਾਂ ਦੀ ਕਾਹਦੀ ਗੱਲ ਆ। ਮੇਰਾ ਖਿਆਲ ਇਲੈਕਸ਼ਨ ਤੋਂ 2 ਦਿਨ ਪਹਿਲਾਂ ਜੀ ਦਿੱਲੀ ਦੇ ਵਿੱਚ ਬੜੀ ਵੱਡੀ ਮੁਲਾਕਾਤ ਹੁੰਦੀ, ਜਿਹਦੇ ਵਿੱਚ ਬਹੁਤ ਸਾਰੇ ਵੱਡੇ ਸਿੱਖ ਜਿਹੜੇ ਕਹਿ ਲਓ ਕਿ ਵੀ ਚਿਹਰੇ ਨੇ, ਪੰਥਕ ਚਿਹਰੇ ਨੇ, ਉਹ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਦੇ ਹਨ। ਉੱਥੇ ਇੱਕ ਗੱਲ ਨੋਟ ਕਰਨ ਵਾਲੀ ਸੀ, ਬਾਕੀ ਚਿਹਰਿਆਂ ਨੂੰ ਭੁੱਲ ਜਾਓ। ਜਿਹੜੇ ਸਿਰਸਾ ਸਾਹਿਬ ਜਿਹੜੀ ਕੁਰਸੀ ਛੱਡ ਕੇ ਉਸ ਪਾਰਟੀ 'ਚ ਗਏ ਤੇ ਜਿਸ ਕੁਰਸੀ ਦਾ ਕਰਕੇ ਰੌਲਾ ਰੱਪਾ ਪਿਆ ਤੇ ਰਾਤੋਂ ਰਾਤ ਕਾਲਕਾ ਸਾਹਿਬ ਨੂੰ ਉਸ ਕੁਰਸੀ 'ਤੇ ਬਿਠਾਇਆ, ਉਹ ਹਰਮੀਤ ਸਿੰਘ ਕਾਲਕਾ ਸਾਹਿਬ ਵੀ ਉੱਥੇ ਹੀ ਸੀਗੇ, ਖੁਦ ਨਾਲ ਸੀਗੇ ਤੇ ਖੁਦ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕਰ ਰਹੇ ਸੀ, ਖੁਦ ਸਿਫਤ ਕੀਤੀ ਸੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਭਾਈ ਸਾਹਿਬ ਵੀ ਕਿਹੜੀ ਚਾਬੀ ਨਾਲ ਕਿਹੜਾ ਜਿੰਦਰਾ ਖੁੱਲਦਾ। ਜ਼ਰੂਰੀ ਹੈ। ਹੁਣ ਆਪਾਂ ਆ ਜਾਈਏ ਦੂਸਰੀਆਂ 2 ਧਿਰਾਂ, ਉਹਨਾਂ 2 ਧਿਰਾਂ ਦੇ ਵਿੱਚੋਂ ਹਰੇਕ ਨੂੰ ਲੱਗਦਾ ਕਿ ਭਾਈ ਸਾਹਿਬ ਸਰਕਾਰ ਸਾਡੀ ਬਹੁਮਤ ਦੇ ਨਾਲ। ਉਹਦੇ 'ਚ ਸਭ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਪਿਛਲੀ ਵਾਰ ਅਸੀਂ ਗਲਤੀ ਕਰ ਲਈ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਦਿੱਤਾ, ਐਤਕੀ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਵੀ 21-22 ਲੱਖ ਵੋਟਾਂ ਲੈ ਕੇ, ਜਦੋਂ ਲੋਕਾਂ ਨੇ ਇੱਕ ਪਾਸਵਰਡ ਹੀ ਕਹਿ ਦਿੱਤਾ ਵੀ ਭਗਵੰਤ ਮਾਨ ਹੀ ਮੁੱਖ ਮੰਤਰੀ ਚਾਹੀਦਾ ਸੀ, ਉਦੋਂ ਬਣਾਇਆ। ਤੇ ਉਹਦਾ ਕਰਕੇ ਕਹਿੰਦੇ ਵੀ ਪਿਛਲੀ ਵਾਰ ਤੇ ਇਹ ਸੀ ਲੋਕਾਂ ਨੂੰ ਵੀ ਹਾਂ ਯਾਰ ਪਤਾ ਨਹੀਂ ਇਹ ਨਵੇਂ ਕੀ ਕਰਨ ਕੀ ਨਾ ਕਰਨ। ਕੈਪਟਨ ਸਾਹਿਬ ਨੇ ਕਿਉਂਕਿ ਖੁੰਡਾ ਖੜਕਾਇਆ ਸੀ, ਜੋ ਪਿਛਲੇ ਦਹਾਕੇ ਦੀ ਗੱਲ ਕਰਦੇ ਆ, ਉਹਨਾਂ ਨੂੰ ਦਿਓ ਮੌਕਾ। ਪਰ ਜਦੋਂ ਕੈਪਟਨ ਸਾਹਿਬ ਨੂੰ 4.5 ਸਾਲ ਵੇਖ ਲਿਆ, ਉਹ ਕਹਿੰਦੇ 10 ਸਾਲ ਉਹਨਾਂ ਦੇ ਵੇਖ ਲਏ, ਕੈਪਟਨ ਸਾਹਿਬ ਦਾ ਰਾਜ ਵੇਖ ਲਿਆ, ਚੰਨੀ ਸਾਹਿਬ ਦਾ ਵੀ 100 ਦਿਨ ਦੇਖ ਲਿਆ, ਹੁਣ ਦਿਓ ਜੀ ਮੌਕਾ ਆਮ ਆਦਮੀ ਪਾਰਟੀ ਨੂੰ। ਤੇ ਇਸ ਵੇਵ ਦਾ ਕਰਕੇ ਉਹਨਾਂ ਨੂੰ ਲੱਗਦਾ, ਅਸੀਂ ਨਹੀਂ ਕਹਿੰਦੇ ਮਿਲਣਾ, ਪਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਬਹੁਮਤ ਮਿਲ ਸਕਦਾ। ਦੇਖੋ ਸੰਧਾਲੀਆ ਸਾਹਿਬ, ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਐਨ ਯਕੀਨ ਦੇ ਵਿੱਚ ਨੇ ਕਿ ਘੱਟੋ ਘੱਟ 60 ਸੀਟਾਂ ਸਾਡੀਆਂ ਵੱਟ ਤੇ ਪਈਆਂ। ਮਿਲ ਜਾ ਬਹੁਮਤ ਕੋਈ ਗੱਲ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜੇ ਨਹੀਂ ਮਿਲਦਾ, ਆਪਾਂ ਜੇ ਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਹਾਂ। ਜੇ ਉਧਰਲੇ ਪਾਸੇ ਇੱਕ ਲੰਬਾ ਚੌੜਾ ਆਪਾਂ ਗੱਠਜੋੜ ਬਣਾਇਆ ਸੀ, ਤੇ ਦੂਸਰੇ ਪਾਸੇ ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਜੇ ਬਹੁਮਤ ਨਹੀਂ ਮਿਲਦਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਭਾਵੇਂ ਕੌੜਾ ਘੁੱਟ ਭਰਨਾ ਪਵੇ ਪਰ ਰਲ ਜਾਣ। ਬੜੇ ਲੋਕ ਇਤਰਾਜ਼ ਕਰਦੇ ਆ, ਉਹ ਕਾਂਗਰਸ ਨਾਲ ਰਲ ਜਾਣ। ਜਿਹੜੀ ਕਾਂਗਰਸ ਪਾਰਟੀ ਦੇ ਖਿਲਾਫ ਕੇਜਰੀਵਾਲ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ, ਰਾਘਵ ਚੱਡਾ ਸਾਹਿਬ ਨੇ, ਜਰਨੈਲ ਸਿੰਘ ਹੋਰਾਂ ਨੇ, ਸੰਧਵਾ ਸਾਹਿਬ ਨੇ, ਅਮਨ ਅਰੋੜਾ ਸਾਹਿਬ ਨੇ, ਹਰਪਾਲ ਚੀਮਾ ਸਾਹਿਬ ਨੇ ਠੋਕ ਕੇ ਪ੍ਰਚਾਰ ਕੀਤਾ, ਕਦੇ ਵੀ ਨਹੀਂ। ਹੋ ਸਕਦਾ ਕਿਸੇ ਨੂੰ ਇਤਰਾਜ਼ ਹੋਵੇ, ਪਰ ਜੇ ਕਿਸੇ ਨੂੰ ਚੇਤਾ ਭੁੱਲ ਗਿਆ ਤਾਂ ਦੱਸ ਦਿੰਦੇ ਆ ਕਿ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਦੇਸ਼ ਦੇ ਵਿੱਚ ਕਿਸੇ ਸੂਬੇ 'ਚ ਚੋਣਾਂ ਲੜੀਆਂ ਤਾਂ ਉਹ ਦਿੱਲੀ ਸੀ। ਉੱਥੇ 15 ਸਾਲ ਹੋ ਗਿਆ ਸੀ ਕਾਂਗਰਸ ਪਾਰਟੀ ਦਾ ਰਾਜ ਸੀ, ਤੇ ਬੀਬੀ ਸ਼ੀਲਾ ਦੀਕਸ਼ਤ ਜੀ ਮੁੱਖ ਮੰਤਰੀ ਸਨ, ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਸਭ ਤੋਂ ਵੱਧ ਪਾਣੀ ਪੀ ਕੇ ਬੀਬੀ ਸ਼ੀਲਾ ਦੀਕਸ਼ਤ ਦੀ ਦਿੱਲੀ ਦੀ ਸਰਕਾਰ ਨੂੰ ਕੋਸਿਆ ਸੀ, ਤੇ ਸਗੋਂ ਖੁਦ ਚੋਣ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਦੇ ਖਿਲਾਫ ਲੜੀ ਸੀ, ਤੇ ਬਹੁਤ ਵੱਡੀਆਂ ਵੋਟਾਂ ਨਾਲ ਜਿੱਤੇ ਵੀ ਸੀ। ਤੇ ਜਦੋਂ ਕਿਸੇ ਵੀ ਧਿਰ ਨੂੰ ਬਹੁਮਤ ਨਾ ਮਿਲਿਆ, ਆਮ ਆਦਮੀ ਪਾਰਟੀ ਬਹੁਮਤ ਤੋਂ ਥੋੜਾ ਪਿੱਛੇ ਰਹਿ ਗਈ ਸੀ, ਤੇ ਉਸ ਵੇਲੇ ਫਿਰ ਕਾਂਗਰਸ ਪਾਰਟੀ ਦੇ ਨਾਲ ਰਲ ਕੇ ਮੇਰਾ ਖਿਆਲ ਹੈ ਕਿ 49 ਦਿਨ ਹੀ ਸਰਕਾਰ ਚੱਲੀ ਸੀ ਨਾ, ਤੇ ਉਹਦੇ ਤੋਂ ਬਾਅਦ ਪੂਰਨ ਬਹੁਮਤ ਮਿਲਿਆ ਸੀ। ਇਸ ਕਰਕੇ ਜੇ ਅਗਲੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਤੱਤਾ ਅੰਨਾ ਹਜ਼ਾਰੇ ਦਾ ਅੰਦੋਲਨ ਚੱਲ ਕੇ ਹਟਿਆ ਸੀ, ਤੱਤੇ ਦਿੱਲੀ ਦੇ ਵਿੱਚ ਉਹ ਬੀਬੀ ਸ਼ੀਲਾ ਦੀਕਸ਼ਤ, ਹੁਣ ਤਾਂ ਚਲੋ ਉਹਨਾਂ ਦੀ ਗੱਲ ਨਹੀਂ ਕਰਨੀ ਬਣਦੀ, ਤੇ ਕਾਂਗਰਸ ਨੂੰ ਕੋਸ ਕੇ ਹਟਿਆ ਸੀ, ਜੇ ਉੱਥੇ ਗੱਠਜੋੜ ਹੋ ਸਕਦਾ ਸਿਰਫ ਇਸ ਆਧਾਰ ਤੇ दिल्ली को बचाना है, दिल्ली के लोगों की जो आशाएं हैं उनको पूरा करना है, ਉਹ ਆਧਾਰ ਦੇ ਉੱਤੇ ਜੇ ਦਿੱਲੀ ਦੇ ਵਿੱਚ ਗੱਠਜੋੜ ਹੋ ਸਕਦਾ। ਅਸੀਂ ਨਹੀਂ ਕਹਿੰਦੇ ਪੰਜਾਬ 'ਚ ਹੋਣਾ, ਪਰ ਕਿਸੇ ਵੀ ਤਰੀਕੇ ਦੇ ਨਾਲ ਫਿਰ ਕੀ ਕਹਿਣਾ, ਭਾਜਪਾ ਤੋਂ ਪੰਜਾਬ ਨੂੰ ਬਚਾਉਣਾ ਹੈ। ਦੇਸ਼ ਦੇ ਵਿੱਚ ਭਾਜਪਾ ਦਾ ਮੁਕਾਬਲਾ ਦੋਨਾਂ ਧਿਰਾਂ ਦੀ, ਕਾਂਗਰਸ ਦੀ ਵੀ ਬੋਲੀ ਹੋ ਸਕਦੀ ਹੈ ਤੇ ਆਮ ਆਦਮੀ ਪਾਰਟੀ ਦੀ, ਕਿ ਭਾਜਪਾ ਦੀ ਇੱਕ ਵਿਸ਼ੇਸ਼ ਵਿਚਾਰਧਾਰਾ ਨੂੰ ਰੋਕਣ ਦੇ ਲਈ ਸਾਨੂੰ ਪੰਜਾਬ 'ਚ ਇਕੱਠੇ ਹੋਣਾ ਪਿਆ, ਹੋਵਾਂਗੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ। ਹਾਂ ਨਹੀਂ, ਇਹ ਤਾਂ ਗੱਲ ਕਲੀਅਰ ਹੈ। ਦੇਖੋ ਉਦੋਂ ਹੋ ਸਕਦਾ ਆਪਾਂ ਨੂੰ ਇਸ ਗੱਲ ਤੋਂ ਨਾ ਕੋਈ ਬੰਦਾ ਮਹਿਸੂਸ ਨਾ ਕਰ ਸਕਦਾ ਹੋ ਵੀ ਕਿੱਦਾਂ ਹੋ ਸਕਦਾ। ਤੁਸੀਂ ਅੰਦਾਜ਼ਾ ਲਾਓ ਕਿ ਜਦੋਂ 10 ਸਾਲ ਅਕਾਲੀ ਬੀਜੇਪੀ ਸਰਕਾਰ ਸੀਗੀ ਪੰਜਾਬ 'ਚ, ਤੇ 25 ਸਾਲ ਰਾਜ ਕਰਨ ਦੀ ਗੱਲ ਚੱਲਣ ਲੱਗ ਪਈ ਸੀ ਜੀ। ਕਿਉਂਕਿ ਦੇਖੋ ਨਾ, 10 ਸਾਲ ਹੋ ਜਾਣ, ਉਹੋ ਹੀ ਦਫ਼ਤਰ, ਉਹੀ ਮੰਤਰਾਲੇ, ਇੱਧਰ ਫੋਨ ਕਰ ਉੱਧਰ ਫੋਨ ਕਰ, 10 ਸਾਲਾਂ 'ਚ ਕਈ ਭਰਤੀਆਂ ਹੋ ਕੇ ਯੈਸ ਸਰ ਸਲੂਟ ਵੱਜਣ ਲੱਗ ਪੈਂਦੇ ਜੀ। ਬੰਦੇ ਨੂੰ ਮਹਿਸੂਸ ਜਿਹਾ ਹੋਣ ਲੱਗ ਪੈਂਦਾ ਵੀ ਯਾਰ ਰਾਜ ਹੀ ਅਸੀਂ ਹਾਂ। ਤੇ ਦਿੱਲੀ ਤੇ 15 ਸਾਲ ਹੋ ਗਏ ਕਾਂਗਰਸ ਪਾਰਟੀ ਜੀ। ਹੁਣ ਜਿਹੜੀ ਇੱਕ ਸਥਾਪਤ ਧਿਰ ਹੋਵੇ, ਉਹ ਕਿੱਦਾਂ, ਮਤਲਬ ਜਿਹੜੇ ਬੰਦਿਆਂ ਨੇ ਉਹਨਾਂ ਦਾ ਰਾਜ ਜਿਹੜਾ ਉਹ ਪਲਟਾ ਕਰਤਾ,
ਉਹ ਕਿਵੇਂ ਸਪੋਰਟ ਕਰ ਸਕਦੇ? ਪਰ ਅਗਲੇ ਨੇ ਕੀਤੀ। ਹੁਣ ਜੇ ਉੱਥੇ ਹੋ ਸਕਦਾ ਤਾਂ ਇੱਥੇ ਤੇ ਗੱਲ ਹੀ ਕੁਝ ਨਹੀਂ ਸੀ, ਕਿਉਂਕਿ ਜਿੰਨਾ 4.5 ਸਾਲ ਰਾਜ ਕੀਤਾ ਉਹ ਲਾਂਭੇ ਨੇ ਜੀ। ਤੇ ਚੰਨੀ ਸਾਹਿਬ ਨੂੰ ਤਾਂ ਜੇ 100 ਦਿਨ ਹੋਇਆ ਸਾਰਾ, ਸੋ ਉਹਨਾਂ ਨੂੰ ਤੇ ਮੇਰੇ ਖਿਆਲ ਨਾਲ ਮਹਿਸੂਸ ਵੀ ਕੋਈ ਨਹੀਂ। ਭਰਾ ਨੇ ਹੁਣ ਕੀ ਗੱਲ ਕਰਦੇ ਹੋ ਯਾਰ, ਤੁਸੀਂ ਕਮਾਲ ਕਰਦੇ ਹੋ, ਜੇ ਮੈਂ ਇੰਨਾ ਸਾਰਾ ਕੁਝ ਕਰ ਲਿਆ ਤਾਂ ਗਠਬੰਧਨ ਵੀ ਕਰ ਲਈਦਾ, ਕਿਹੜੀ ਗੱਲ ਕੀਤੀ। ਵੈਸੇ ਵੀ ਸੰਧਾਲੀਆ ਸਾਹਿਬ ਤੁਸੀਂ ਇੱਕ ਗੱਲ ਦੇਖੋ, ਜਿਸ ਤਰੀਕੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੂੰ ਨੁਕਰੇ ਲਾਇਆ, ਕਾਂਗਰਸ ਦੇ ਲਈ ਜੇ ਪੂਰਨ ਬਹੁਮਤ ਨਹੀਂ ਮਿਲਦਾ ਤਾਂ ਬਹੁਤ ਜ਼ਰੂਰੀ ਹੈ ਕਿ ਉਹ ਲੋਕਾਂ ਨੂੰ ਕੱਲ ਨੂੰ 2024 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਇਹ ਦੱਸ ਸਕਣ ਕਿ ਪੰਜਾਬ 'ਚ ਅਜੇ ਵੀ ਸਾਡਾ ਰਾਜ ਹੈ, ਚਾਹੇ ਉਹ ਕਿਸੇ ਦੇ ਨਾਲ ਗੱਠਜੋੜ ਕਰਕੇ ਹੈ, ਚਾਹੇ ਕਿਸੇ ਵੀ ਤਰੀਕੇ ਹੈ। ਇੱਕ ਹੋਰ ਚੀਜ਼, ਕਾਂਗਰਸ ਪਾਰਟੀ ਜੇ ਬਹੁਮਤ ਦੇ ਵਿੱਚ ਨਹੀਂ ਆਉਂਦੀ, ਜੇ ਲਟਕਵੀਂ ਵਿਧਾਨ ਸਭਾ ਬਣਦੀ ਹੈ, ਤੇ ਕਾਂਗਰਸ ਪਾਰਟੀ ਦੇ ਲਈ ਜ਼ਰੂਰੀ ਹੈ ਕਿ ਛੇਤੀ ਤੋਂ ਛੇਤੀ ਫੈਸਲਾ ਲਵੇ, ਕਿਉਂਕਿ ਕਾਂਗਰਸ ਪਾਰਟੀ ਗੋਆ 'ਚ ਲੇਟ ਹੋ ਗਈ ਸੀ। ਲੇਟ ਇਸ ਕਰਕੇ ਹੋ ਗਈ ਸੀ, ਕਿਸੇ ਨੂੰ ਬਹੁਮਤ ਨਾ ਮਿਲਿਆ, ਕਾਂਗਰਸ ਸਭ ਤੋਂ ਵੱਡੀ ਧਿਰ ਸੀ, ਦਿਗਵਿਜੇ ਸਿੰਘ ਹੋਰੀ ਜ਼ਿਆਦਾ ਹੀ ਲੇਟ ਹੋ ਗਏ, ਉੱਥੇ ਪਹੁੰਚੇ 10-12 ਘੰਟੇ ਆਰਾਮ ਦੀ ਮੁਦਰਾ ਦੇ ਵਿੱਚ ਰਹੇ, ਤੇ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਲਾਣੇ ਨੂੰ ਹੂੰਝ ਕੇ ਲੈ ਗਈ ਸੀ, ਕਿਉਂਕਿ ਕਾਂਗਰਸ ਦੇ ਵਿੱਚ ਸਿੱਧੂ ਸਾਹਿਬ ਦਾ ਧੜਾ, ਚੰਨੀ ਸਾਹਿਬ ਦਾ ਧੜਾ, ਬਾਜਵਾ ਸਾਹਿਬ ਦਾ ਧੜਾ, ਚਾਹੇ ਮੰਨਣ ਨਾ ਮੰਨਣ, ਜਾਖੜ ਸਾਹਿਬ ਦਾ ਧੜਾ, ਦੂਲੋ ਸਾਹਿਬ ਦਾ ਧੜਾ, ਬੀਬੀ ਭੱਠਲ ਦਾ ਧੜਾ, ਕਾਂਗਰਸ ਪਾਰਟੀ 'ਚ ਧੜਿਆਂ ਨੇ ਚੋਣ ਲੜੀ ਆ, ਪਾਰਟੀ ਨੇ ਚੋਣ ਨਹੀਂ ਲੜੀ। ਤੇ ਰਾਹੁਲ ਗਾਂਧੀ ਜੋ ਕੁਛ ਇੱਥੇ ਵੇਖ ਕੇ ਗਏ ਆ, ਬੀਬੀ ਪ੍ਰਿਯੰਕਾ ਗਾਂਧੀ ਆਪਣੀਆਂ ਰੈਲੀਆਂ 'ਚ ਜੋ ਕੁਝ ਵੇਖ ਕੇ ਗਏ ਆ, ਜੋ ਕੁਝ ਰਾਵਤ ਸਾਹਿਬ ਤੇ ਹਰੀਸ਼ ਚੌਧਰੀ ਨੇ ਦੱਸਿਆ ਹੋਣਾ, ਜਦੋਂ ਨਤੀਜੇ ਅਜੇ ਪੂਰੇ ਆਏ ਨਹੀਂ ਹੋਣੇ, ਜੇ ਉਹਨਾਂ ਨੂੰ ਲੱਗਿਆ ਨਾ ਕਿ ਲਟਕਵੀਂ ਵਿਧਾਨ ਸਭਾ, ਉਹਨਾਂ ਨੇ ਉਸੇ ਵੇਲੇ ਕਹਿਣਾ ਹੁਣ ਜੀ ਕਿਸੇ ਵੀ ਤਰੀਕੇ ਇਹਦੇ ਤੋਂ ਪਹਿਲਾਂ ਕਿ 5 ਧੜੇ ਵੱਖਰੇ ਵੱਖਰੇ ਧੜਿਆਂ ਨਾਲ ਜਾ ਕੇ ਜੁੜ ਜਾਣ, ਤੁਸੀਂ ਕਿਸੇ ਵੀ ਤਰੀਕੇ ਹੋ ਸਕੇ ਜਾ ਕੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਜੱਫੀ ਪਾ ਲਓ, ਸਰਕਾਰ ਸਾਂਝੀ ਬਣਾ ਲਓ, ਤੁਹਾਡੇ ਕੋਲ 2 ਹੀ ਰਹਿ ਜਾਣੇ ਆ। ਨਹੀਂ, ਇੱਕ ਆਪਾਂ ਇਹ ਵੀ ਜ਼ਿਕਰ ਕਰਦੀ ਹੈ ਵੀ ਉਹ ਅਕਸਰ ਸ਼ਬਦ ਵਰਤਦੇ ਹੁੰਦੇ ਆ, ਜਿੰਨੇ ਵੀ ਲੀਡਰ ਤੁਸੀਂ ਗਣਾਏ ਸਾਰੇ ਧੜਿਆਂ ਵਾਲੇ ਜੀ, ਕਾਂਗਰਸ ਇੱਕ ਮੁੱਠ ਹੈ। ਹੁਣ ਬੰਦਾ ਸੋਚਦਾ ਵੀ ਇੱਕ ਮੁੱਠ ਦਾ ਮਤਲਬ ਵੀ ਇਕੱਠੀ ਹੈ ਜੀ, ਪਰ ਮੈਨੂੰ ਇਹ ਲੱਗਦਾ ਵੀ ਉਹ ਇੱਕ ਮੁੱਠ ਏਦਾਂ ਵੀ ਇੱਕ ਮੁੱਠ ਇੱਕ ਹੋ ਗਈ, ਉਹਦੇ ਉੱਤੇ ਇੱਕ ਮੁੱਠ ਹੋ ਗਈ ਹੈ ਨਾ, ਉਹ ਸਾਰੀਆਂ ਮੁੱਠਾਂ ਇਕੱਠੀਆਂ ਤੇ ਉਹ ਕੁਛ ਪਤਾ ਨਹੀਂ ਕਦੋਂ ਕਿੰਨੇ ਮੁੱਠੀ ਚੱਕ ਲੈਣੀ ਹੈ, ਤੇ ਜਦੋਂ ਇੱਕ ਮੁੱਠੀ ਚੱਕ ਲੈ ਤੇ ਫਿਰ ਦੂਜੀ ਵੀ ਨਾਲ ਤਿਆਰ ਹੀ ਹੁੰਦੀ ਜੀ। ਸੋ ਇਹ ਕੰਮ ਹੋ ਸਕਦਾ। ਬਾਕੀ ਚਲੋ ਆਪਾਂ ਇਹ ਨਾ ਕਹਿਣ ਅਗਲੇ ਵੀ ਯਾਰ ਸਾਨੂੰ ਵੀ ਬਹੁਮਤ ਦਿਓ, ਕਾਂਗਰਸ ਪਾਰਟੀ ਨੂੰ ਵੀ ਬਹੁਮਤ ਦੇ ਦਿੰਦੇ ਆ, ਵੀ ਹੋ ਸਕਦਾ ਚੰਨੀ ਸਾਹਿਬ ਦੇ 111 ਦਿਨਾਂ ਦੇ ਕੰਮਾਂ ਨੂੰ ਦੇਖ ਕੇ, ਕਿਉਂਕਿ ਜੇ ਪ੍ਰਿਯੰਕਾ ਗਾਂਧੀ ਹੋਰੀ ਆਏ ਤੇ ਉਹ ਵੀ ਕਹਿੰਦੇ ਵੀ ਸਾਨੂੰ ਮੌਕਾ ਦਿਓ, ਰਾਹੁਲ ਗਾਂਧੀ ਸਾਹਿਬ ਆਏ ਤੇ ਸਾਨੂੰ ਮੌਕਾ ਦਿਓ, ਚੰਨੀ ਸਾਹਿਬ ਕਹਿੰਦੇ ਲੈ ਮੌਕਾ ਹੀ ਹੁਣ ਮਿਲਿਆ ਯਾਰ, ਤੁਸੀਂ ਕਮਾਲ ਕਰਦੇ ਹੋ, ਕੈਪਟਨ ਸਾਹਿਬ ਨੇ ਕੰਮ ਨਹੀਂ ਕਰ ਦਿੱਤਾ, ਇੱਕ ਤਰ੍ਹਾਂ ਸਾਨੂੰ ਮੌਕਾ ਦਿਓ। ਕੀ ਪਤਾ ਉਹਨਾਂ ਦੀ ਗੱਲ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਪੈ ਗਈ ਹੋਵੇ, ਤੇ ਐਤਕੀ ਜੇ ਪਿਛਲੀ ਰਾਂ 80 ਤੋਂ 1 ਘੱਟ ਸੀ ਤੇ ਐਤਕੀ 80 ਤੋਂ 1 ਵੱਧਦੀ ਸੀਟ ਆ ਜਾਵੇ ਕਾਂਗਰਸ ਪਾਰਟੀ ਦੀ। ਕੁਛ ਵੀ ਹੋ ਸਕਦਾ ਸੰਧਾਲੀਆ ਸਾਹਿਬ, ਅਜੇ ਕੁਛ ਹੋਰ ਗੱਠਜੋੜ, ਕੋਈ ਕਹਿੰਦਾ ਜੀ ਆਮ ਆਦਮੀ ਪਾਰਟੀ ਅਕਾਲੀ ਦਲ ਨਾਲ ਰਲ ਜੂ, ਬਸਪਾ ਨਾਲ ਸਾਂਝਾ ਹੋ ਜੂ, ਉਹ ਕਹਿਣਗੇ ਜੀ ਕਾਂਗਰਸ ਤੇ ਭਾਜਪਾ ਦੋਨਾਂ ਨੂੰ ਦੂਰ ਰੱਖਣਾ, ਅਜੇ ਕਿਸੇ ਵੀ ਲੀਡਰ ਨੇ ਨਹੀਂ ਕਿਹਾ। ਪਰ ਇੱਕ ਧਿਰ ਆਪਾਂ ਭੁੱਲ ਨਾ ਜਾਈਏ, ਇੱਕ ਬੈਂਸ ਭਰਾ ਨੇ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ, ਮਾਨ ਸਾਹਿਬ ਜੇ ਜਿੱਤਦੇ ਹੈ, ਕਿਉਂਕਿ ਐਤਕੀ ਸਰਗਰਮੀ ਬੜੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਧਿਰ ਦੇ ਨਾਲ ਜਾਣਗੇ, ਕਿਉਂਕਿ ਉਹ ਜਦੋਂ ਖੜੇ ਆ ਤੇ ਉਹ ਖੜੇ ਆ, ਉਹ ਵਿਚਾਰਧਾਰਾ ਨੂੰ ਇੱਧਰ ਉੱਧਰ ਨਹੀਂ ਕਰਦੇ, ਘੱਟੋ ਘੱਟ ਸਾਂਝਾ ਪ੍ਰੋਗਰਾਮ ਜਾਂ ਇਦਾਂ ਦਾ ਕੋਈ ਬਹਾਨਾ ਨਹੀਂ ਲਾਉਂਦੇ ਹੁੰਦੇ। ਬੈਂਸ ਭਰਾਵਾਂ ਦੇ 2 ਸੀਟਾਂ ਦੇ ਉੱਤੇ ਕਿਤੇ ਨਾ ਕਿਤੇ ਅਜੇ ਵੀ ਕਰੜੇ ਮੁਕਾਬਲੇ 'ਚ ਨੇ, ਉਹ ਕਿਸੇ ਪਾਸੇ ਵੀ ਜਾ ਸਕਦੇ ਆ। ਤੀਸਰੇ ਨੰਬਰ ਦੇ ਉੱਤੇ 4 ਬੰਦੇ, ਜੇ ਉਹਨਾਂ 4ਾਂ ਦੇ ਵਿੱਚੋਂ 2 ਜਾਂ 3 ਵੀ ਜਿੱਤ ਗਏ, ਉਹ ਸਭ ਤੋਂ ਅਹਿਮ ਭੂਮਿਕਾ ਨਿਭਾਉਣਗੇ। ਅੰਗਦ ਸਿੰਘ ਨਵਾਂ ਸ਼ਹਿਰ ਤੋਂ ਮੌਜੂਦਾ ਵਿਧਾਇਕ ਨੇ, ਆਜ਼ਾਦ ਉਮੀਦਵਾਰ ਨੇ, ਕਿਉਂ 5 ਕੋਣੇ ਮੁਕਾਬਲੇ 'ਚ ਕੋਈ ਪਤਾ ਨਹੀਂ ਹੁੰਦਾ ਦਾ ਲੱਗਣ ਦਾ। ਸਮਰਾਲੇ ਤੋਂ ਅਮਰੀਕ ਸਿੰਘ ਢਿੱਲੋਂ 4 ਵਾਰ ਦੇ ਕਾਂਗਰਸੀ ਵਿਧਾਇਕ ਨੇ, ਆਜ਼ਾਦ ਉਮੀਦਵਾਰ ਨੇ। ਤਲਵੰਡੀ ਸਾਬੋ ਤੋਂ ਹਰਮਿੰਦਰ ਸਿੰਘ ਜੱਸੀ ਡੇਰਾ ਸਿਰਸਾ ਦੀ ਹਮਾਇਤ ਦੇ ਨਾਲ ਚੋਣ ਲੜ ਰਹੇ ਨੇ, ਆਜ਼ਾਦ ਉਮੀਦਵਾਰ ਨੇ। ਇਧਰਲੇ ਪਾਸਿਓਂ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਨੇ। ਹੋਰ ਵੀ ਹੋ ਸਕਦਾ ਕਿ ਕਿਸੇ ਪਾਸੇ ਕੋਈ ਨਾ ਕੋਈ ਆਜ਼ਾਦ ਉਮੀਦਵਾਰ ਜਿਹੜਾ ਆਪਣੇ ਆਪ ਦੇ ਵਿੱਚ ਕਹਿੰਦਾ ਕਹਾਉਂਦਾ ਹੋਵੇ, ਪਰ ਇਹ 4 ਬੰਦੇ ਅਮਰੀਕ ਸਿੰਘ ਢਿੱਲੋਂ, ਅੰਗਦ ਸਿੰਘ ਹੋਰੀ, ਹਰਮਿੰਦਰ ਸਿੰਘ ਜੱਸੀ ਤੇ ਰਾਣਾ ਇੰਦਰ ਪ੍ਰਤਾਪ, ਮੰਨ ਲਓ 4 ਸੀਟਾਂ ਕੱਢ ਜਾਣ, ਇਹਨਾਂ 'ਚੋਂ 3 ਜਿੱਤ ਜਾਣ ਜਾਂ 2 ਜਿੱਤ ਜਾਣ, ਇਹਨਾਂ ਨੂੰ ਤਾਂ ਕਿਸੇ ਪਾਰਟੀ ਤੋਂ ਵੀ ਪੁੱਛਣ ਦੀ ਲੋੜ ਨਹੀਂ, ਕੋਈ ਅਨੁਸ਼ਾਸਨ ਵਾਲੀ ਗੱਲ ਨਹੀਂ, ਜਿੱਧਰਲੇ ਪਾਸੇ ਜਾ ਕੇ ਜੁੜ ਗਏ ਪੌਂ 12 ਹੁੰਦੀਆਂ। ਫਿਰ ਇਹ ਹੁੰਦੀਆਂ ਨਾਲੇ ਬੈਂਸ ਭਰਾਵਾਂ ਦਾ ਤੇ ਬਿਆਨ ਆ ਵੀ ਹਟਿਆ ਸੀ ਜਦੋਂ ਵੋਟਾਂ ਪੈਣ ਦੇ ਨਾਲ ਹੀ, ਉਹ ਕਹਿੰਦੇ ਵੀ ਦੇਖੋ ਕੁਛ ਮਰਜ਼ੀ ਹੋ ਜਾਏ ਪੰਜਾਬ 'ਚ, ਇਹ ਗੱਲ ਪੱਕੀ ਹੈ ਵੀ ਜਿਹੜੀ ਸਰਕਾਰ ਬਣਨੀ ਉਹ ਸਾਡੀ ਸਹਿਮਤੀ ਨਾਲ ਬਣਨੀ, ਵੀ ਸਾਡੀ ਹਾਜ਼ਰੀ ਤੋਂ ਬਿਨਾਂ ਪੰਜਾਬ ਸਰਕਾਰ ਨਹੀਂ ਬਣਨੀ ਜੀ। ਹੁਣ ਜੇ ਐਤਕੀ 2 ਸੀਟਾਂ ਉਹਨਾਂ ਦੀਆਂ ਆਪਣੀਆਂ ਲੜ, ਭਾਵੇਂ ਬਹੁਤ ਸਾਰੀਆਂ ਸੀਟਾਂ ਰਹੇ ਸੀ, ਉਹਨਾਂ ਦਾ ਗੱਠਜੋੜ ਕਿਸੇ ਨਾਲ ਨਹੀਂ ਹੋਇਆ, ਕੁਛ ਨਾ ਕੁਛ ਤੇ ਉਹਨਾਂ ਨੂੰ ਵੀ ਦੀਦਾ ਹੀ ਹੋਊਗਾ ਨਾ, ਜਿਹਦਾ ਕਰਕੇ ਅਗਲੇ ਦਾਅਵਾ ਕਰਦੇ ਜੀ। ਨਹੀਂ ਤੇ ਕਿਸੇ ਵੇਲੇ ਹੁੰਦਾ ਅਗਲਾ ਕਹਿੰਦਾ ਯਾਰ ਦਾਅਵਾ ਕਰ ਦਿਓ, ਮੌਕਾ ਉਹ ਵੇਖੀ ਜਾਊ। ਕਈ ਬੰਦੇ ਸਾਡੇ ਨਾਲ ਗੁੱਸੇ ਹੋਣੇ ਆ, ਮੈਂ ਕਹਿੰਦਾ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ, ਤੁਸੀਂ ਅੱਜ ਟਿੱਪਣੀਆਂ ਕਰਦੇ ਹੋ, ਆਪਾਂ 10 ਮਾਰਚ ਨੂੰ ਸ਼ਾਮ ਨੂੰ ਦੇਖਾਂਗੇ, ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਹੈ, ਕਿਹੜੀ ਧਿਰ ਹੈ
ਜੇ ਵਿਧਾਨ ਸਭਾ ਲਟਕਵੀਂ ਹੋਂਦ ਚਾਹੁੰਦੀ ਹੈ, ਕਿਸੇ ਨੂੰ ਬਹੁਮਤ ਨਹੀਂ ਮਿਲਦਾ, ਤੁਸੀਂ ਦੱਸੋ ਜੀ ਆਹ ਪਾਰਟੀ ਬਿਲਕੁਲ ਕਿਸੇ ਨਾਲ ਗੱਠਜੋੜ ਨਹੀਂ ਕਰੂ, ਇਹਦੇ ਨਾਲ ਗੱਠਜੋੜ ਨਹੀਂ ਕਰੂ, ਤੁਸੀਂ ਟਿੱਪਣੀਆਂ ਕਰ ਦਿਓ ਤੇ ਉਦੋਂ ਨੂੰ ਫਿਰ ਤੁਸੀਂ ਆਪਣੇ ਬੋਲਾਂ ਤੋਂ ਪਛਾਣ ਨੂੰ ਭੱਜਣਾ, ਪਰ ਅਸੀਂ ਉਦੋਂ ਨੂੰ ਫਿਰ 10 ਤਰੀਕ ਨੂੰ ਤੁਹਾਨੂੰ ਭੱਜਣ ਨਹੀਂ ਦੇਣਾ। ਨਹੀਂ, ਪਰ ਮੈਨੂੰ ਲੱਗਦਾ ਨਹੀਂ ਵੀ ਕੋਈ ਬੰਦਾ ਟਿੱਪਣੀ ਕਰੇਗਾ। ਕਾਰਨ ਪਤਾ ਕੀ ਆ ਜੀ, ਉਹਨਾਂ ਨੂੰ ਤੇ ਪਤਾ ਨਾ ਲੀਡਰ ਆਪਣੀ ਆ। ਫਿਰ ਸੰਧਾਲੀਆ ਸਾਹਿਬ ਗੱਲਾਂ ਤਾਂ ਤੁਹਾਡੀਆਂ ਸਾਰੀਆਂ ਠੀਕ ਨੇ। ਨਹੀਂ, ਮੈਂ ਗਲਤ ਕਰਦਾ ਹੀ ਕੋਈ ਨਹੀਂ। ਨਹੀਂ ਗਲਤ ਤੁਸੀਂ ਨਹੀਂ ਕਰਦੇ, ਪਰ ਤੁਹਾਡਾ ਲਾਣਾ ਕਰਦਾ ਨਾ ਗਲਤ, ਕਿਉਂਕਿ ਲੋਕ ਪਹਿਲਾਂ ਤੁਹਾਡੇ ਲਈ ਡਾਂਗਾ ਡੂੰਗਾ ਕੱਢ ਲੈਂਦੇ, ਐਤਕੀ ਤਾਂ ਚਲੋ ਕੱਢਿਆ ਨਹੀਂ ਤਾਂ ਮੁੜ ਕੇ ਉਹਨਾਂ ਨੂੰ ਪਤਾ ਬਾਅਦ ਚ ਲੱਗਦਾ ਉਹ ਫਿਰ ਗੱਠਜੋੜ ਹੋ ਗਿਆ ਸੀ ਸਾਡਾ, ਫਿਰ ਇਹਨਾਂ ਦੇ ਨਾਲ ਗੱਠਜੋੜ ਆ ਜਿਨ੍ਹਾਂ ਦੇ ਬੂਥ ਪਰੇ ਪਰੇ ਕਰਕੇ ਲਾਏ ਹੁੰਦੇ ਆ। ਹੁਣ ਸੰਧਾਲੀਆ ਸਾਹਿਬ ਤੁਸੀਂ ਇੱਕ ਗੱਲ ਦੇਖੋ ਕਿ ਸਰਕਾਰ ਤਾਂ ਬਣਨੀ ਆ ਜੇ ਵੋਟਾਂ ਗਿਣ ਹੋਣਗੀਆਂ। ਵੋਟਾਂ ਤਾਂ ਗਿਣ ਹੋਣੀਆਂ ਜੀ EVM ਮਸ਼ੀਨਾਂ ਉਦਣ ਨੂੰ ਕਾਊਂਟਿੰਗ ਸੈਂਟਰ ਜਿਹੜੇ ਨੇ, ਗਿਣਤੀ ਕੇਂਦਰ ਜਿਹੜੇ ਆ ਉੱਥੇ ਜਾਣਗੀਆਂ। ਪਟਿਆਲੇ ਦੇ ਵਿੱਚੋਂ ਪਹਿਲਾਂ ਅਕਾਲੀ ਹੁੰਦੇ ਸੀ, ਅੱਜ ਕੱਲ੍ਹ ਆਮ ਆਦਮੀ ਪਾਰਟੀ 'ਚ ਨੇ। ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਉਹ ਉਮੀਦਵਾਰ ਨੇ ਅਜੀਤਪਾਲ ਸਿੰਘ ਕੋਹਲੀ, ਕੈਪਟਨ ਸਾਹਿਬ ਦੇ ਖਿਲਾਫ ਚੋਣ ਲੜ ਰਿਹਾ। ਉਹਨਾਂ ਨੇ ਕਿਹਾ ਜੀ ਦੇਖੋ ਆ ਜਿੱਥੇ ਸਟਰੋਂਗ ਰੂਮ ਬਣਾਇਆ, ਜਿੱਥੇ ਵੋਟਾਂ ਤੋਂ ਬਾਅਦ EVM ਮਸ਼ੀਨਾਂ ਲੈ ਕੇ ਗਏ ਆ ਪਿਛਲੇ ਪਾਸੇ ਖਾਲੀ ਥਾਂ ਪਈ ਹੈ, ਗਰਾਊਂਡ ਹੈ, ਉਧਰਲੇ ਪਾਸੇ ਕੋਈ ਸਿਕਿਉਰਿਟੀ ਦਾ ਪ੍ਰਬੰਧ ਨਹੀਂ, ਆ ਦੇਖੋ ਮੋਹਰਲੇ ਪਾਸੇ ਲਾਈਟ ਪੂਰੀ ਨਹੀਂ ਹੈਗੀ। ਤੇ ਉਹਨਾਂ ਨੇ ਮੰਗ ਕੀਤੀ ਇਲੈਕਸ਼ਨ ਕਮਿਸ਼ਨ ਤੋਂ ਕਿ ਜਿਹੜੇ CCTV ਕੈਮਰੇ ਲਾਏ ਆ ਇਹਦੇ ਐਕਸੈਸ ਸਾਨੂੰ ਦਿਓ, ਅਸੀਂ ਆਪਣੇ ਘਰ ਆਪਣੇ ਦਫ਼ਤਰ 'ਚ ਬੈਠ ਕੇ ਦੇਖ ਸਕੀਏ ਕਿ ਸਾਰਾ ਕੁਝ ਠੀਕ ਹੈ, ਸਿਕਿਉਰਿਟੀ ਵਧਾਓ। ਇੱਕ ਦੋ ਜਗ੍ਹਾ ਤੋਂ ਹੋਰ ਵੀ ਇਦਾਂ ਦਾ ਰੌਲਾ ਰੱਪਾ ਪਿਆ ਕਿ ਭਾਈ ਸਟਰੋਂਗ ਰੂਮ ਜਿਹੜੇ ਆ ਉਹ ਸੁਰੱਖਿਅਤ ਨੇ ਕਿ ਨਹੀਂ। ਹਾਲਾਂਕਿ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਰੈਸ ਕਰਨਾ ਰਾਜੂ ਹੋਰੀ ਕਹਿੰਦੇ ਕਿ ਸਾਡੇ ਕੋਲੇ ਸਾਰਾ ਪ੍ਰਬੰਧ ਹੈ, ਸਾਰਾ ਕੁਝ ਸੁਰੱਖਿਅਤ ਹੈ। EVM ਦਾ ਮੁੱਦਾ ਪਹਿਲਾਂ ਤਾਂ ਮੈਨੂੰ ਐ ਲੱਗਦਾ ਸੀ ਵਿਧਾਨ ਸਭਾ ਦੀਆਂ ਚੋਣਾਂ 'ਚ EVM ਠੀਕ ਵੋਟਾਂ ਪੈਂਦੀਆਂ ਕਿ ਨਹੀਂ ਪੈਂਦੀਆਂ ਰੌਲਾ ਪਊਗਾ, ਪਰ ਐਤਕੀ ਮੁੱਦਾ ਬਣਿਆ ਹੀ ਨਹੀਂ। ਪਰ ਹੁਣ ਸਟਰੋਂਗ ਰੂਮ ਜ਼ਰੂਰ ਇੱਕ ਦੋ ਜਗ੍ਹਾ ਤੇ ਮੁੱਦਾ ਬਣ ਰਹੇ ਆ। ਇਹ ਸਟਰੋਂਗ ਰੂਮ ਮੁੱਦਾ ਮੇਰੇ ਖਿਆਲ ਨਾਲ ਪਿਛਲੀ ਵਾਰ ਵੀ ਬਣੇ ਸੀ। ਐਤਕੀ ਤੇ ਚਲੋ ਜੇ ਘੱਟ ਤੰਬੂ ਲੱਗੇ ਨੇ, ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਤੰਬੂ ਲੱਗੇ ਸੀ। ਤੰਬੂ ਹੀ ਰਹਿ ਗਏ ਕੋਲ, ਤੰਬੂ ਲੱਗੇ ਸੀ। ਉਹ ਕਹਿੰਦੇ ਵੀ ਆਹ ਦੇਖੋ ਜੀ ਫਲਾਣੇ ਥਾਂ ਤੋਂ ਰਿਪੋਰਟ ਦਿਖਾ ਰਹੇ ਆ ਜੀ, ਇਸ ਵਕਤ ਬਿਲਕੁਲ ਦਿਨ ਰਾਤ ਦਾ ਪਹਿਰਾ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰ, ਤੇ ਉਹਨਾਂ ਨੂੰ ਪਤਾ ਵੀ ਸਰਕਾਰ ਸਾਡੀ ਬਣਨੀ ਹੈ, ਅਸੀਂ ਇੱਧਰੋਂ ਉੱਧਰ ਨਹੀਂ ਹੋਣ ਦੇਣੀ ਮਸ਼ੀਨ ਜੀ। ਤੇ ਜੇ ਮੈਂ ਭੁੱਲਦਾ ਨਹੀਂ ਤੇ ਸ਼ਾਇਦ ਇੱਕ ਅੱਧੀ ਥਾਂ ਦੇ ਉੱਪਰ ਰੌਲਾ ਜਿਹਾ ਵੀ ਪਿਆ ਸੀ, ਕਹਿੰਦੇ ਆਹ ਦੇਖੋ ਜੀ ਬੰਦਾ ਗਿਆ ਸੀ ਅੰਦਰ, ਉਹਨੇ ਛੇੜਛਾੜ ਕੀਤੀ, ਨਾਲ ਹੀ ਟੂੰ ਦੀ ਆਵਾਜ਼ ਆਉਣ ਲੱਗ ਪਈ। ਫਿਰ ਇਲੈਕਸ਼ਨ ਕਮਿਸ਼ਨ ਦਾ ਅਮਲਾ ਫੈਲਾ ਗਿਆ, ਜਾ ਕੇ ਉਹਨਾਂ ਉਹ ਕਹਿੰਦੇ ਕੋਈ ਨਹੀਂ ਬੈਟਰੀ ਘੱਟ ਸੀ ਮਸ਼ੀਨ, ਬਾਕੀ ਠੀਕ ਆ, ਕੋਈ ਏਡੀ ਗੌਲੇ ਵਾਲੀ ਗੱਲ ਹੈ। ਵੀਹ ਹੋਣ ਲੱਗ ਪਈ ਸੀ ਨਾ ਉਦੋਂ, ਆ ਵੀਰ ਜੀ ਆਉਣ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਦਾ ਕੋਈ ਰੌਲਾ ਨਾ ਪਵੇ, ਫਤਵਾ ਠੀਕ ਠਾਕ ਆਵੇ, ਸਰਕਾਰ ਲੋਕਾਂ ਦੀ ਬਣੇ, ਲੋਕਾਂ ਦੇ ਮੁੱਦਿਆਂ ਦੇ ਉੱਤੇ ਬਣੇ। ਪਰ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਸੁਨੀਲ ਜਾਖੜ ਹੋਰਾਂ ਦਾ ਇੱਕ ਬਿਆਨ ਫਿਰ ਚਰਚਾ ਦੇ ਵਿੱਚ ਆ ਗਿਆ, ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਇੱਕ ਨਵੀਂ ਧਿਰ ਸੀ ਸੰਯੁਕਤ ਸਮਾਜ ਮੋਰਚਾ। ਉਹ ਧਿਰ ਉਹਨਾਂ ਧਿਰਾਂ ਦੇ ਵਿੱਚੋਂ ਇੱਕ ਵੱਡੀ ਧਿਰ ਸੀ ਜਿਨ੍ਹਾਂ ਨੇ ਇੱਕ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਲੜਿਆ ਸੀ। ਹੁਣ ਸੁਨੀਲ ਜਾਖੜ ਹੋਰਾਂ ਨੇ ਇੱਕ ਨਵੀਂ ਗੱਲ ਕਹੀ, ਉਹ ਕਹਿੰਦੇ ਜੀ ਦੇਖੋ ਪੰਜਾਬ ਦੇ ਲੋਕ ਸਤਰਕ ਰਹਿਣ, ਕਿਸਾਨ ਧਿਰਾਂ ਮੁਸਤੈਦ ਰਹਿਣ ਕਿ ਕੇਂਦਰ ਸਰਕਾਰ ਭਾਵੇਂ ਸਿੱਧੇ ਰੂਪ ਦੇ ਵਿੱਚ ਨਾ ਸਹੀ, ਅਸਿੱਧੇ ਰੂਪ ਦੇ ਵਿੱਚ ਹੀ ਸਹੀ, ਰੂਪ ਬਦਲ ਕੇ ਸਹੀ, ਨਾ ਬਦਲ ਕੇ ਸਹੀ, ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਦੁਬਾਰਾ ਟੇਢੇ ਵਿੰਗੇ ਢੰਗ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ। ਪੰਜਾਬ ਦੇ ਸਾਰੇ ਲੋਕਾਂ ਨੂੰ ਇਕਜੁੱਟ ਰਹਿਣਾ ਚਾਹੀਦਾ, ਖਾਸ ਤੌਰ ਤੇ ਕਿਸਾਨ ਧਿਰਾਂ ਨੂੰ। ਨਹੀਂ, ਗੱਲ ਉਹਨਾਂ ਦੀ ਹੋ ਸਕਦਾ ਵੀ ਠੀਕ ਹੋਵੇ, ਪਰ ਮੈਨੂੰ ਅਜੇ ਬਹੁਤੀ ਆਸ ਲੱਗਦੀ ਜੀ। ਉਹਦੇ ਪਿੱਛੇ ਕਾਰਨ ਇਹ ਆ ਵੀ ਹੁਣ ਤਾਂ ਜੇ ਆਪਾਂ ਗਲਤ ਨਹੀਂ ਤੇ ਚੋਣਾਂ ਤੋਂ ਹਫ਼ਤਾ ਕੁ ਪਹਿਲਾਂ ਜਿਹੜਾ ਉਹ ਚੱਲਦਾ ਸੈਸ਼ਨ ਸੀਗਾ, ਉਹਦੇ ਵਿੱਚ ਆਖਰੀ ਜਿਹੇ ਦਿਨਾਂ ਦੇ ਵਿੱਚ ਰਾਜ ਸਭਾ ਦੇ ਵਿੱਚ ਖੇਤੀ ਮੰਤਰੀ ਤੋਮਰ ਸਾਹਿਬ ਨੇ ਰਿਟਨ 'ਚ ਜਵਾਬ ਦੇ ਦਿੱਤਾ ਸੀ। ਉਹ ਕਹਿੰਦੇ ਜੀ ਨਹੀਂ ਉਹ ਕੰਮ ਸੀਗਾ। ਉਸ ਤੋਂ ਬਾਅਦ ਪਾਰਲੀਮੈਂਟ ਦਾ ਬਕਾਇਦਾ ਸੈਸ਼ਨ ਹੋਇਆ ਤੇ ਕਾਨੂੰਨੀ ਤੌਰ ਦੇ ਨਾਲ ਉਹ ਜਿਹੜੇ ਕਾਨੂੰਨ ਸੀ ਆਪਾਂ ਵਾਪਸ ਕਰਤੇ। ਹੁਣ ਗੱਲ ਇਹ ਆ ਕਿ ਵੀ SSM ਸਿਰਫ 22 ਧਿਰਾਂ ਦਾ ਜੀ, ਬਾਕੀ ਧਿਰਾਂ ਦੇ ਵੱਡੀਆਂ ਨੇ, ਤੇ ਉਹਨਾਂ ਜਿਵੇਂ ਜੇ ਆਪਾਂ ਉਗਰਾਹਾਂ ਧੜੇ ਦੀ ਗੱਲ ਕਰੀਏ ਤੇ ਲੱਖ ਤੋਂ ਵੱਧ ਬੰਦਾ ਜੇ ਬਿਨਾਂ ਕਿਸੇ ਮੁੱਦੇ ਦੇ ਉਦੋਂ ਜਦੋਂ ਪੂਰੇ ਪੰਜਾਬ 'ਚ ਲੋਕ ਵੋਟਾਂ ਕਰਦੇ ਫਿਰਦੇ ਸੀ ਉਦੋਂ ਇਕੱਠ ਕਰ ਸਕਦੇ। ਇਹਦੇ ਤਾਂ ਮਤਲਬ ਜੋ ਬੰਦੇ ਹੈਗੇ। ਰਹੀ ਗੱਲ ਰਕੇਸ਼ ਟਕੈਤ ਦੀ, ਤੇ ਉਹ ਤੁਸੀਂ ਦੇਖ ਹੀ ਲਿਆ ਵੀ UP ਦੇ ਵਿੱਚ ਉਹ ਭਾਵੇਂ ਕੰਢੇ ਹੀ ਆ। ਅਜੇ ਤਾਂ ਚਲੋ ਆਪਾਂ ਗੱਲ ਕਰ ਨਹੀਂ ਸਕਦੇ, ਇਹ 7 ਤੱਕ ਕੰਮ ਚੱਲਣਾ, 7 ਮਾਰਚ ਤੱਕ। ਤੇ ਇਹ ਗੱਲ ਕਲੀਅਰ ਹੈ ਵੀ ਉੱਥੇ UP ਦੇ ਵਿੱਚ ਜੋ ਪਹਿਲਾਂ ਵਾਲੀ ਗੱਲ ਸੀਗੀ ਉਹ ਸ਼ਾਇਦ ਨਾ ਰਹੇ ਜੀ, ਉਹੋ ਜਿਹੀ ਰਹਿ ਜਾਵੇ, ਪਤਾ ਨਹੀਂ ਬਦਲ ਜੇ, ਇਹ ਵੀ ਪਤਾ ਨਹੀਂ, ਪਰ ਕੁਛ ਨਾ ਕੁਛ ਹੋਊਗਾ ਜ਼ਰੂਰ। ਹੁਣ ਇੰਨਾ ਸਾਰਾ ਕੁਛ ਹੋਣ ਦੇ ਬਾਵਜੂਦ ਸਾਲ ਡੇਢ ਸਾਲ ਐਡਾ ਰੱਟਾ ਪੈਣ ਦੇ ਬਾਅਦ 24 ਦੇ ਸਾਹਮਣੇ ਜਾਂ 24 ਦੇ ਲਾਗੇ ਬੰਨੇ ਜਾ ਕੇ ਅਗਲੇ ਫੇਰ ਉਹ ਪੰਗਾ ਪਾ ਲੈਣ, ਮੈਨੂੰ ਲੱਗਦਾ ਨਹੀਂ, ਆਸ ਘੱਟ ਹੈ। ਸੰਧਾਲੀਆ ਸਾਹਿਬ ਦੇਖੋ ਇੱਥੇ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਪਾਰਟੀ ਜਿੱਤਦੀ ਹੈ, ਹਰਦੀ, ਉਹ ਆਪਣੀ ਸੀਟ ਕੱਢਦੇ ਕਿ ਨਹੀਂ ਕੱਢਦੇ, ਉਹ ਹੁਣ ਆਪਾਂ ਰੱਖ ਦਿੱਤਾ ਪਰੇ। ਪਹਿਲੀ ਗੱਲ ਹੈ ਕਿ ਕਿਸਾਨ ਧਿਰਾਂ ਨੂੰ ਆਪਸ ਵਿੱਚ ਗਿਲੇ ਸ਼ਿਕਵੇ ਨਿਬੇੜਨੇ ਚਾਹੀਦੇ ਆ। ਉਹਦਾ ਇੱਕ ਕਾਰਨ ਇਹ ਹੈ ਕਿ ਸ਼ਾਇਦ ਹੀ ਕੋਈ ਸਿਆਸੀ ਧਿਰ ਹੋਵੇ ਜਿਹੜੀ ਦਿਲੋਂ ਇਹ ਚਾਹੁੰਦੀ ਹੋਵੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਜੀ, ਆਹ ਕੰਮ ਨਾ ਹੋਵੇ। ਕਿਉਂਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕੋਈ ਧਿਰ ਕੁਸਕੀ ਥੋੜੋ ਕੀ ਕਿਸਾਨ ਧਿਰਾਂ ਦੁਆਰਾ ਚੁੱਕੇ ਗਏ ਮੁੱਦੇ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਭੋਗ ਵੀ ਨਹੀਂ ਪਾਇਆ ਉਹਨਾਂ ਦਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ, ਇੱਕ ਗੱਲ ਤੱਕ ਨਹੀਂ ਆਖੀ।
ਗਿਲੇ ਸ਼ਿਕਵੇ ਕਿਸਾਨ ਧਿਰਾਂ ਮਿਟਾਉਣ, ਮਜ਼ਦੂਰ ਤਬਕੇ ਨੂੰ ਨਾਲ ਲੈਣ। ਇਹ ਨਾ ਹੋਵੇ ਕਿ ਜਦੋਂ ਕੋਈ ਚੀਜ਼ ਇੰਪਲੀਮੈਂਟ ਹੋ ਜਾ, ਲਾਗੂ ਹੋ ਜਾ, ਤਾਂ ਉਦੋਂ ਜਾ ਕੇ ਗੱਲ ਕਰਨ। ਜਿੱਦਾਂ ਬਲਵੀਰ ਸਿੰਘ ਰਾਜੇ ਵਾਲੇ ਪਹਿਲਾਂ ਕਹਿੰਦੇ ਸੀ ਕਿ ਮੈਂ 6 ਮਹੀਨੇ ਪਹਿਲਾਂ ਕੁੰਡੀ ਲਾ ਕੇ ਇਹਨਾਂ ਨੂੰ ਸਮਝਾਇਆ ਸੀ, ਇਹ ਸਮਝੇ ਨਹੀਂ। ਸਮੇਂ ਤੋਂ ਪਹਿਲਾਂ ਧਿਆਨ ਰੱਖਣਾ ਪਊਗਾ। ਦੂਸਰਾ, ਜੇ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਪਿਛਲੀ ਵਾਰ ਤੋਂ 100 ਘਟ ਜਾਂਦੀਆਂ, ਸਰਕਾਰ ਫਿਰ ਵੀ ਬਣ ਜੂਗੀ ਉਹਨਾਂ ਦੀ, ਪਰ ਉਹ ਇੱਕ ਬਹੁਤ ਵੱਡਾ ਧੱਕਾ ਹੋਏਗਾ। ਜੇ ਉਹਨਾਂ ਦੀ ਸਰਕਾਰ ਨਹੀਂ ਬਣਦੀ, ਅਖਿਲੇਸ਼ ਯਾਦਵ ਝੰਡੀ ਲੈ ਜਾਂਦੇ ਆ, ਜਾਂ ਬੀਬੀ ਮਾਇਆਵਤੀ ਜਾਂ ਪ੍ਰਿਯੰਕਾ ਗਾਂਧੀ ਦਾ ਦਾ ਲੱਗਦਾ, ਫਿਰ ਤਾਂ ਬਿਲਕੁਲ ਕੋਈ ਸੰਭਾਵਨਾ ਨਹੀਂ ਹੋਏਗੀ ਕਿ ਕੇਂਦਰ ਦੀ ਸਰਕਾਰ ਇੱਧਰਲੇ ਪਾਸੇ ਨੂੰ ਸੋਚੇ ਵੀ। ਹਾਂ, ਜੇ ਪ੍ਰਚੰਡ ਪੂਰਨ ਬਹੁਮਤ ਭਾਰਤੀ ਜਨਤਾ ਪਾਰਟੀ ਨੂੰ ਮਿਲਦਾ ਫਿਰ ਹੋ ਸਕਦਾ। ਕਈ ਵਾਰੀ ਸਲਾਹਕਾਰ ਹੁੰਦੇ ਆ ਜੀ, ਕੀ ਫਰਕ ਪੈ ਗਿਆ, ਕੋਈ ਗੱਲ ਹੀ ਨਹੀਂ ਜੀ ਇੱਦਾਂ ਦੀ, ਤੁਸੀਂ ਖਿੱਚ ਕੇ ਰੱਖੋ ਕੰਮ, ਦੇਖੋ ਜੀ ਲੋਕ ਆਪਣੇ ਨਾਲ ਖਲੋਤੇ ਆ। ਉਸ ਸਥਿਤੀ ਦੇ ਵਿੱਚ ਹੋ ਸਕਦਾ ਹੈ ਕਿ ਕਿਸੇ ਵਿੰਗੇ ਟੇਢੇ ਢੰਗ ਦੇ ਨਾਲ ਕੋਈ ਬੰਦਾ ਸਲਾਹ ਦੇਵੇ, ਲਾਗੂ ਨਹੀਂ ਕਰਨਗੇ। ਪਰ ਇਹ ਵੀ ਗੱਲ ਭਾਰਤੀ ਜਨਤਾ ਪਾਰਟੀ ਵਾਲੇ ਬਹੁਤ ਚੰਗੇ ਤਰੀਕੇ ਦੇਖਣਗੇ ਕਿ ਕਾਂਗਰਸ ਪਾਰਟੀ ਦੇ ਵਿੱਚ ਤਾਂ ਦੇਸ਼ 'ਚ ਸਾਹ ਸੱਤ ਹੈ ਨਹੀਂ, ਹੋਰ ਕੋਈ ਸਿਆਸੀ ਧਿਰ ਉੱਭਰ ਕੇ ਸਾਹਮਣੇ ਨਹੀਂ ਆ ਰਹੀ। ਤੇ ਕਿਉਂ ਆਪਾਂ 2 ਸਾਲ ਬਹੁਤ ਛੇਤੀ ਹੋ ਜਾਂਦੇ, ਕਿਉਂਕਿ ਆ 22 ਚੱਲਦਾ ਨਾ, 23 ਦੇ ਅੱਧ ਦੇ ਵਿੱਚ ਲੋਕ ਸਭਾ ਚੋਣ ਦੇ ਲਈ ਪ੍ਰਚਾਰ ਸ਼ੁਰੂ ਹੋ ਜਾਣਾ। ਤੇ ਜੇ ਅੱਜ ਕੋਈ ਪੰਗਾ ਪੈਂਦਾ, ਜੇ ਪਹਿਲਾਂ ਇਹ ਸਾਲ ਸਵਾ ਸਾਲ ਬਹਿ ਸਕਦੇ ਆ, ਫਿਰ ਜਾ ਕੇ ਬਹਿ ਗਿਆ, ਤਾਂ ਇੱਕ ਧਿਰ ਆਪਣੇ ਖਿਲਾਫ ਉਹਨਾਂ ਨੇ ਕਿਉਂ ਕਰ ਲੈਣੀ। ਧਿਆਨ ਰੱਖਣਾ ਚਾਹੀਦਾ ਬਿਲਕੁਲ ਸਿੱਧੇ ਸਪਸ਼ਟ ਤਰੀਕੇ ਦੇ ਨਾਲ, ਪਰ ਅਸਾਰ ਬੇਹੱਦ ਘੱਟ ਨੇ। ਬਹੁਤੀ ਚੀਜ਼ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਨਿਰਭਰ ਕਰੂ। ਬਿਲਕੁਲ ਸਹੀ। ਸੋ ਮਤਲਬ ਆਸ ਘੱਟ ਆ, ਬਾਕੀ ਹੋ ਸਕਦਾ ਜਾਖੜ ਸਾਹਿਬ ਲੀਡਰ ਵੱਡੇ ਨੇ ਭਾਈ, ਜੇ ਉਹਨਾਂ ਨੇ ਬਿਆਨ ਦਿੱਤਾ ਤੇ ਇੱਧਰੋਂ ਉੱਧਰੋਂ ਕੋਈ ਗੱਲ ਉਹਨਾਂ ਦੇ ਦਿਮਾਗ 'ਚ ਆਈ ਹੋਊਗੀ ਜਾਂ ਕਿਤੇ ਪਤਾ ਲੱਗੀ, ਉਹ ਤਾਂ ਹੀ ਕਿਹਾ ਹੋਊਗਾ। ਅੱਛਾ, ਦੂਜੀ ਗੱਲ ਪੰਜਾਬ ਦੀ ਸਿਆਸਤ, ਲਖੀਮਪੁਰ, ਹਾਂ ਮੈਂ ਉਹੀ ਕਰਨਾ ਚਾਹੀਦਾ। ਪੰਜਾਬ ਦੀ ਸਿਆਸਤ ਦੇ ਵਿੱਚ ਇਹ ਜਿਹੜਾ ਖੇਤੀ ਵਾਲਾ ਮੁੱਦਾ ਨਾ, ਇਹ ਚੱਲਦਾ ਤਾਂ ਰਿਹਾ, ਪਰ ਉਹ ਸਾਰਾ ਕੁਛ ਜਦੋਂ ਨਿਬੜ ਗਿਆ, ਉਹ ਸਿਰਫ ਇਸ ਕਰਕੇ ਨਿਬੜ ਗਿਆ ਵੀ ਯਾਰ ਉਹ ਹੋਏ ਤਾਂ ਜੀ ਇਲੈਕਸ਼ਨ ਲੜਨ ਲੱਗ ਪਏ, ਇੱਦਾਂ ਹੋ ਗਿਆ ਉੱਦਾਂ ਹੋ ਗਿਆ। ਪਰ ਉਹ ਸਾਰੇ ਕੁਛ ਦੇ ਵਿੱਚ ਵੀ ਉਹ ਤਰ੍ਹਾਂ ਜਿਹੜੀਆਂ ਕਿ ਇਹ ਕਹਿੰਦੀਆਂ ਸੀ ਵੀ ਯਾਰ ਸਾਡੇ ਨਾਲ ਕੀਤੇ ਵਾਅਦੇ ਨਹੀਂ ਪੂਰੇ ਕੀਤੇ ਗਏ, ਉਹ ਉਸੇ ਤਰ੍ਹਾਂ ਲੜਾਈ ਲੜਦੀਆਂ ਰਹੀਆਂ। ਅਤੇ ਹੋ ਸਕਦਾ ਵੀ ਇਲੈਕਸ਼ਨ ਮੁੱਕਦਿਆਂ ਸਾਰੇ ਹੀ ਉਹ ਲਖੀਮਪੁਰ ਖੀਰੀ ਵਾਲਾ ਮਸਲਾ ਜਿਹੜਾ, ਜਾਂ ਉਹ ਜਿਹੜੇ ਮਸਲੇ ਬਾਅਦ ਦੇ ਵਿੱਚ ਸੀਗੇ, ਜਿੱਦਾਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਜਿਹੜੀਆਂ 4-5 ਮੰਗਾਂ ਸੀਗੀਆਂ, ਚਾਹੇ ਕੇਸ ਵਾਪਸ ਲੈਣ ਦੀ ਗੱਲ ਹੋਵੇ, ਮੁਆਵਜ਼ਿਆਂ ਦੀ ਗੱਲ ਹੋਵੇ, ਉਹ ਦੁਬਾਰਾ ਉੱਠ ਪੈਣ। ਨਹੀਂ, ਸੰਭਾਵਨਾ ਪੈਦਾ ਹੋ ਸਕਦੀ ਹੈ ਜੀ, ਕਿਸੇ ਵੀ ਵੇਲੇ ਹੋ ਸਕਦੀ ਹੈ। ਪਰ ਲਖੀਮਪੁਰ ਵਾਲਾ ਮਸਲਾ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਸੀ। ਉਹ ਆਸ਼ੀਸ਼ ਮਿਸ਼ਰਾ ਜਿਹਦੇ ਤੇ ਦੋਸ਼ ਕਿਸਾਨ ਧਿਰਾਂ ਨੇ ਲਾਇਆ ਸੀ ਕਿ ਇਹਦੇ ਕਹਿਣ ਤੇ ਗੱਡੀ ਕਿਸਾਨਾਂ ਦੇ ਉੱਤੇ ਚੜਾ ਦਿੱਤੀ ਗਈ ਸੀ ਲਖੀਮਪੁਰ ਖੀਰੀ। ਹੁਣ ਪਹਿਲੀ ਗੱਲ ਕਿ ਕਿਸਾਨ ਧਿਰਾਂ, ਖਾਸ ਤੌਰ ਦੇ ਉੱਤੇ ਡਾਕਟਰ ਦਰਸ਼ਨਪਾਲ, ਰਕੇਸ਼ ਟਕੈਤ, ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਸਾਰਿਆਂ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਹੋਵੇ। ਕਿਸਾਨ ਜਿਹੜੇ ਪੀੜਤ ਨੇ, ਜਿਨ੍ਹਾਂ ਦੇ ਪਰਿਵਾਰ ਦੇ ਜੀਅ ਚਲੇ ਗਏ, ਉਹ ਮਾਣਯੋਗ ਸੁਪਰੀਮ ਕੋਰਟ ਪਹੁੰਚੇ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਵਿੱਚ, ਤੇ ਉਹਨਾਂ ਜਾ ਕੇ ਕਿਹਾ ਕਿ ਹਾਈ ਕੋਰਟ ਦਾ ਫੈਸਲਾ ਸਾਨੂੰ ਠੀਕ ਨਹੀਂ ਜਾਪਦਾ, ਕਾਹਲੀ 'ਚ ਕੀਤਾ ਗਿਆ ਜਾਪਦਾ। ਜਿਹੜੇ ਬੰਦੇ ਨੂੰ ਜ਼ਮਾਨਤ ਦਿੱਤੀ ਗਈ ਹੈ ਉਹ ਕੇਂਦਰ ਸਰਕਾਰ ਦੇ ਵਿੱਚ ਗ੍ਰਹਿ ਵਿਭਾਗ ਦੇ ਵਿੱਚ ਮੰਤਰੀ ਦਾ ਪੁੱਤ ਹੈ, ਜਾਂਚ ਪੜਤਾਲ ਚੱਲਦੀ ਹੈ, ਮਾਮਲਾ ਸੈਂਸਿਟਿਵ ਹੈ, ਤੇ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਕਰ ਸਕਦੇ। ਇਸ ਕਰਕੇ ਜਿੰਨੀ ਛੇਤੀ ਹੋ ਸਕਦੇ ਉਹਦੀ ਜ਼ਮਾਨਤ ਰੱਦ ਕੀਤੀ ਜਾਵੇ। ਹੁਣ ਮਾਣਯੋਗ ਸੁਪਰੀਮ ਕੋਰਟ ਇਹਦੇ ਵਿੱਚ ਕੀ ਫੈਸਲਾ ਦਿੰਦੇ ਆ, ਕਦੋਂ ਸੁਣਵਾਈ ਕਰਦੇ ਆ, ਉਹ ਬਾਅਦ ਦੀ ਗੱਲ ਹੈ। ਪਰ ਜਿਸ ਤਰੀਕੇ ਦੇ ਨਾਲ ਕਿਸਾਨ ਧਿਰਾਂ ਨੇ ਪਿਛਲੇ ਦਿਨੀ ਐਲਾਨ ਕਰਤਾ ਸੀ ਕਿ ਭਾਈ ਜੇ ਸਰਕਾਰ ਦਾ ਰਵੱਈਆ ਇਦਾਂ ਦਾ ਹੀ ਰਿਹਾ ਤੇ ਸਾਨੂੰ ਹੋ ਸਕਦਾ ਲਖੀਮਪੁਰ ਖੀਰੀ ਦੇ ਵਿੱਚ ਅੰਦੋਲਨ ਸ਼ੁਰੂ ਕਰਨਾ ਪੈ ਜਾਵੇ, ਉਹ ਕਿਤੇ ਨਾ ਕਿਤੇ ਪ੍ਰਭਾਵ ਛੱਡ ਵੀ ਸਕਦਾ। ਸਰਕਾਰ ਉਧਰਲੇ ਪਾਸੇ ਕੀ ਦੇਖਦੀ ਹੈ ਪਤਾ ਲੱਗੂ, ਉਹ ਵੀ ਪਤਾ ਲੱਗੂ। ਤੇ ਇਹ ਵੀ ਪਤਾ ਲੱਗੂਗਾ ਹੁਣ ਵੀ ਪੈਰੋਲ ਤੇ ਜਾਂ ਫਰਲੋ ਤੇ ਆਏ ਸੀ ਬਾਬਾ ਜੀ, ਤੇ ਬਾਅਦ 'ਚ ਕੋਰਟ ਦੇ ਵਿੱਚ ਆ ਕੇ ਅਪੀਲ ਦਲੀਲ ਤਾਂ ਇਹ ਕੀਤੀ ਗਈ ਕਿ ਮਹਾਰਾਜ ਇਹ ਕਿੱਦਾਂ ਹੋ ਗਿਆ ਜੀ, ਤੁਸੀਂ ਆਪ ਸੋਚੋ ਵੀ ਇਹ ਤਾਂ ਵੋਟਾਂ ਦਾ ਕਰਕੇ ਕੀਤਾ ਗਿਆ ਜੀ, ਤੁਸੀਂ ਦੇਖੋ ਜੀ ਇਹ ਤਾਂ ਇੰਨੇ ਚਿਰ ਦਾ ਬੰਦਾ ਦੋਸ਼ੀ ਹੈ, ਜੇ ਵੀ ਕੇਸ ਚੱਲਦੇ ਪਏ ਨੇ, ਅਗਲੀਆਂ ਸਜ਼ਾਵਾਂ ਮਿਲਣੀਆਂ, ਤੇ ਤੁਸੀਂ ਬੰਦੇ ਨੂੰ ਫਰਲੋ ਤੇ ਚਾੜ ਦਿੱਤਾ ਬਾਹਰ। ਉਹ ਕਹਿੰਦੇ ਚਲੋ ਬਾਕੀ ਦੀ ਗੱਲਾਂ ਬਾਤਾਂ ਠੀਕ ਹੈ, Z+ ਸਿਕਿਉਰਿਟੀ ਬਿੱਲਾਂ ਦਿਓ ਇਹਨਾਂ ਨੂੰ। ਦੇਖੋ, ਮੈਨੂੰ ਲੱਗਦਾ ਕਿ ਇਹਦੇ ਤੋਂ ਉੱਪਰ ਕੋਈ ਸਿਕਿਉਰਿਟੀ ਹੁੰਦੀ ਹੈ, ਮੈਨੂੰ ਨਹੀਂ ਪਤਾ, ਕਿਉਂਕਿ ਅਸੀਂ ਤਾਂ ਸਧਾਰਨ ਲੋਕ ਆ, ਤੁਹਾਨੂੰ ਪਤਾ ਹੋਵੇ, ਲੀਡਰਾਂ ਨੂੰ ਤਾਂ ਪਤਾ ਨਹੀਂ। ਮੇਰੀ ਨੌਲੇਜ ਹੈ ਨਹੀਂ। ਮਹਿੰਗਾ ਬੜਾ ਪੈ ਰਿਹਾ ਬਾਬਾ ਗੁਰਮੀਤ ਰਾਮ ਰਹੀਮ। ਤੁਸੀਂ ਇਹ ਦੇਖੋ ਕਿ ਜਦੋਂ ਇਸ ਬੰਦੇ ਦੀਆਂ ਫਿਲਮਾਂ ਰਿਲੀਜ਼ ਹੋਣੀਆਂ ਸੀ, ਉਦੋਂ ਕਿੰਨਾ ਪੰਗਾ ਪੈਂਦਾ ਸੀ ਪੰਜਾਬ 'ਚ। ਫਿਰ ਜਦੋਂ ਪੰਚਕੂਲੇ ਦੀ CBI ਅਦਾਲਤ ਦੇ ਵਿੱਚ ਇਹਨੂੰ ਸਜ਼ਾ ਸੁਣਾਈ ਜਾਣੀ ਸੀ, ਫੈਸਲਾ ਹੋਣਾ ਸੀ, ਉਦੋਂ ਕਿੰਨੀ ਭੰਨਤੋੜ ਹੋਈ, ਸਰਕਾਰੀ ਪ੍ਰਾਪਰਟੀ, ਲੋਕਾਂ ਦੀ ਪ੍ਰਾਪਰਟੀ, ਜਾਨਾਂ ਗਈਆਂ, ਕਿੰਨਾ ਸਮਾਂ ਉਹਦੇ ਤੋਂ ਬਾਅਦ ਅਦਾਲਤਾਂ ਦਾ ਜਾਇਆ ਹੋਇਆ, ਕਿੰਨੇ ਕੇਸ ਚੱਲ ਪਏ ਸੀ। ਉਹਦੇ ਤੋਂ ਬਾਅਦ ਜਿੰਨੀ ਵਾਰੀ ਕਦੀ ਇਹਦੀ ਹਾਰਟ ਬੀਟ ਵੱਧ ਗਈ, ਕਦੇ ਕੁਛ ਹੋ ਗਿਆ, ਕਿੰਨੀ ਇਹਨੂੰ ਸਾਡੀ ਫੋਰਸ ਦੀ ਸੰਗਤ ਨਾਲ ਲੈਣ ਜਾਂਦੀ ਸੀ, ਛੱਡਣ ਜਾਂਦੀ ਸੀ, ਰਾਹ 'ਚ ਪਤਾ ਨਹੀਂ ਕਹਿੰਦੇ ਗੱਡੀ ਗੁੱਡੀ ਬਦਲ ਲੈਂਦਾ ਹੁੰਦਾ ਸੀ। ਉਹਦੇ ਤੋਂ ਬਾਅਦ ਕਿੰਨਾ ਸਮਾਂ ਲੱਗਦਾ ਜਦੋਂ ਬਾਹਰ ਇਹਦੇ ਕੁਝ ਸ਼ਰਧਾਲੂ ਚਲੇ ਜਾਂਦੇ ਤੇ ਸੜਕਾਂ ਤੇ ਮੱਥੇ ਟੇਕਦੇ ਨੇ, ਤੇ ਉਹਨਾਂ ਨੂੰ ਵੀ ਪਰੇ ਕਰਨਾ ਪੈਂਦਾ।
ਹੁਣ ਤੁਸੀਂ ਦੇਖੋ ਵੈਸੇ ਤਾਂ 3 4 5 ਦਿਨ ਰਹਿ ਗਏ ਹੋਰ ਫਰਲੋ ਦਾ ਸਮਾਂ ਮੁੱਕ ਜਾਣਾ ਕਿਉਂਕਿ ਸੀਮਿਤ ਸਮੇਂ ਦੇ ਲਈ ਹੁੰਦੀ ਆ, ਵੋਟਾਂ ਵਾਟਾਂ ਪੈ ਗਈਆਂ ਬਹੁਤੀਆਂ, ਪਰ ਇਹਦੇ ਬਾਵਜੂਦ ਵੀ Z+ ਸਿਕਿਉਰਿਟੀ ਦੇਣੀ, ਭਾਰਤ ਦੇ ਲੋਕਾਂ ਦੇ ਟੈਕਸ ਦਾ ਪੈਸਾ ਤਨਖਾਹ ਜਾਂਦੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੇ ਹੁਣ ਇਹਦੀ ਸੁਰੱਖਿਆ 'ਚ ਲੱਗਣਗੇ। ਜਦੋਂ Z+ ਸਿਕਿਉਰਿਟੀ ਨਹੀਂ ਵੀ ਸੀ, ਕਹਿੰਦੇ ਜੀ ਇਹਨੂੰ ਖਤਰਾ ਹੋ ਸਕਦਾ ਧਮਕੀਆਂ ਮਿਲਦੀਆਂ, ਖਤਰਾ ਹੋਵੇ ਵੀ, ਫਿਰ ਜੇ ਬਾਹਰ ਖਤਰਾ ਅੰਦਰ ਹੀ ਵਾੜ ਲਓ ਯਾਰ ਇਹਨੂੰ। ਸਾਡੇ ਭਾਰਤ ਦੇ ਕੋਲੇ ਕੋਈ ਪੈਸੇ ਵਾਧੂ ਥੋੜੇ। ਜਦੋਂ Z+ ਸਿਕਿਉਰਿਟੀ ਨਹੀਂ ਵੀ ਸੀ ਉਦੋਂ ਵੀ 300 ਬੰਦਾ ਇਹਦੀ ਸੁਰੱਖਿਆ 'ਚ ਲੱਗਾ ਸੀ, 8-8 ਘੰਟੇ ਦੀ ਡਿਊਟੀ ਸਰਕਾਰੀ ਮੁਲਾਜ਼ਮ, 100 ਬੰਦਾ ਇੱਕ, ਅਗਲੇ 8 ਘੰਟੇ ਬਾਅਦ 100 ਬੰਦਾ ਫਿਰ ਤਬਦੀਲ ਹੋ ਕੇ ਅਗਲੇ 8 ਘੰਟੇ ਬਾਅਦ 100 ਬੰਦਾ ਫੇਰ। ਹੁਣ ਸੰਧਾਲੀਆ ਸਾਹਿਬ Z+ ਸਿਕਿਉਰਿਟੀ ਮਿਲ ਗਈ ਹੈ, ਠੀਕ ਹੈ। ਮੈਂ ਸੋਚਦਾ ਸੀ ਕਿ ਇੰਨੀ ਸ਼ਿੱਦਤ ਦੇ ਨਾਲ ਹੀ ਜੇ ਕਿਤੇ ਭਾਰਤ ਦੇ ਆਮ ਲੋਕ ਜਿਹੜੇ ਨੇ ਉਹਨਾਂ ਦੀ ਸੁਰੱਖਿਆ ਦੀ ਵੀ ਚਿੰਤਾ ਕੀਤੀ ਜਾਵੇ ਤਾਂ ਕਮਾਲ ਹੈ। ਵੈਸੇ ਬਾਬਾ ਹੀ ਆ ਭਾ, ਨਹੀਂ ਬਾਬਾ ਪੂਰਾ। ਵੈਸੇ ਇੱਕ ਚੀਜ਼ ਆਪਾਂ ਨੋਟ ਕਰੀਏ ਇੱਥੇ ਵੀ ਜਿਹੜਾ ਬੰਦਾ ਇੱਦਾਂ ਫਰਲੋ ਤੇ ਆਇਆ ਹੁੰਦਾ, ਜੇ ਮੰਨ ਲਓ ਉਹਦੀ ਕੋਈ ਸਿਕਿਉਰਿਟੀ ਦੇ ਉੱਪਰ ਖਰਚ ਹੋਣਾ ਤੇ ਕਾਨੂੰਨ ਇਹ ਕਹਿੰਦਾ ਵੀ ਉਹਨੇ ਜੇਬ ਚੋਂ ਦੇਣਾ ਹੁੰਦਾ ਜੀ। ਹੁਣ ਮੇਰੇ ਖਿਆਲ ਨਾਲ ਇਹ ਜੇ ਉਸ ਤੋਂ ਬਾਅਦ ਜਦੋਂ ਬੰਦਾ ਅੰਦਰ ਜਾਂਦਾ, ਜੇ ਮੈਂ ਗਲਤ ਨਹੀਂ ਤੇ 27 ਕਿ 29 ਨੂੰ ਅੰਦਰ ਜਾਣਾ, ਉਹਦੇ ਤੋਂ ਬਾਅਦ ਕੋਈ RTI ਪਾ ਕੇ ਪੁੱਛ ਲਵੇ ਕਿ ਹਾਂਜੀ ਮਹਾਰਾਜ ਕਿੰਨਾ ਖਰਚਾ ਸੀ ਤੇ ਕਿੰਨੇ ਦਿੱਤਾ। ਜੇ ਤੇ ਉਹ ਵਾਕਿਆ ਵੀ ਉਹਨਾਂ ਦੇ ਡੇਰੇ ਨੇ ਦਿੱਤਾ ਜਾਂ ਉਧਰੋਂ ਦਿੱਤਾ ਗਿਆ ਜਾਂ ਉਹਨੇ ਪਰਸਨਲ ਜੇਬ ਚੋਂ ਦਿੱਤਾ ਜਾਂ ਪਰਿਵਾਰ ਨੇ ਦਿੱਤਾ, ਤੇ ਫਿਰ ਤੇ ਹੋ ਸਕਦਾ ਲੋਕਾਂ ਦਾ ਹੱਕ ਮੱਠਾ ਹੋ ਜੇ। ਪਰ ਜੇ RTI ਇਨਫੋਰਮੇਸ਼ਨ ਦੇ ਵਿੱਚ ਇਹ ਕਿਹਾ ਜਾਂਦਾ ਵੀ ਹਾਂਜੀ ਉਹ ਇੰਨੇ ਕੁ ਕਰੋੜ ਰੁਪਏ ਸਾਰਾ ਖਰਚ ਹੋਇਆ, ਕੁਝ ਵੀ ਨਹੀਂ ਹੋਇਆ, ਤੇ ਫਿਰ ਹੋ ਸਕਦਾ ਲੋਕਾਂ 'ਚ ਰੋਸ ਵੀ ਹੋਵੇ ਕਿ ਮਹਾਰਾਜ ਲੋੜ ਕੀ ਸੀ ਇਹ ਸਾਰੇ ਕੁਝ ਕਰਨ ਦੀ। ਵੈਸੇ ਪ੍ਰਸ਼ਾਸਨ ਨਾ ਬੜਾ ਨਰਮ, ਬੜਾ ਪ੍ਰਸ਼ਾਸਨ ਬਹੁਤ, ਕਿਉਂਕਿ ਕਈ ਵਾਰੀ ਹੁੰਦਾ ਜੀ ਇਹਨੂੰ ਬੰਦੇ ਨੂੰ ਨਹੀਂ ਛੱਡਿਆ ਸਕਦਾ, ਹਾਲਾਤ ਖਰਾਬ ਹੋ ਸਕਦੇ ਆ, ਇਹਦੇ ਨਾਲ ਨਹੀਂ ਹੁੰਦੇ। ਇਹ ਗੱਲ ਹੀ ਆ। ਨਹੀਂ ਆਪਾਂ ਤੁਸੀਂ ਦੇਖੋ ਇਲੈਕਸ਼ਨਾਂ ਦੇ ਦੌਰਾਨ, ਇਲੈਕਸ਼ਨਾਂ ਤੋਂ ਪਹਿਲਾਂ ਉਹ ਕਿੰਨੀਆਂ ਮੰਗਾਂ ਚੱਲਦੀਆਂ ਰਹੀਆਂ ਵੀ ਜਿਹੜੇ ਸਿੱਖ ਕੈਦੀ ਨੇ ਜੀ ਮਹਾਰਾਜ ਉਹ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਇੰਨੇ ਸਾਲ ਹੋ ਗਏ ਅੰਦਰ ਬੈਠਿਆਂ ਨੂੰ, ਉਹਨਾਂ ਨੂੰ ਤੁਸੀਂ ਬਾਹਰ ਕੱਢ ਨਹੀਂ ਰਹੇ ਜੀ। ਤੇ ਜਿਹੜੇ ਬੰਦੇ ਦੀ ਅਜੇ ਸਜ਼ਾ ਸ਼ੁਰੂ ਹੋਈ ਆ ਵੀ ਮਤਲਬ ਦਹਾਕਿਆਂ ਬੱਧੀ ਸਜ਼ਾ ਹੋਣੀ ਹੈ, ਜੇ 3-4 ਸਾਲ ਸਜ਼ਾ ਕੱਟੀ, ਕੇਸ ਅਜੇ ਚੱਲਦੇ ਵੀ ਆ, ਕੇਸ ਅਜੇ ਚੱਲਦੇ ਆ ਨਾ, ਅੱਗੇ ਪਤਾ ਨਹੀਂ ਕਿਹੜੀਆਂ ਮਿਲ ਜਾਣ, ਤੇ ਉੱਥੇ ਆਪਾਂ ਫਰਲੋ ਦੇ ਰਹੇ ਹਾਂ। ਨਹੀਂ ਇਹ ਸੋਚਣ ਵਾਲੀ ਗੱਲ ਹੈ। ਦੋਨਾਂ ਚੀਜ਼ਾਂ ਨੂੰ, ਇੱਕ ਪਾਸੇ ਸਿੱਖ ਕੈਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤੇ ਦੂਜੇ ਪਾਸੇ ਰਾਮ ਰਹੀਮ, ਬਹੁਤ ਜਗ੍ਹਾ ਦੇ ਉੱਤੇ ਇਹਨਾਂ ਕੇਸਾਂ ਨੂੰ ਤੋਲ ਕੇ ਦੇਖਿਆ ਜਾ ਰਿਹਾ। ਤੇ ਸੰਧਾਲੀਆ ਸਾਹਿਬ ਇੱਕ ਗੱਲ ਜਿਹੜੀ ਉਹ ਕਰਨੀ ਬਹੁਤ ਜ਼ਰੂਰੀ ਹੈ। ਭਾਰਤ ਦੇ 20,000 ਨਹੀਂ ਲੱਖ ਦੇ ਕਰੀਬ ਪਰਿਵਾਰ ਚਿੰਤਤ ਨੇ। 20,000 ਭਾਰਤ ਦੇ ਵਿਦਿਆਰਥੀ ਯੂਕਰੇਨ 'ਚ ਪੜ੍ਹਦੇ ਆ। ਉਹਨਾਂ ਦੇ ਵਿੱਚੋਂ ਹੁਣ ਪਤਾ ਲੱਗਾ ਕਿ ਪੰਜਾਬੀ ਵਿਦਿਆਰਥੀ ਤੇ ਵਿਦਿਆਰਥਣਾਂ ਵੀ ਨੇ। ਹੁਣ ਹੋਇਆ ਕੀ ਹੈ ਕਿ ਰੂਸ ਦਾ ਯੂਕਰੇਨ ਦੇ ਨਾਲ ਪੰਗਾ ਪੈ ਗਿਆ। ਰੂਸ ਤੇ ਯੂਰਪ ਦੇ ਵਿਚਾਲੇ ਯੂਕਰੇਨ ਹੈ, ਕਦੇ ਰੂਸ ਦਾ ਹਿੱਸਾ ਹੁੰਦਾ ਸੀ। ਹੁਣ ਦੋਨਾਂ ਦੇ ਵਿਚਾਲੇ ਲੜਾਈ ਲੱਗਣ ਦੀ ਸੰਭਾਵਨਾ, 1.5 ਲੱਖ ਰੂਸ ਦੇ ਫੌਜੀ ਯੂਕਰੇਨ ਦੀ ਸਰਹੱਦ ਤੇ ਸੀ। ਅਮਰੀਕਾ ਵਾਲੇ ਕਹਿੰਦੇ ਸੀ ਜੇ ਹਮਲਾ ਕੀਤਾ ਤੇ ਆਹ ਕਰ ਦਿਆਂਗੇ। ਉਧਰ ਨਾਟੋ ਵਾਲੀਆਂ ਫੌਜਾਂ ਰੂਸ ਦੇ ਨਾਲ ਲੋਹਾ ਲੈਣ ਨੂੰ ਤਿਆਰ ਨੇ, ਹਥਿਆਰ ਉਹਨਾਂ ਨੇ ਵੀ ਯੂਕਰੇਨ 'ਚ ਭੇਜ ਦਿੱਤੇ। ਹੁਣ ਹੋਇਆ ਕੀ ਹੈ ਕਿ ਯੂਕਰੇਨ ਦੇ ਉੱਤੇ ਰੂਸ ਨੇ ਸਿੱਧਾ ਹਮਲਾ ਤਾਂ ਨਹੀਂ ਕੀਤਾ, ਪਰ ਉਹਨਾਂ ਦੇ ਰੂਸ ਦੇ ਨਾਲ ਲੱਗਦੇ ਦੋ ਜਿਹੜੇ ਸੂਬੇ ਨੇ, ਪ੍ਰਾਂਤ ਨੇ, ਉਹਨਾਂ ਤੇ ਐਲਾਨ ਕਰ ਦਿੱਤਾ ਜੀ ਇਹ ਵੱਖਰੇ ਦੇਸ਼ ਨੇ, ਇੱਥੇ ਵਿਦਰੋਹੀਆਂ ਨੇ ਕਬਜ਼ਾ ਕਰ ਲਿਆ, ਉਹ ਯੂਕਰੇਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਅਸੀਂ ਰੂਸ ਵਾਲੇ ਉਹਨਾਂ ਦੋ ਦੇਸ਼ਾਂ ਨੂੰ ਮਾਨਤਾ ਦਿੰਦੇ ਆ ਤੇ ਅਸੀਂ ਆਪਣੀਆਂ ਫੌਜਾਂ ਯੂਕਰੇਨ 'ਚ ਨਹੀਂ ਭੇਜ ਰਹੇ, ਯੂਕਰੇਨ ਤੋਂ ਵੱਖ ਹੋਏ ਤੇ ਸਾਡੀ ਮਾਨਤਾ ਵਾਲੇ ਇਹਨਾਂ ਦੋ ਦੇਸ਼ਾਂ 'ਚ ਭੇਜ ਰਹੇ ਆ। ਰੂਸ ਦੀਆਂ ਫੌਜਾਂ ਉੱਥੇ ਵੜ ਗਈਆਂ। ਉਧਰਲੇ ਪਾਸੇ ਅਮਰੀਕਾ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਭਾਈ ਹੁਣ ਫਿਰ ਸਿੱਝਾਂਗੇ। ਬ੍ਰਿਟੇਨ ਵਾਲਿਆਂ ਨੇ ਰੂਸ ਦੀਆਂ 5 ਬੈਂਕਾਂ ਦੇ ਉੱਤੇ ਬੈਨ ਲਾਤਾ। ਭਾਰਤ ਸਰਕਾਰ ਨੇ ਸਪੈਸ਼ਲ ਫਲਾਈਟਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਉੱਥੋਂ ਕੱਢਣ ਦੇ ਲਈ ਭੇਜ ਦਿੱਤੀਆਂ ਤੇ ਇਹ ਵੀ ਕਹਿ ਦਿੱਤਾ ਕਿ ਜੇ ਤੁਹਾਡੀਆਂ ਯੂਨੀਵਰਸਿਟੀਆਂ ਜਿੱਥੇ ਤੁਸੀਂ ਪੜ੍ਹਾਈ ਕਰ ਰਹੇ ਹੋ, ਖਾਸ ਤੌਰ ਦੇ ਉੱਤੇ ਮੈਡੀਕਲ ਦੀ, ਜੇ ਉਹ ਤੁਹਾਨੂੰ ਨਹੀਂ ਵੀ ਅਜੇ ਕਹਿੰਦੇ ਕਿ ਛੁੱਟੀ ਦਿੱਤੀ, ਤੁਸੀਂ ਆ ਜਾਓ ਬਸ। ਚਿੰਤਤ ਨੇ ਪਰਿਵਾਰ। ਪਰ ਸੰਧਾਲੀਆ ਸਾਹਿਬ, ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਦੇ ਉੱਤੇ ਤੇਲ ਦੀ ਕੀਮਤ, ਕੁਦਰਤੀ ਗੈਸ ਦੀ ਕੀਮਤ ਪਹੁੰਚ ਗਈ ਹੈ। ਅਸੀਂ ਅਜੇ ਵੀ ਚਾਹੁੰਦੇ ਹਾਂ ਕਿ ਭਾਈ ਨਾਟੋ ਦੀਆਂ ਫੌਜਾਂ ਤੇ ਰੂਸ ਦੀਆਂ ਫੌਜਾਂ ਆਮੋ ਸਾਹਮਣੇ ਨਾ ਹੋਣ। ਇਹ ਲੜਾਈ ਰੁਕਣੀ ਚਾਹੀਦੀ ਹੈ। ਜੇ ਨਾ ਰੁਕੀ ਤਾਂ ਦੁਨੀਆ ਦੀ ਤਬਾਹੀ ਬਹੁਤ ਹੋਏਗੀ। ਨਹੀਂ ਬਿਲਕੁਲ ਹੋਊਗਾ ਜੀ, ਅਸੀਂ ਆਸ ਕਰਦੇ ਹਾਂ ਕਿ ਵੀ ਇਹ ਸਾਰੇ ਕੁਛ ਨੂੰ ਰੋਕਿਆ ਜਾਵੇ ਜੀ। ਵੈਸੇ ਬੜੀ ਹੈਰਾਨਗੀ ਹੁੰਦੀ ਹੈ ਨਾ ਵੀ ਕਿਹੜੇ ਦੇਸ਼ ਨੇ ਮਤਲਬ ਅੱਧੀ ਧਰਤੀ ਮੱਲੀ ਖੜੇ ਆ, ਉਹਦੇ ਬਾਵਜੂਦ ਉਹਨੂੰ ਲੱਗਦਾ ਵੀ ਉਹ ਚੱਪਾ ਚਿੜੀ ਦੇ ਪਹੁੰਚੇ ਜਿੰਨਾ ਇੱਧਰੋਂ ਨਿਕਲ ਚਲੇ ਕਿਸੇ ਪਾਸੇ, ਵੀ ਇਹ ਜਾਣ ਨਹੀਂ ਦੇਣਾ, ਬੰਦੇ ਜਿੰਨੇ ਮਰਦੇ ਮਰ ਜਾਣ। ਸ਼ਕਤੀ ਹਾਸਲ ਕਰਨ ਲਈ ਪਹਿਲਾਂ ਵੀ 2 ਵਿਸ਼ਵ ਯੁੱਧ ਹੋਏ, ਨੁਕਸਾਨ ਕਿੰਨਾ ਹੋਇਆ। ਅਸੀਂ ਉਮੀਦ ਕਰਦੇ ਹਾਂ ਕਿ ਭਾਈ ਪਿਛਲੀਆਂ ਗਲਤੀਆਂ ਦੁਹਰਾਈਆਂ ਨਾ ਜਾਣ। ਚਲੋ ਆਸ ਹੀ ਕਰ ਸਕਦੇ ਹਾਂ। WhatsApp ਹੁਣ ਆਪਣੇ ਵੀ ਜਾਣ ਦਾ ਟਾਈਮ ਹੋ ਗਿਆ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਉਹ ਜੀ ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਗੱਲਾਂ ਬਾਤਾਂ ਅੱਜ ਅਸੀਂ ਸਟੂਡੀਓ ਤੋਂ ਬਾਹਰ ਬਹਿ ਕੇ ਤੁਹਾਡੇ ਨਾਲ ਕਰ ਲਈਆਂ, ਕਿਵੇਂ ਦੀਆਂ ਲੱਗੀਆਂ ਤੁਸੀਂ ਜ਼ਰੂਰ ਆਪਣੀ ਫੀਡਬੈਕ ਦੇਣੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।